ਤੁਸੀਂ ਮਾਰਕੀਟ ਦੇ ਵਿੱਚ ਨਕਲੀ ਮੋਬਾਈਲ ਸੁਣੇ ਹੋਣਗੇ ਜੀ, ਚਾਈਨਾ ਮੇਡ ਆ ਗਿਆ, ਅਸਲੀ ਹੈ, ਇਹਦੀ ਥਾਂ ਤੇ ਨਕਲੀ ਆ ਗਿਆ, ਨਕਲੀ ਹੈੱਡਫੋਨ ਆ ਗਏ, ਹੈ ਨਾ, ਨਕਲੀ ਬੂਟ ਆ ਗਏ, ਨਕਲੀ ਕੰਪਨੀਆਂ ਦੇ ਕੱਪੜੇ ਆ ਗਏ, ਇੱਥੇ ਜੱਜ ਵੀ ਨਕਲੀ ਆਉਣ ਲੱਗ ਪਿਆ ਜੀ। ਲੋ ਜੀ ਹੁਣ ਸੰਦੀਪ ਬੈਲ ਜੱਜ ਫੋਨ ਗੱਲ ਕਰਦੇ ਜੀ। हाँ जी वरिंदर सिंह जी। हाँ वरिंदर जी बोल रहे जी। हाँ जी मैं जुडिशल मजिस्ट्रेट बोल रहा हूँ मुक्तसर तो। हाँ जी हाँ जी जी हैं बोल रहे। हाँ हाँ सत श्री अकाल सर, सत श्री अकाल जी। सत श्री अकाल, कांग्रेचुलेशंस सर, ਤੁਹਾਨੂੰ ਵੀ ਬਹੁਤ ਬਹੁਤ ਜੀ, ਤੁਹਾਨੂੰ ਬਹੁਤ ਬਹੁਤ ਜੀ। हाँ जी हाँ जी। ਤੇ ਹੋਰ ਸਭ ਮੁਕਤਸਰ ਹੀ ਸਰ? हाँ जी हाँ जी। शुभ नाम जी? राजिंदर सिंह। हाँ जी हाँ जी सर। हाँ जी हाँ, मेरे ना ब्रदर है थे एडीओ एग्रीकल्चर डिपार्टमेंट ठीक है जी। वो आउणगे ਤੁਹਾਨੂੰ ठीक 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 है। ਗੰਗਾਧਰੀ ਸ਼ਕਤੀਮਾਨ ਸੀ ਤੇ ਉਹ ਕਹਿੰਦਾ ਸ਼ਕਤੀਮਾਨ ਨੂੰ ਵੇਲੇ ਕੰਮ ਕਰਦਾ। ਤੁਹਾਨੂੰ ਪਤਾ, ਇਹਨਾਂ ਨੂੰ ਪਤਾ, ਇਹਨਾਂ ਨੂੰ ਪਤਾ, ਇਹਨਾਂ ਸਾਰੇ ਬੰਦੇ ਜਦੋਂ 2-250 ਬੈਠਾ ਇਹਨਾਂ ਨੂੰ ਪਤਾ ਵੀ ਉਹ ਬੰਦਾ ਕਰਪਟ ਆ। ਸਰਕਾਰ ਨੂੰ ਨਹੀਂ ਪਤਾ ਵੀ ਕਰਪਟਾਂ ਨੂੰ ਵੱਡਾ ਅਹੁਦਾ ਦੇਣ ਦੀ। ਸਰਕਾਰ ਨੂੰ ਵੀ ਪਤਾ ਹੈ, ਪਰ ਮੈਨੂੰ ਐ ਸਮਝ ਲੱਗਦਾ ਜਿਹੜੀ ਨੋਟਾਂ ਦੀਆਂ ਗੁੱਟੀਆਂ ਨਾ ਇਹ ਮਤਲਬ ਕਿਤੇ ਨਾ ਕਿਤੇ ਬੰਦੇ ਦਾ ਮਨ ਬਦਲਾ ਦਿੰਦੀਆਂ। ਮੈਂ ਕਹਿੰਦਾ ਵੀ ਇਹਦੇ ਕੋਲੇ ਜਿਹੜਾ 50,000 ਦਾ ਦੀ ਜੇਬ ਤੇ ਪਿੰਨ ਹੁੰਦਾ ਸੀ ਤੇ ਦੂਜੇ ਪਾਸੇ ਜਿਹੜੇ ਇਹਦੇ ਘਰ ਦੇ ਗੇਟ ਨੇ ਉਹ ਰਿਮੋਟ ਨਾਲ ਖੋਲ੍ਹਦੇ ਨੇ। ਇਹਦਾ ਮਤਲਬ ਆ ਵੀ ਜਿਹੜੇ ਬੰਦੇ ਐਡੇ ਐਡੇ ਕਰਪਟ ਬੰਦੇ ਬਹਾਲ ਹੋਣਗੇ ਤੇ ਸਿੱਧੀ ਜਿਹੜੀ ਸਾਡੀ ਚੋਟ ਆ ਹੁਣ ਮਾਨ ਸਰਕਾਰ ਤੇ ਹੈ ਵੀ ਸਾਨੂੰ ਐਂ ਲੱਗਦਾ ਜੀ ਵੀ ਮਾਨ ਸਰਕਾਰ ਵੀ ਬੇਈਮਾਨ ਹੋ ਨਿਕਲੀ। ਕਹਿੰਦੇ ਅਸੀਂ ਬੜੇ ਸੁੱਚੇ ਆ, ਦੇਖੋ ਕਹਿੰਦੇ ਅਸੀਂ ਆਪਦਾ ਮਾਨਸੇ ਵਾਲਾ ਐਮਐਲਏ ਟੰਗਤਾ ਸੀ। ਟੰਗ ਤਾਂ ਹੋਣਾ, ਇੱਥੇ ਤਾਂ ਸਾਨੂੰ ਲੁੱਚੇ ਜਾਪਦੇ ਆ। ਜਿੱਦਾਂ ਥਾਣਿਆਂ ਦੇ ਵਿੱਚ ਕੋਈ ਚੋਰਾਂ ਬਾਰੇ, ਕੋਈ ਜਿਹੜੇ ਜੇਬ ਕਤਰੇ ਹੁੰਦੇ ਆ, ਠੱਗਾਂ ਬਾਰੇ ਨਾ ਫੋਟੋ ਲੱਗੀ ਪਈ, ਇਹਨਾਂ ਤੋਂ ਬਚੋ। ਤਾਂ ਇਹ ਵੀ ਤਾਂ ਫਿਰ ਚੋਰ ਠੱਗੀ ਹੈ, ਝੂਠੀ ਦਵਾਈ ਜਿਹੜੀ ਮਾੜੀ ਦਵਾਈ ਹੈ, ਨੁਕਸਾਨ ਕਰਦੀ ਕਿਸਾਨੀ ਦਾ। चोर ठगी तो वध के जी तो डाका है, पुलिस प्रशासन ਨੂੰ ਵੀ ਪਤਾ ਹੈ और चीफ साहब ਨੂੰ ਵੀ ਪਤਾ ਹੈ और ਸਰਕਾਰ ਨੂੰ ਵੀ ਪਤਾ ਹੈ ਬੰਦਾ ਚੋਰ ਹੈ ਤੇ ਡਾਕਾ ਉਹਨੂੰ ਫਿਰ ਪਤਾ ਨਹੀਂ ਕਿਉਂ ਨਹੀਂ ਹੱਥ ਪਾਉਂਦੇ। ਰੇਹਾਂ ਸਪਰੇਆਂ ਮਾੜੀਆਂ ਬਣਾਉਣ ਵਾਲਿਆਂ ਨੂੰ ਪਤਾ ਵੀ ਕੋਈ ਮਾਈ ਦਾ ਲਾਲ ਸੱਟ ਤੇ ਜਿਹੜਾ ਹੈਗਾ ਕਾਰਵਾਈ ਨਹੀਂ ਕਰ ਸਕਦਾ, ਹੱਥ ਬੜੇ ਲੰਬੇ ਦੇ। ਇੱਕ ਜੱਜ ਦਾ ਹੀ ਡਰ ਹੁੰਦਾ ਨਾ, ਮੈਨੂੰ ਸਜ਼ਾ ਕਰ ਦੂਗਾ, ਮੈਨੂੰ ਬੰਨ ਦੂਗਾ, ਕੁਝ ਕਰ ਦੂਗਾ। ਤਾਂ ਜਿਹੜਾ ਅੱਜ ਉਹ ਇਹਨਾਂ ਦੀ ਸਰਕਾਰ ਦੇ ਵਿੱਚ ਨਕਲੀ ਜੱਜ ਬਣ ਕੇ ਕਰੋੜਾਂ ਰੁਪਏ ਦਾ ਘਪਲਾ ਕਰ ਗਿਆ ਤੇ ਦੱਸੋ ਭ੍ਰਿਸ਼ਟਾਚਾਰ ਆ ਹੋਰ ਕੀ ਹੈ? ਸਰਕਾਰਾਂ ਦੀ ਨੀਅਤ ਖੋਟੀ ਹੈ, ਬਿਲਕੁਲ ਖੋਟੀ ਹੈ ਜੀ। ਨੀਤ ਖੋਟੀ ਕਰਕੇ ਆ ਕੁਝ ਹੋ ਰਿਹਾ ਹੈ। ਭ੍ਰਿਸ਼ਟਾਚਾਰ ਖਤਮ ਕਰਨਾ ਤਾਂ ਟੰਗੇ ਹੁਣ ਇਹ ਚਿੱਟਾ ਤੇਲੇ ਨਹੀਂ ਮਰਦਾ, 5 ਸਪਰੇਆਂ ਕਰਤੀਆਂ। ਇੰਨਾ ਤਗੜਾ ਹੋ ਕੇ ਦਵਾਈ ਮਾੜੀ ਹੋ ਗਈ। ਦਵਾਈ ਮਾੜੀ ਹੈ, ਅੱਗੇ ਵੀ ਤੇਲਾ ਆਉਂਦਾ ਹੀ ਰਿਹਾ, ਚਿੱਟਾ ਆਉਂਦਾ ਹੀ ਰਿਹਾ। ਇਹਨਾਂ ਦਵਾਈਆਂ ਦੇ ਹੀ ਸੈਂਪਲ ਭਰੇ ਸੀ, ਜਿਹੜੇ ਫੇਲ ਹੋਏ ਤਾਂ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ। ਵੇਖਦੇ ਨਹੀਂ ਭਾਈ, ਅਸੀਂ ਵੇਖਦੇ ਨਹੀਂ ਭਾਈ, ਸਾਨੂੰ ਤਾਂ 25-25 ਕਰੋੜ ਦਿੰਦੇ ਆ, ਤੁਸੀਂ ਤਾਂ ਯਾਰ 2500 ਚ ਵਿਕੀ ਜਾਂਦੇ। ਵੀ ਜਦੋਂ ਇਸ ਭ੍ਰਿਸ਼ਟ ਅਫਸਰ ਦੇ ਲਈ ਅਸੀਂ ਸੜਕਾਂ ਤੇ ਬਹਿ ਗਏ, ਐਡੀ ਵੱਡੀ ਤਾਦਾਦ ਦੇ ਵਿੱਚ ਲੋਕ ਆ ਕੇ ਇਕੱਠੇ ਹੋ ਗਏ ਤੇ ਜਿਹੜੀਆਂ ਵੀਡੀਓ ਆਡੀਓ ਸਬੂਤ ਆ ਉਹ ਅਸੀਂ ਜਨਤਕ ਕਰਤੇ, ਪ੍ਰੈਸ ਨੂੰ ਦੇਤੇ, ਡੀਸੀ ਸਾਹਿਬ ਨੂੰ ਦੇਤੇ, ਪ੍ਰਸ਼ਾਸਨ ਨੂੰ ਦੇਤੇ, ਤੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੁੰਦੀ? ਹੁਣ ਕਿਸਾਨ ਆ, ਕੋਈ ਮਾੜਾ ਡਿਫਾਲਟਰ ਹੋ ਜੇ ਤੈਨੂੰ ਬੈਂਕ 'ਚ ਉਹਦੀ ਫੋਟੋ ਲਾ ਦਿੰਦੇ ਆ ਤੇ ਇਹ ਕਰੋੜਾਂ ਦੀਆਂ ਕੰਪਨੀਆਂ ਵਾਲੇ ਆ ਤੇ ਇਹਨਾਂ ਦਾ ਫੋਟੋ ਕਿਉਂ ਨਹੀਂ ਲੱਗਦੀ? ਇਹਨਾਂ ਦੇ ਪ੍ਰੋਡਕਟਾਂ ਦੀ ਫੋਟੋ ਕਿਉਂ ਨਹੀਂ ਲੱਗਦੀ? ਕਈ ਲੋਕ ਇਸ ਵੀਡੀਓ 'ਚ ਕਮੈਂਟਾਂ ਦੇ ਥੱਲੇ ਕਹਿਣਗੇ ਜੀ ਤੁਹਾਨੂੰ ਬਾਹਲਾ ਪਤਾ, ਧੱਦੀ ਸ਼ਬਦਾਵਲੀ ਵੀ ਬੋਲਣਗੇ। ਮੈਨੂੰ ਇਹ ਦੱਸਣ ਜਦੋਂ ਅਸੀਂ ਸਬੂਤ ਦੇਤੇ, ਏਡੀਓ ਦੇ ਸਬੂਤ ਦੇਤੇ, ਤਹਿਸੀਲਦਾਰ ਦੇ ਸਬੂਤ ਦੇਤੇ, ਰੀਡਰ ਦੇ ਸਬੂਤ ਦੇਤੇ, ਤੇ ਫਿਰ ਕਮੀ ਕਿੱਥੇ ਆ? ਭਗਵੰਤ ਮਾਨ ਨੇ ਇੱਕ ਨੰਬਰ ਦਿੱਤਾ ਸੀਗਾ, ਕਹਿੰਦਾ ਸੀ ਕੁਝ ਭ੍ਰਿਸ਼ਟਾਚਾਰ ਹੋਵੇ, ਕੁਝ ਧੋਖਾ ਤੇ ਮੈਨੂੰ ਭੇਜ ਦਿਓ। ਤੁਸੀਂ ਇਹ ਵੀਡੀਓ ਨੂੰ ਭੇਜੀਆਂ ਬਾਈ ਜੀ, ਉਹ ਤਾਂ ਛੋਟੀ ਗੱਲ ਰਹਿ ਗਈ ਨਾ ਵੀ ਐਂਟੀ ਕਰਪਸ਼ਨ ਨੰਬਰ ਦੇ ਉੱਪਰ ਵੀਡੀਓ ਜਾਂ ਆਡੀਓ ਭੇਜਣੀਆਂ। ਅਸੀਂ ਤਾਂ ਪੂਰੀ ਪ੍ਰੈਸ ਕਾਨਫਰੰਸ ਕਰਕੇ ਐਡੀ ਵੱਡੀ ਤਾਦਾਦ ਤੇ ਸੋਸ਼ਲ ਮੀਡੀਆ ਤੇ ਬਵਾਲ ਮਚਾਤਾ। ਮਾਨ ਸਾਹਿਬ ਤੁਹਾਨੂੰ ਇਹ ਦੱਸ ਦਿੰਦੇ 5 ਸਾਲ ਬਹੁਤੇ ਜ਼ਿਆਦਾ ਨਹੀਂ ਹੁੰਦੇਗੇ। ਜੇ ਆ ਹਾਲਾਤ ਚੱਲੇ ਤੁਸੀਂ ਤਾਂ ਗੱਲਾਂ ਹੋਰ ਕਰਦੇ ਆ ਨਾ, ਸਰਪੰਚ ਨਹੀਂ ਬੰਨੇ ਤੁਹਾਡੇ। ਪੰਜਾਬ ਦੇ ਵਿੱਚ 6 ਮਹੀਨੇ ਪਹਿਲਾਂ ਬਣੀ ਸਰਕਾਰ ਜਿਹੜੀ ਹੈ, ਸਭ ਤੋਂ ਵੱਧ ਜ਼ੋਰ ਦੇ ਨਾਲ ਇੱਕੋ ਹੀ ਗੱਲ ਦਾ ਦਾਅਵਾ ਕਰਦੀ ਹੈ ਕਿ ਸਾਡੀ ਸਰਕਾਰ ਬਹੁਤ ਇਮਾਨਦਾਰ ਹੈ। ਸਾਡੀ ਸਰਕਾਰ ਦੇ ਹੁੰਦਿਆਂ ਕੋਈ ਵੀ ਭ੍ਰਿਸ਼ਟਾਚਾਰ ਜਿਹੜਾ ਬੰਦਾ ਹੈਗਾ, ਭ੍ਰਿਸ਼ਟਾਚਾਰ ਕਰਨ ਵਾਲਾ ਬੰਦਾ, ਉਹਨੂੰ ਕਿਸੇ ਵੀ ਉੱਚੀ ਪਦਵੀ ਤੇ ਨਹੀਂ ਬੈਠਣ ਦਿੱਤਾ ਜਾਏਗਾ। ਪਰ ਮੁਕਤਸਰ ਸਾਹਿਬ ਦੇ ਵਿੱਚ ਅੰਨਦਾਤਾ ਕਹੇ ਜਾਣ ਵਾਲੇ ਕਿਸਾਨ, ਜਿਹਨੂੰ ਹਰ ਸਰਕਾਰ ਦੇਸ਼ ਦਾ ਸਿਸਟਮ ਜਿਹੜਾ ਅੰਨਦਾਤਾ ਕਹਿੰਦਾ ਹੈ, ਉਹ ਕਿਸਾਨ ਸੜਕ ਤੇ ਬੈਠੇ ਹੋਏ ਆ। ਜਰਨੈਲੀ ਜੀਟੀ ਰੋਡ ਜਿਹੜਾ ਮੁਕਤਸਰ ਤੋਂ ਬਠਿੰਡਾ ਰੋਡ, ਉਹ ਘੇਰਿਆ ਹੋਇਆ ਇਹਨਾਂ ਨੇ, ਨੱਪਿਆ ਹੋਇਆ। ਔਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਬਾਹਰ ਕਿਸਾਨ ਬੈਠੇ ਨੇ, ਗਲਾਂ ਦੇ ਵਿੱਚ ਹਾਰ ਪਾਇਆ। ਇਹ ਪਤਾ ਲੱਗਿਆ ਵੀ ਮਰਨ ਵਰਤ ਤੇ ਬਹਿ ਗਏ ਨੇ। ਤਾਂ 6 ਮਹੀਨੇ ਪਹਿਲਾਂ ਬਣੀ ਸਰਕਾਰ ਬਹੁਤ ਉੱਚੀ ਉੱਚੀ ਬਾਹਾਂ ਖੜੀਆਂ ਕਰਕੇ ਡੀਂਗਾ ਮਾਰਦੀ ਹੈ ਕਿ ਅਸੀਂ ਬਹੁਤ ਵੱਡੇ ਇਮਾਨਦਾਰ ਹਾਂ। ਤਾਂ ਉਹਨਾਂ ਦੀ ਇਮਾਨਦਾਰੀ ਲੱਭਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਗਲਾਂ ਦੇ ਵਿੱਚ ਹਾਰ ਕਿਉਂ ਪਾਏ ਹੋਏ ਨੇ? ਕਿਉਂਕਿ ਇਹਨਾਂ ਨੂੰ ਵੱਖਰਾ ਤੋਹਫਾ ਦਿੱਤਾ ਗਿਆ। ਮਰਨ ਵਰਤ ਤੇ ਬੈਠੇ ਆ, ਇਹ ਗੱਲ ਪਤਾ ਲੱਗੀ, ਮਰਨ ਵਰਤ ਤੇ ਬੈਠੇ ਆ। ਸਰਕਾਰ ਤੇ ਜੇ ਨਵੀਂ ਆਈ ਹੈ, ਅੰਨਦਾਤਾ ਮਰਨ ਵਰਤ ਤੇ ਬਹਿ ਗਿਆ। ਕਿਹੜੀ ਸੁਗਾਤ ਇਹਨਾਂ ਨੂੰ ਮਿਲੀ ਹੈ ਕਿ ਇਹਨਾਂ ਨੇ ਮਰਨ ਦਾ ਰਾਹ ਚੁਣਿਆ ਸੀ? ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕਿਰਪਾ ਕਰਕੇ ਨਾਮ ਜਿਹੜਾ ਹੈਗਾ ਉਹਦਾ ਏਕਤਾ ਸਿੱਧੂਪੁਰ ਯੂਨੀਅਨ ਦੇ ਵਿੱਚ ਦੱਸੋ ਜੀ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੁਕਤਸਰ ਸਾਹਿਬ, ਵਾਸੀ ਬੂੜਾ ਗੁਜਰ। ਤੁਸੀਂ ਗੱਲ 'ਚ ਹਾਰ ਪਾਏ, ਮੈਨੂੰ ਨੌਜਵਾਨ ਨੇ ਦੱਸਿਆ ਕਹਿੰਦੇ ਮਰਨ ਵਰਤ ਤੇ ਬਹਿ ਗਿਆ। ਮੈਂ ਕਿਹਾ ਵੀ ਨਵੀਂ ਸਰਕਾਰ ਆਈ ਤੇ ਇਹ ਤਾਂ ਖੁਸ਼ ਹੋਣੇ ਚਾਹੀਦੇ ਸੀ, ਤੁਸੀਂ ਮਰਨ ਵਰਤ ਕਿਉਂ ਚੁਣਿਆ? ਸਾਡਾ ਅੱਜ ਚੌਥੇ ਦਿਨ ਹੋ ਗਿਆ ਲਗਾਤਾਰ ਧਰਨਾ ਚੱਲਦੇ ਨੂੰ। 2 ਦਿਨ ਘਰਾਓ ਵੀ 3 ਦਿਨ ਕੀਤਾ, ਖੇਤੀਬਾੜੀ ਮਹਿਕਮੇ ਇਕੱਲੇ ਦਾ।
ਵੀ ਕੋਈ ਸਰਕਾਰ ਦੀ ਕੰਨਾਂ ਤੱਕ ਗੱਲਬਾਤ ਸਾਡੀ ਚਲੀ ਜਾਵੇ। ਪਰ ਡੀਸੀ ਸਾਹਿਬ ਨੇ ਵੀ ਕੱਲ ਸੱਦਿਆ, ਕੱਲ ਐਸਪੀਡੀ ਨੇ ਵੀ ਸੱਦਿਆ, ਪਰ ਉੱਥੇ ਹੋ ਕੀ ਰਿਹਾ ਹੈ? ਮੈਂ ਇੱਕ ਗੱਲ ਤੋਂ ਬੜਾ ਹੈਰਾਨ ਹੈ ਕਿ ਏਡੀਓ ਦੇ ਖਿਲਾਫ ਪੰਜਾਬ ਸਰਕਾਰ ਦੇ ਅਧਿਕਾਰੀ 2 ਅੱਖਰ ਨਹੀਂ ਲਿਖ ਸਕਦੇ, ਜਿਹਦੇ ਵਿੱਚ ਕਿ ਉਹਨੇ ਜੱਜ ਬਣ ਕੇ ਬਹੁਤ ਵੱਡੇ ਪੱਧਰ ਦੀ ਮਤਲਬ ਬਲੈਕਮੇਲਿੰਗ ਲੋਕਾਂ ਨੂੰ ਕੀਤੀ ਹੈ, ਤੇ ਜਿਹਦੇ ਵਿੱਚ ਸਰਕਾਰ ਨੂੰ ਉਹਦੀ ਕੋਈ ਇਨਕੁਆਇਰੀ ਦੀ ਲੋੜ ਨਹੀਂ ਸੀ, ਪ੍ਰਸ਼ਾਸਨ ਨੂੰ, ਕਿਉਂਕਿ 10 ਰਿਕਾਰਡਿੰਗਾਂ ਜਿਹੜੀਆਂ ਨੇ ਉਹਦੀਆਂ ਗੱਲਬਾਤ ਹੁੰਦੀ, ਮੈਂ ਜੱਜ ਬੋਲਦਾ ਤੇ ਤੁਸੀਂ ਫਲਾਣੇ ਨਾਲ ਗੱਲ ਕਰ ਲਓ। ਅੱਗੇ ਜਾਣ ਤੋਂ ਪਹਿਲਾਂ ਤੁਸੀਂ ਮਰਨ ਵਰਤ ਤੇ ਬਹਿ ਗਏ ਹੋ, ਵਜ੍ਹਾ ਕੀ ਹੈ ਸਾਨੂੰ ਵਿਸਥਾਰ ਚ ਦੱਸ ਦਿਓ। ਕਿਹੜਾ ਬੰਦਾ ਆਪਣੇ ਆਪ ਨੂੰ ਜੱਜ ਬਣ ਕੇ ਲੋਕਾਂ ਨੂੰ ਬਲੈਕਮੇਲ ਕਰਦਾ ਸੀ? ਕੌਣ ਸੀ? ਕੀ ਉਹਦਾ ਸੀ? ਕਿਹਨੂੰ ਬਲੈਕਮੇਲ ਕੀਤਾ ਉਹਨੇ? ਅਸੀਂ ਉਹਨਾਂ ਨੂੰ, ਉਹ ਸੰਦੀਪ ਬਹਿਲ ਏਡੀਓ ਮੁਕਤਸਰ ਸਾਹਿਬ ਤੋਂ, ਉਹਨਾਂ ਨੇ ਮਤਲਬ ਜੱਜ ਬਣ ਕੇ ਕਈਆਂ ਘਰਾਂ ਨੂੰ, ਇੱਕ ਤਹਿਸੀਲਦਾਰ ਹੈ ਗਿੱਲ, ਇੱਕ ਦਲਜੀਤ ਸਿੰਘ ਰੀਡਰ ਹੈ, ਜਿਹੜੇ ਰਜਿਸਟਰਾਰ ਤਹਿਸੀਲਦਾਰ ਨੇ ਉਹ ਮੋਗੇ ਤੈਨਾਤ ਨੇ, ਇੱਕ ਆਪਣੇ ਡੀਸੀ ਸਾਹਿਬ ਦੀਆਂ ਅੱਖਾਂ ਦੇ ਨੱਕ ਦੇ ਥੱਲੇ ਦਲਜੀਤ ਸਿੰਘ ਜਿਹੜਾ ਉਹ ਕੰਮ ਕਰ ਰਿਹਾ। ਪਰ ਹੈਰਾਨਗੀ ਦੀ ਗੱਲ ਇਹ ਆ ਵੀ ਜਿਹੜੇ ਬੰਦੇ ਹੁਣ ਡੀਸੀ ਸਾਹਿਬ ਦੇ ਥੱਲੇ ਇੱਕ ਕਲਰਕ ਤੇ ਕਾਰਵਾਈ ਕਰਨੀ, ਮੁਅੱਤਲ ਕਰਨਾ ਕੋਈ ਖਾਸਾ ਗੱਲ ਨਹੀਂ ਹੁੰਦੀ, ਪਰ ਉਹਨਾਂ ਨੇ ਉਹਨਾਂ ਨੂੰ ਨਹੀਂ ਕੀਤਾ। ਸਾਨੂੰ ਮਰਨ ਵਰਤ ਦਾ ਰਾਹ ਇਸ ਕਰਕੇ ਚੁਣਨਾ ਪਿਆ। ਅਸੀਂ 3 ਦਿਨ ਤੋਂ ਕਿ ਲੰਮੇ ਸਮੇਂ ਤੋਂ, ਪਿਛਲੇ ਸਮੇਂ ਦੀਆਂ ਬਹੁਤ ਸਮੇਂ ਤੋਂ ਮਤਲਬ ਇਹ ਖਬਰਾਂ ਚੱਲ ਰਹੀਆਂ ਨੇ ਵੀ ਉਹਨੇ ਏਡੀਆਂ ਵੱਡੀਆਂ ਧਾਂਦਲੀਆਂ ਕੀਤੀਆਂ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਇੱਥੋਂ ਜਿਹੜੀ ਸਾਡੀ FIR ਸੀ ਫਾਈਲ ਉਹ ਚੱਕ ਕੇ ਤੇ ਮੋਗੇ ਲੈ ਗਏ। ਜਿਹੜੇ ਮੋਗੇ ਵਾਲੇ ਵੀਰ ਨੇ SP ਅਜੇ ਰਾਜ, ਉਹਨਾਂ ਨੇ ਸਾਨੂੰ ਮਤਲਬ ਉਸ ਇਨਕੁਆਇਰੀ ਤੋਂ ਵਿੱਚ ਸ਼ਾਮਲ ਕਰਨ ਤੋਂ ਆਨਾਕਾਨਾ ਕਰ ਰਹੇ ਨੇ। ਸਾਨੂੰ ਮਰਦਾ ਰਾਹ ਜਦੋਂ ਸਾਡੀ ਕੋਈ ਵੀ ਕਿਤੇ ਗੱਲਬਾਤ ਨਾ ਸੁਣੇ, ਕੋਈ ਸਾਡੀ ਸਰਕਾਰ ਨਾ ਸੁਣੇ, ਕੋਈ ਸਾਡਾ ਅਫਸਰ ਨਾ ਸੁਣੇ, ਫਿਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਪਹਿਲਾਂ ਤਾਂ ਅਸੀਂ ਰੋਡ ਜਾਮ ਕਰਦੇ ਹਾਂ, ਅਫਸਰਾਂ ਦਾ ਘਿਰਾਓ ਕਰਦੇ ਹਾਂ, ਜੇ ਫਿਰ ਵੀ ਕਿਤੇ ਕੋਈ ਗੱਲਬਾਤ ਨਹੀਂ ਸਿਰੇ ਚੜ੍ਹਦੀ, ਫਿਰ ਸਾਡੀ ਜਿਹੜੀ ਆਖਰੀ ਹੈ ਮਤਲਬ ਇਹ ਗੱਲਬਾਤ, ਇਹ ਰਾਹ ਤਾਂ ਚੁਣਨਾ ਪੈਂਦਾ ਵੀ ਸਰਕਾਰ ਗੂੰਗੀ ਬੋਲੀ ਨੂੰ ਪਤਾ ਲੱਗ ਸਕੇ। ਕਿਉਂ? ਪਹਿਲੇ ਦਿਨ DSP ਸਾਹਿਬ ਆਏ, ਉਹ ਕਹਿੰਦੇ ਵੀ ਅਗਲੇ ਦਿਨ ਤੁਹਾਡੀ ਦੁਪਹਿਰੇ ਮੁਲਾਕਾਤ ਕਰਾਵਾਂਗੇ, ਉਹ ਬਾਅਦ 'ਚ ਆਏ ਨਹੀਂ। ਉਸ ਤੋਂ ਅਗਲੇ ਦਿਨ 2 ਤਹਿਸੀਲਦਾਰ ਆ ਗਏ, ਉਹ ਕਹਿੰਦੇ ਜੀ ਅਸੀਂ ਤੁਹਾਡੇ ਮਸਲੇ ਦਾ ਹੱਲ ਕਰਾਂਗੇ। ਅਸੀਂ ਕਿਹਾ ਵੀ ਠੀਕ ਹੈ, ਵੈਲਕਮ। ਪਰ ਉਹ ਤਹਿਸੀਲਦਾਰ ਵੀ ਕੱਲ ਵੀ ਨਹੀਂ ਆਏ, ਉਹ ਪਰਸੋਂ ਆਏ ਸੀ। ਹੁਣ ਜਿਹੜੇ ਰਾਤ ਪੈ ਗਈ, ਜਦੋਂ ਕਿਤੇ ਵੀ ਕੋਈ ਚਾਰਾ ਨਹੀਂ ਰਿਹਾ, ਸਾਨੂੰ ਇਹ ਮਰਨ ਦਾ ਰਾਹ ਅਪਣਾਉਣਾ ਪਿਆ। ਕਿਸੇ ਨੂੰ ਕੋਈ ਇਨਸਾਫ ਨਾ ਮਿਲੇ ਤੇ ਫਿਰ ਸਾਡੀ ਜਿਹੜੀ ਜ਼ਿੰਦਗੀ ਹੈ, ਕਿਉਂਕਿ ਅਸੀਂ ਕਿਸਾਨੀ ਆਗੂ ਹੋਣ ਦੇ ਨਾਂ 'ਤੇ ਅਸੀਂ ਜਿਹੜਾ ਆਪਦਾ ਕਤਰਾ ਜਿਹੜਾ ਕਿਸਾਨੀ ਖਤਰ ਪਾਉਣ ਲਈ, ਕਿਉਂਕਿ ਜਿਹੜਾ ਉਹ ਬਹਿਲ ਸੰਦੀਪ ਉਹ ਸੈਂਪਲਾਂ ਦੀ ਹੇਰਾਫੇਰੀ ਕਰਦਾ ਹੈ। ਸੈਂਪਲ ਖਾਦਾਂ ਦੇ ਨੇ 2, ਬਾਕੀ ਕੀਟਨਾਸ਼ਕ ਪੈਸਟੀਸਾਈਡ ਦਵਾਈਆਂ ਦੇ ਨੇ, ਤੇ ਉਹ ਜਦੋਂ ਐਡੇ ਪੱਧਰ ਤੇ ਹੇਰਾਫੇਰੀ ਹੁੰਦੀ ਤੇ ਉਹ ਲੋਕਾਂ ਤੱਕ ਜਨਤਕ ਨਹੀਂ ਕੀਤੀ ਜਾਂਦੀ। ਜਿਹੜੀਆਂ ਕੰਪਨੀਆਂ ਨੇ ਉਹ ਆਪਦਾ ਬ੍ਰਾਂਡ ਵੇਚਣ 'ਚ ਕਾਮਯਾਬ ਹੋ ਜਾਂਦੀਆਂ ਨੇ। ਇਹ ਕੰਮ ਕਦੋਂ ਤੋਂ ਚੱਲ ਰਿਹਾ ਜਿਹੜਾ ਤੁਸੀਂ ਕਹਿੰਦੇ ਵੀ ਉਹ ਜਿਹੜਾ ਹੈਗਾ ਸੈਂਪਲਾਂ ਦੇ ਵਿੱਚ ਜਿਹੜੀ ਹੇਰਾਫੇਰੀ ਕਰਦੇ, ਕਦੋਂ ਤੋਂ ਚੱਲ ਰਿਹਾ? ਇਹ ਲਗਭਗ ਇਸ ਕੰਮ ਨੂੰ ਵੀ ਤਾਂ ਲਗਭਗ ਸਾਲ ਦੇ ਤੈਅ ਹੋ ਗਿਆ। ਉਦੋਂ ਦਾ ਵਿਰੋਧਤਾ ਕੀਤੀ ਜਾਂ ਹੁਣ ਹੀ ਕਰ ਰਹੇ? ਮੇਰੇ ਕੋਲ ਗੱਡੀ ਦੇ ਵਿੱਚ 50 ਫੋਟੋ ਕਾਪੀਆਂ ਪਈਆਂ, ਮੈਂ ਤੁਹਾਨੂੰ ਆ ਕੇ ਤੁਹਾਡੇ ਕੈਮਰੇ ਤੇ ਰੂਬਰੂ ਕਰਾ ਦੂੰ ਵੀ ਕਿੰਨੀਆਂ ਪ੍ਰੈਸ ਕਾਨਫਰੰਸ। ਇਹ ਤਾਂ ਨਹੀਂ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਕਿਸੇ ਹੋਰ ਦੇ ਇਸ਼ਾਰੇ ਤੇ, ਕਿਉਂਕਿ ਇਹ ਵੀ ਗੱਲਾਂ ਕਈ ਵਾਰੀ ਉੱਡ ਪੈਂਦੀਆਂ। ਸਾਡੇ ਕੋਲੇ ਮਤਲਬ ਆਮ ਆਦਮੀ ਪਾਰਟੀ ਦਾ ਤਾਂ ਸਾਡੇ ਵਿੱਚ ਹੀ ਬੈਠਾ ਜਿਹਦੇ ਖਿਲਾਫ ਜਿਹਨੇ ਕਾਰਵਾਈ ਕਰਾਈ ਹੈ। ਸਾਡਾ ਸਰਕਾਰਾਂ ਨਾਲ ਕੋਈ ਲੱਖਾ ਨਹੀਂ, ਅਸੀਂ ਪਹਿਲਾਂ ਤੋਂ ਹੀ ਗੈਰ ਰਾਜਨੀਤਿਕ, ਅੱਜ ਵੀ ਗੈਰ ਰਾਜਨੀਤਿਕ ਨਾ। ਅਸੀਂ ਕਿਸੇ ਦੇ ਇਸ਼ਾਰੇ ਤੇ ਕੰਮ ਕਰਦੇ, ਜੇ ਕਿਸੇ ਦੇ ਇਸ਼ਾਰੇ ਤੇ ਕੰਮ ਕਰਦੇ ਹੁੰਦੇ ਤੇ ਸਵੇਰ ਦਾ DC ਸਾਹਿਬ ਤੇ SSP ਸਾਹਿਬ ਮੂੰਗਫਲੀ ਦੀ ਰੋੜੀਆਂ ਵੰਡ ਕੇ ਸਾਡੇ ਮੂੰਹ 'ਚ ਪਾ ਰਿਹਾ। ਪਰ ਜੇਕਰ ਅਸੀਂ ਉਹ ਟੋਫੀਆਂ ਨਹੀਂ ਖਾਧੀਆਂ, ਲੋਲੀਪੌਪ ਨਹੀਂ ਖਾਧਾ, ਤੇ ਅਸੀਂ ਕਿਸਾਨਾਂ ਨੂੰ ਇਨਸਾਫ ਲੈ ਕੇ ਦੇਣ ਵਿੱਚ ਆਪਦਾ ਸਫਲ ਹੋਵਾਂਗੇ। ਅਸੀਂ ਨਾ ਤਾਂ ਕਿਸੇ ਦੇ ਇਸ਼ਾਰੇ ਤੇ ਕਦੇ ਕੋਈ ਅੰਦੋਲਨ ਲੜਿਆ, ਅਸੀਂ ਆਪਦੇ ਬਲਬੂਤੇ ਤੇ ਅੰਦੋਲਨ ਲੜਦੇ ਹਾਂ, ਨਾ ਕਿ ਅਸੀਂ ਕਿਸੇ ਦੇ ਇਸ਼ਾਰੇ ਤੇ। ਮੈਂ ਤੁਹਾਡੇ ਕੋਲ ਫਿਰ ਆਉਂਗਾ। ਨਿਰਮਲ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਹੜਾ ਫੋਨ ਤੇ ਬਲੈਕਮੇਲਿੰਗ ਹੈ ਕਿਸ ਤਰੀਕੇ ਦੀ ਹੈ? ਕਿ ਕਿੱਦਾਂ ਕੋਈ ਬੰਦਾ ਜੱਜ ਬਣ ਕੇ, ਹੁਣ ਮੈਂ ਕਿਸੇ ਨੂੰ ਕਹਾਂ ਮੈਂ ਪੱਤਰਕਾਰ ਬੋਲਦਾ, ਮੈਂ ਹੈਗਾ ਪੱਤਰਕਾਰ, ਮੈਂ ਅਗਲੇ ਨੂੰ ਕਹਾਂ ਜੀ ਮੈਂ DC ਫਲਾਣੇ ਸ਼ਹਿਰ ਦਾ ਬੋਲਦਾ, ਇਹਦੇ 400 ਵੀ ਆ, ਕਿੱਦਾਂ ਕਿਸੇ ਨੂੰ ਫੋਨ ਕਰ ਸਕਦਾ? ਵੇਖੋ ਅੱਡੋ ਅੱਡੀ ਲੋਕਾਂ ਦਾ ਕੰਮ ਕਰਨ ਦਾ ਤਰੀਕਾ, ਜਿਹੜੇ ਬਲੈਕਮੇਲ ਵਾਲੇ ਕਰ ਜਾਂਦੇ ਆ, ਸਾਰੇ ਸਬੂਤ ਆ, ਰਿਕਾਰਡਿੰਗਾਂ ਹੈ ਤੁਹਾਡੇ ਕੋਲੇ? ਸਾਡੇ ਕੋਲੇ ਜਿਹੜੇ ਬੰਦੇ FRI ਦਰਜ ਜਿਹਦੇ ਵੱਲੋਂ FRI ਦਰਜ ਕਰਵਾਈ ਗਈ ਹੈ, ਉਹ ਇੱਥੇ ਸੁਪਰਡੈਂਟ ਸੀ ਆਪਣੇ DC ਆਫਿਸ। ਉਹਦੇ ਕੋਲੇ ਜਦੋਂ ਇਹਨਾਂ ਨੇ ਜੱਜ ਬਣ ਕੇ ਫੋਨ ਕੀਤਾ, ਇੱਥੇ ਆਪਣੇ ਸੈਸ਼ਨ 'ਚ ਜੱਜ ਲੱਗਿਆ ਸੀ, ਉਹਦੇ ਨਾਂ ਤੇ ਫੋਨ ਹੋਇਆ, ਤਾਂ ਕੁਦਰਤੀ ਜਿਹੜਾ ਸੁਪਰਡੈਂਟ ਸੀ ਉਹ ਜੱਜ ਨੂੰ ਜਾ ਮਿਲਿਆ ਵੀ ਜੱਜ ਸਾਹਿਬ ਤੁਸੀਂ ਮੈਨੂੰ ਯਾਦ ਕੀਤਾ ਸੀ, ਮੈਂ ਆ ਗਿਆ। ਤੁਹਾਡਾ ਫੋਨ ਆਇਆ ਸੀ ਤੇ ਉਹ ਕੋਈ ਫੋਨ ਕੀਤਾ ਹੀ ਨਹੀਂ। ਜਦੋਂ ਉਹਨਾਂ ਨੇ ਫੋਨ ਕੀਤਾ ਜੀ ਇਸ ਕਾਲ ਇਹਦੇ ਤੋਂ ਤੁਹਾਡੇ ਨਾਂ ਤੇ ਫੋਨ ਆਈ, ਤੁਸੀਂ ਆਪ ਗੱਲ ਕੀਤੀ ਹੈ, ਤੇ ਉਦੋਂ ਗੱਲ ਕਲੀਅਰ ਹੋ ਗਈ ਵੀ ਇਹ ਤਾਂ ਬੰਦਾ ਫਰੋਡੀ ਹੈ। ਉਹ ਸੁਪਰਡੈਂਟ ਵੀ ਉਸ ਗੱਲ ਤੋਂ ਇਹਦੇ ਮਗਰ ਪਿੱਛੇ ਲੱਗ ਗਿਆ। ਜੱਜ ਦਾ ਆਪਦੇ ਆਪ ਨੂੰ ਉਹ ਜਿਹੜਾ ਹੈਗਾ ਦੱਸਦਾ ਸੀ ਮੈਂ ਫਲਾਣਾ, ਮੈਨੂੰ ਹੈਗਾ ਉਹ ਆਪਣੇ ਸੁਪਰਡੈਂਟ ਜਿਹੜੇ ਜਿਹਦੇ ਨਾਂ ਜਿਹਨੇ FRI ਕਰਾਈ ਸਰ ਤੇ ਜੱਜ ਸਾਹਿਬਾਨ ਦਾ ਨਾਮ ਮੁਕਤਸਰ ਦੇ ਉਹਦੇ ਨਾਂ ਤੇ ਆ, ਜਿਹੜਾ ਉਹ ਆਪਣਾ ਸੁਪਰਡੈਂਟ ਸੀਗਾ DC ਆਫਿਸ ਦਾ, ਉਹਨੇ ਫਿਰ ਇਹਦੀਆਂ ਰਿਕਾਰਡਿੰਗਾਂ ਕਰਨੀਆਂ ਸ਼ੁਰੂ ਕਰਤੀਆਂ। ਲਗਭਗ ਉਹਨੇ 10 ਰਿਕਾਰਡਿੰਗਾਂ ਕੀਤੀਆਂ। ਉਦੋਂ ਤੱਕ ਬਹਿਲ ਆ ਜਿਹੜਾ ਡਾਕਟਰ, ਇਹਨੇ ਪਿੱਛੇ ਸਾਡੇ ਜਿਹੜੇ ਸੰਦ ਮਿਲੇ ਆ ਲੋਕਾਂ ਨੂੰ, ਕਿਸਾਨਾਂ ਨੂੰ, ਸਬਸਿਡੀ ਵਾਲੇ, ਉਹਦੇ 'ਚ ਵੀ ਵੱਡੀ ਧਾਂਦਲੀ ਕੀਤੀ ਹੈ।
ਲੋਕਾਂ ਤੋਂ ਪੈਸੇ ਲੈ ਕੇ ਫੈਲਾਂ ਕੱਢੀਆਂ ਜਾਂ ਇਹਨਾਂ ਨੇ ਜਿਹੜਾ ਡੀਲਰ ਨਾਲ ਰਲਿਆ। ਤਾਂ ਸਾਡੇ ਕਿਸਾਨਾਂ ਦੇ ਜਦੋਂ ਸੰਦ ਚੈੱਕ ਹੋਣ ਨੂੰ ਮੰਡੀ 'ਚ ਇਕੱਠੇ ਹੋਏ, ਇੱਕ ਸੰਦ ਤੇ ਪੈਂਚ ਲੱਗਿਆ ਹੋਣ ਕਰਕੇ ਪਿੱਛੇ ਕਿਤੇ ਲੱਗਿਆ ਸੀ, ਉਹਦੇ ਕਰਕੇ ਕਿਤੇ ਕਿਸਾਨਾਂ ਦੀ ਤੇ ਏਡੀਓ ਜਿਹੜੇ ਦੂਜੇ ਮੁੰਡੇ ਸੀ ਬਹਿਲ ਦੇ ਨਾਲ, ਉਹਨਾਂ ਨਾਲ ਕਿਤੇ ਇਹਨਾਂ ਦਾ ਆਪਸ ਵਿੱਚ ਬੋਲ ਬੁਲਾਰਾ ਹੋ ਗਿਆ, ਕਿਤੇ ਤੂੰ ਮੈਂ ਹੋ ਗਈ। ਜਿਹੜਾ ਡਾਕਟਰ ਬਹਿਲ ਸੀ ਇਹਨੇ ਫਿਰ ਜੱਜ ਬਣ ਕੇ ਤਹਿਸੀਲਦਾਰ ਦੇ ਰਾਹੀਂ ਤਹਿਸੀਲਦਾਰ ਨੂੰ ਫੋਨ ਕਰਕੇ ਤੇ ਡੀਸੀ ਤੇ ਪ੍ਰਭਾਵ ਪਾ ਕੇ ਤੇ ਸਾਡੀ ਜਿਹੜੀ ਗ੍ਰਾਮ ਪੰਚਾਇਤ ਮੰਗ ਟਕੇਰ ਸੀ ਉਹਨਾਂ ਦੇ ਪਰਚਾ ਦਰਜ ਕਰਾਤਾ ਵੀ ਸਾਡੇ ਨਾਲ ਉੱਥੇ ਜਿਹੜਾ ਮੈਂ ਜੱਜ ਬੋਲਦਾ, ਮੇਰਾ ਭਾਈ ਉੱਥੇ ਡਿਊਟੀ ਕਰਦਾ ਫਲਾਨਾ ਏਡੀਓ, ਉਹਨਾਂ ਨਾਲ ਉੱਥੇ ਬਦਸਲੂਕੀ ਹੋਈ ਆ। ਅਸਲ 'ਚ ਇਹ ਸੀ ਖੁਦ ਏਡੀਓ ਔਰ ਇਹਨੇ ਇਹ ਕਹਤਾ ਮੇਰਾ ਭਰਾ ਏਡੀਓ ਔਰ ਮੈਂ ਫਲਾਣਾ ਜੱਜ ਬੋਲਦਾ। ਹਾਂਜੀ, ਉਹ ਡੀਸੀ ਸਾਹਿਬ ਨੂੰ ਝੂਠ ਮਾਰ ਕੇ ਇਹਨਾਂ ਨੇ ਪਰਚਾ ਦਰਜ ਕਰਵਾਤਾ ਉਹਨਾਂ ਕਿਸਾਨਾਂ ਤੇ ਨਜਾਇਜ਼। ਜੋ ਤੂੰ ਮੈਂ ਕੋ ਬਹੁਤਾ ਹੈ ਨਹੀਂ, ਇਹੋ ਜਿਹਾ ਕੁਝ ਹੋ ਜਾਂਦਾ ਆਮ ਜਦੋਂ ਕਿਤੇ ਗਲਤ ਹੋਵੇ, ਕਿਉਂਕਿ ਜਦੋਂ ਇੱਕ ਸੰਦ ਤੇ ਪੈਂਚ ਸੀ ਲੱਗਿਆ ਪਹਿਲਾਂ, ਉਹ ਸੰਦ ਰਿਜੈਕਟ ਹੁੰਦਾ ਸੀ ਕਿਸਾਨਾਂ ਕੋਲੇ, ਬਾਕੀ ਸੰਦ ਹੋਰ ਸੀਗੇ 5 ਜਿਨ੍ਹਾਂ ਨੂੰ ਵੈਰੀਫਾਈ ਕਰਕੇ ਉਹਨਾਂ ਨੇ ਉਹਨਾਂ ਦੀ ਰਿਪੋਰਟ ਕਰਨੀ ਸੀ। ਏਡੀਓ ਕਹਿੰਦੇ, ਇਹ ਬਹਿਲ ਵੀ ਕਹਿੰਦਾ, ਦੂਜੇ ਵੀ ਕਹਿੰਦੇ ਅਸੀਂ ਇਹਨਾਂ ਦੀ ਕੋਈ ਰਿਪੋਰਟ ਨਹੀਂ ਕਰਨੀ, ਤੇ ਉੱਥੇ ਤੂੰ ਮੈਂ ਹੋਣੀ ਸੁਭਾਵਿਕ ਸੀਗੀ। ਪਰ ਇਸ ਬੰਦੇ ਨੇ ਜੱਜ ਬਣ ਕੇ ਫੋਨ ਕਰਾ ਕੇ ਸਾਡੇ ਕਿਸਾਨਾਂ ਤੇ ਨਜਾਇਜ਼ ਪਰਚਾ ਕਰਵਾਇਆ। ਉਸ ਤੋਂ ਬਾਅਦ ਜਦੋਂ ਅਸੀਂ ਇਹਦੀ ਪੈੜ ਨੱਪੀ, ਫਿਰ ਇਹਨੇ ਸੈਂਪਲ ਭਰੇ ਮਾਰਕੀਟ ਦੇ ਵਿੱਚੋਂ 5, ਜਿਹੜੇ 3 ਪੈਸਟੀਸਾਈਡ ਦੇ ਸੀ, 2 ਸਰਟੀਫਾਈਡ ਸੀ, ਦੂਜੇ ਸੀ ਸਪਰੇ ਖਾਦ ਦੇ ਸੀ। ਤਾਂ ਇੱਕ ਆਉਂਦਾ ਸੈਂਪਲ ਜਿਹੜਾ ਇਹਨੇ ਗਾਇਬ ਕਰਤਾ। 5 ਸੈਂਪਲ ਭਰੇ, 5 ਚੋਂ ਇੱਕ ਗਾਇਬ ਕਰਤਾ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਇੱਥੇ ਆ ਗਿਆ ਉਹ ਸੈਂਪਲ ਸੀ ਜਿਹੜੇ ਜ਼ਿਲ੍ਹਾ ਅਫਸਰ ਦੇ ਆ ਗਏ, ਜ਼ਿਲ੍ਹਾ ਅਫਸਰ ਦੇ ਵੀ ਆ ਗਏ, ਉੱਥੋਂ ਸੀਲਾਂ ਲੱਗ ਕੇ ਆਈਆਂ ਸੀ। ਇੱਥੇ ਆ ਕੇ ਜਦੋਂ ਇਹਨੇ ਫਿਰ ਜਿਹੜਾ ਸਾਡਾ ਜ਼ਿਲ੍ਹਾ ਅਫਸਰ ਸੀ ਉਹਦੀ ਅਲਮਾਰੀ ਖੋਲ ਕੇ ਰੱਬ ਜਾਣੇ ਚਾਬੀ ਚੋਰੀ ਕੀਤੀ, ਰੱਬ ਜਾਣੇ ਕਿਵੇਂ ਚੱਕੀ, ਚਾਬੀ ਚੋਰੀ ਕਰਕੇ ਇਹਨੇ ਸੈਂਪਲਾਂ ਦੀਆਂ ਸੀਲਾਂ ਤੋੜੀਆਂ, ਜਾਣੀ ਉਹਨਾਂ ਨਾਲ ਛੇੜਛਾੜ ਕੀਤੀ। ਜਦੋਂ ਇੱਥੇ ਰੌਲਾ ਪੈ ਗਿਆ, ਸਾਨੂੰ ਵੀ ਪਤਾ ਲੱਗ ਗਿਆ ਵੀ ਸੈਂਪਲਾਂ ਨਾਲ ਛੇੜਛਾੜ ਹੋ ਗਈ। ਅਸੀਂ ਐਪਲੀਕੇਸ਼ਨ ਦਿੱਤੀ, ਉਹਦੇ ਥਰੂ ਇਹਨਾਂ ਨੇ ਕਮੇਟੀ ਬਣਾਈ ਖੇਤੀਬਾੜੀ ਵਾਲਿਆਂ ਨੇ ਵੀ ਅਸੀਂ ਏਡੀਓ ਜਿਹੜੇ ਸਾਡੇ ਡਾਕਟਰ ਆ, ਜ਼ਿਲ੍ਹਾ ਅਫਸਰ ਆ, ਇਹ ਬੈਠੂਗਾ ਤਾਂ ਕਮੇਟੀ ਬਣਾ ਕੇ ਅਸੀਂ ਜਿਹੜੀ ਰਿਪੋਰਟ ਤਿਆਰ ਕਰਾਂਗੇ ਵੀ ਸੈਂਪਲਾਂ ਨਾਲ ਛੇੜਛਾੜ ਹੋਈ ਆ ਕਿ ਨਹੀਂ। ਇਹਨਾਂ ਨੇ ਆਪਦੀ ਰਿਪੋਰਟ 'ਚ ਲਿਖਤਾ ਵੀ ਸੈਂਪਲਾਂ ਨਾਲ ਛੇੜਛਾੜ ਹੋਈ ਆ, ਪਰ ਇੱਥੇ ਜ਼ਿਲ੍ਹਾ ਅਫਸਰ ਨੇ ਬਚਾਤਾ ਉਹਨੂੰ, ਬਹਿਲ ਦਾ ਨਾਂ ਨਹੀਂ ਪਾਇਆ ਵੀ ਡਾਕਟਰ ਬਹਿਲ ਨੇ ਛੇੜਛਾੜ ਕੀਤੀ, ਜਦੋਂ ਕਲੀਅਰ ਸੀ ਛੇੜਛਾੜ ਹੋਈ ਹੈ। ਫਿਰ ਕਰ ਕੌਣ ਗਿਆ? ਡਾਕਟਰ ਬਹਿਲ। ਅਸੀਂ ਥੋੜੋ ਕਰ, ਇਹੀ ਤਾਂ ਗੱਲ ਹੈ ਨਾ ਵੀ ਤੇਰੇ ਦਫ਼ਤਰ ਦੇ ਵਿੱਚੋਂ ਸੈਂਪਲ ਚੋਰੀ ਹੋ ਕੇ ਛੇੜਛਾੜ ਹੋ ਜਾਂਦੀ ਹੈ। ਜਿਹੜਾ ਬੰਦਾ ਤੇਰੇ ਦਫ਼ਤਰ ਆਉਂਦਾ ਉਹੀ ਕਰੂਗਾ ਨਾ, ਜਿਹੜਾ ਬੰਦਾ ਪਿੱਛੋਂ 5 ਲਿਆਇਆ ਸੀ 4 ਛੱਡੇ ਉਹੀ ਕਰੂਗਾ ਨਾ, ਜਿਹੜਾ ਜੱਜ ਬਣ ਕੇ ਕਰਦਾ ਫੋਨ ਉਹੀ ਕਰੂਗਾ ਨਾ, ਜਿਹੜਾ ਭਰ ਕੇ ਲਿਆਇਆ ਉਹਨੂੰ ਹੀ ਉਹਨਾਂ ਸੈਂਪਲਾਂ ਦਾ ਮਤਲਬ ਲੈਣਾ। ਸੋ ਜਿਹੜਾ ਇੱਥੇ ਆਉਂਦਾ ਜ਼ਿਲ੍ਹਾ ਅਫਸਰ ਆ ਖੇਤੀਬਾੜੀ, ਉਹ ਵੀ ਬਹਿਲ ਨੂੰ ਬਚਾਉਣ ਤੇ ਆ। ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ, ਲਗਭਗ 3 ਮਹੀਨੇ ਹੋ ਗਏ ਪਰਚਾ ਕੱਟੇ ਨੂੰ, ਹਜੇ ਤੱਕ ਕੋਈ ਕਾਰਵਾਈ ਨਹੀਂ। ਉਹ ਇਨਕੁਆਇਰੀ ਪਹਿਲਾਂ ਇੱਥੇ ਲੱਗੀ ਸੀ, ਉਹ ਚੱਕ ਕੇ ਕਿਸੇ ਰਸ ਰਸੂਖ ਨਾਲ ਰੱਬ ਜਾਣੇ ਕਿਹਦੇ ਨਾਲ ਗੰਢ ਤੋਪ ਕੀਤੀ, ਇਨਕੁਆਇਰੀ ਚੱਕ ਕੇ ਉਹ ਲੈ ਗਿਆ ਮੋਗੇ, ਜਿਹੜਾ ਤਾਂ ਸਰਕਾਰ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਸੀ। ਜਿਹੜੀ ਇਹਨਾਂ ਦੀ ਰਿਪੋਰਟ ਸੀ ਖੇਤੀਬਾੜੀ ਵਾਲਿਆਂ ਦੀ, ਉਹਦੇ 'ਚ ਉਹਨਾਂ ਨੇ ਡਾਇਰੈਕਟਰ ਨੇ ਉਹਨੂੰ ਬਹਾਲ ਵੀ ਕਰ ਦਿੱਤਾ। ਕੋਈ ਗਲਤੀ ਨਹੀਂ ਹੋਈ, ਇਹਦੀ ਕੋਈ ਗਲਤੀ ਨਹੀਂ ਹੋਈ। ਵੇਖੋ ਬੰਦੇ ਤੇ ਪਰਚਾ ਹੈ, ਰਿਕਾਰਡਿੰਗਾਂ ਵੀ ਇਹ ਜੱਜ ਬਣ ਕੇ ਵੀ ਫੋਨ ਕਰਦਾ, ਲੋਕਾਂ ਨੂੰ ਗੁੰਮਰਾਹ ਕਰਦਾ, ਮਾਰਕੀਟ 'ਚੋਂ ਵੀ ਪੈਸੇ ਕੱਢਦਾ, ਕਿਸਾਨਾਂ ਤੋਂ ਵੀ ਜਿਹੜੇ ਸਬਸਿਡੀ ਵਾਲੇ ਪੈਸੇ ਸੀ ਬਹੁਤ ਖਾ ਗਿਆ ਪਹਿਲਾਂ ਜਮ੍ਹਾਂ ਕਰਾਉਂਦੇ, ਤਾਂ ਸੈਂਪਲਾਂ ਦੀ ਵੀ ਚੋਰੀ ਕੀਤੀ ਉਸ ਬੰਦੇ ਨੇ। ਤਾਂ ਇਹਨਾਂ ਦੇ ਖੇਤੀਬਾੜੀ ਮਹਿਕਮੇ ਨੇ ਤਾਂ ਬਹੁਤ ਜਲਦੀ ਉਹਨਾਂ ਨੂੰ ਬਹਾਲ ਕਰਤਾ। ਤਾਂ ਫਿਰ ਚਿਰ ਪਹਿਲਾਂ ਕੀਤਾ, ਪਿਛਲੀ ਸਰਕਾਰ 'ਚ ਹੁਣ ਕੀਤਾ? ਇਹ ਮੇਰੇ ਖਿਆਲ 'ਚ ਪ੍ਰਧਾਨ ਜੀ ਨੂੰ ਪਤਾ ਵੀ 2 ਦਿਨ ਹੋਏ 4 ਦਿਨ ਬਹਾਲ, ਹਜੇ ਕਲੀਅਰ ਨਹੀਂ ਹੋਇਆ ਵੀ ਕਿਹੜੀ ਡੇਟ ਦਾ ਬਹਾਲ ਕੀਤਾ। ਇਹ ਹੈਗਾ ਵੀ ਬਹਾਲ ਕਰਤਾ, ਸਿਰਫ ਜੁਆਇਨਿੰਗ ਲੈਟਰ ਦੇਣੀ ਵੀ ਕਿਹੜੇ ਹੁਣ ਕਿੱਥੇ ਲਾਉਣਾ ਉਹਨੂੰ। ਹੁਣ ਦਿਨਾਂ ਦੀ ਗੱਲ ਹੀ ਹੈ। ਹਾਂ ਹੁਣ 5-7 ਦਿਨਾਂ ਦੇ ਵਿੱਚ ਹੋਇਆ ਵੀ ਡੇਟ ਦਾ ਨਹੀਂ ਪਤਾ ਕਿਹੜੀ ਦੇ। ਇਹ ਕਲੀਅਰ ਹੋ ਗਿਆ ਕਿਉਂਕਿ ਸਾਡੀ ਜਿਹੜੀ ਮੀਟਿੰਗ ਹੋਈ ਐਸਐਸਪੀ ਸਾਹਿਬ ਨਾਲ, ਇੱਥੋਂ ਐਸਐਸਪੀ ਸਾਹਿਬ ਦੀ ਮੋਗੇ ਵਾਲੇ ਦੀ ਹੋਈ, ਜਿਨ੍ਹਾਂ ਦੀ ਇਨਕੁਆਇਰੀ ਲੱਗੀ ਸੀ, ਉੱਥੋਂ ਉਹਨਾਂ ਨੇ ਗੱਲ ਕੀਤੀ ਹੈ ਮਹਿਕਮੇ ਨਾਲ ਖੇਤੀਬਾੜੀ ਨਾਲ, ਉਹ ਕਹਿੰਦੇ ਜੀ ਬਹਾਲ ਤਾਂ ਹੋ ਗਿਆ। ਉਹ ਇਹਦਾ ਮਤਲਬ ਆ ਵੀ ਜਿਹੜੇ ਬੰਦੇ ਐਡੇ ਕਰਪਟ ਬੰਦੇ ਬਹਾਲ ਹੋਣਗੇ ਤੇ ਸਿੱਧੀ ਜਿਹੜੀ ਸਾਡੀ ਚੋਟ ਆ ਹੁਣ ਮਾਨ ਸਰਕਾਰ ਤੇ ਹੈ ਵੀ ਸਾਨੂੰ ਐਂ ਲੱਗਦਾ ਜਿਵੇਂ ਮਾਨ ਸਰਕਾਰ ਵੀ ਬੇਈਮਾਨ ਹੋ ਨਿਕਲੀ। ਮਾਨ ਨਹੀਂ, ਇਹ ਬੇਈਮਾਨ ਕਹੀ ਜਾਊਗੀ। ਜਿਨ੍ਹਾਂ ਨੇ ਇਹ ਵਾਅਦਾ ਕੀਤਾ ਸੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ, ਅੱਜ ਇੱਕ ਭ੍ਰਿਸ਼ਟਾਚਾਰ ਨੂੰ ਇਹ ਬਚਾਉਣ ਵਾਸਤੇ 4 ਦਿਨਾਂ ਤੋਂ ਕਿਸਾਨ ਬੈਠੇ ਨੇ, 4 ਦਿਨਾਂ ਤੋਂ ਗੱਲ ਨਹੀਂ ਸੁਣੀ। ਕਹਿੰਦੇ ਅਸੀਂ ਬੜੇ ਸੁੱਚੇ ਆ, ਦੇਖੋ ਕਹਿੰਦੇ ਅਸੀਂ ਆਪਦਾ ਮਾਨਸੇ ਵਾਲਾ ਐਮਐਲਏ ਟੰਗਤਾ ਸੀਗਾ। ਟੰਗਤਾ ਹੋਣਾ, ਇੱਥੇ ਤਾਂ ਸਾਨੂੰ ਲੁੱਚੇ ਜਾਪਦੇ ਆ। 4 ਦਿਨ ਹੋ ਗਏ ਬੈਠਿਆਂ ਨੂੰ। ਉਹ ਕਹਿੰਦੇ ਸਾਡੇ ਕੋਲ ਪ੍ਰੂਫ ਹੈ, ਤੇ ਉਹੋ ਹੀ ਪ੍ਰੂਫ ਕਿਤੇ ਮਾਨ ਸਾਹਿਬ ਨੇ ਕੋਰਟ 'ਚ ਪੇਸ਼ ਹੀ ਨਹੀਂ ਕੀਤੇ। ਉਹੋ ਹੀ ਆਣ ਕੇ ਆਪਦੀਆਂ ਪੂਰੀਆਂ ਪਾਵਰਾਂ ਵਾਲੇ ਲੈ ਕੇ ਲੋਕਾਂ 'ਚ ਵਿਚਰ ਰਹੇ। ਇੱਥੇ ਵੀ ਹੈਗੇ ਤੁਹਾਡੇ ਕੋਲੇ ਪ੍ਰੂਫ ਤਾਂ ਸਾਡੇ ਕੋਲ ਹੈਗੇ, ਪਰ ਉਹਨਾਂ ਨੇ ਤਾਂ ਕੋਰਟ 'ਚ ਦਾਖਲ ਨਹੀਂ ਕੀਤੇ। ਅਸੀਂ ਹਾਈ ਕੋਰਟ ਵੀ ਜਾਵਾਂਗੇ, ਅਸੀਂ ਸਾਰਾ ਕੁਝ ਕਰਾਂਗੇ ਜੇ ਸਾਡੀ ਸਰਕਾਰ ਇਹਨੇ ਗੱਲ ਨਹੀਂ ਸੁਣੀ। ਜਿਹੜੇ ਅਫਸਰ ਇਸ ਕੰਮ 'ਚ ਕਤਾਈ ਕਰ ਰਹੀ, ਭਾਵੇਂ ਕੋਈ ਪੁਲਿਸ ਕਰ ਰਹੀ, ਭਾਵੇਂ ਕੋਈ ਸਿਵਲ ਪ੍ਰਸ਼ਾਸਨ, ਅਸੀਂ ਉਹਨਾਂ ਨੂੰ ਵੀ ਟੰਗਾਂਗੇ। ਸਾਨੂੰ ਕਾਲ ਰਿਕਾਰਡਿੰਗ ਜ਼ਰੂਰ ਸੁਣਾ ਦਿਓ। ਤੁਹਾਡੇ ਨਾਲ ਸਾਰਾ ਹੋਇਆ ਜੀ, ਫੋਨ ਤੁਹਾਨੂੰ ਆਉਂਦਾ ਰਿਹਾ? ਲਓ ਜੀ, ਤੁਹਾਡਾ ਕੀ ਨਾਮ ਹੈਗਾ? ਲਓ ਜੀ, ਜਿਨ੍ਹਾਂ ਨੂੰ ਏਡੀਓ ਜੱਜ ਬਣ ਕੇ ਫੋਨ ਕਰਦਾ ਰਿਹਾ ਉਹ ਵੀ ਸਾਡੇ ਨਾਲ ਮੌਜੂਦ ਹੈ। ਤੁਹਾਡਾ ਨਾਮ ਕੀ ਹੈ? ਮੈਂ ਵਰਿੰਦਰ ਢੋਸੀਵਾਲ ਜੀ। ਜੀ, ਤੁਸੀਂ ਆਮ ਆਦਮੀ ਪਾਰਟੀ ਨਾਲ ਵੀ ਵਾਸਤਾ ਰੱਖਦੇ? ਹਾਂਜੀ ਹਾਂਜੀ ਹਾਂਜੀ। ਅੱਛਾ, ਤੁਸੀਂ ਆਪ ਦੇ ਮਤਲਬ ਵਰਕਰ ਹੋ ਜਾਂ ਕੁਝ ਅਹੁਦੇਦਾਰ ਵੀ ਰਹੇ? ਵਰਕਰ ਵੀ ਹੈ ਜੀ। ਵਰਕਰ ਰਹੇ। ਹਾਂਜੀ। ਤਾਂ ਮੈਂ ਸ਼ੁਰੂਆਤ 'ਚ ਗੱਲ, ਕਿਉਂਕਿ ਮੈਂ ਜਦੋਂ ਆ ਕੇ ਪੁੱਛਿਆ ਕਹਿੰਦੇ ਵੀ ਕਿਸਾਨਾਂ ਨਾਲ ਧੋਖਾ ਹੋ ਗਿਆ, ਮੈਂ ਕਿਹਾ ਵੀ ਇਮਾਨਦਾਰੀ ਦੀ ਸਰਕਾਰ ਹੋਵੇ, ਭ੍ਰਿਸ਼ਟਾਚਾਰਾਂ ਦੇ ਖਿਲਾਫ। ਤੁਸੀਂ ਹੁਣ ਦੱਸੋ ਪਹਿਲਾਂ ਇੱਕ ਐਜ਼ ਏ ਆਪ ਦੇ ਵਰਕਰ ਜਾਂ ਇੱਕ ਪੰਜਾਬ ਦਾ ਕਿਸਾਨ ਕੀ ਕਹਿੰਦੇ ਹੋ ਬਾਵਲੇ?
ਪੰਜਾਬ ਦੇ ਕਿਸਾਨ ਜਿਹੜੇ ਹੈਗੇ ਆ ਉਹ ਜਿਵੇਂ ਕਿ ਸਾਡੇ ਕਿਸਾਨ ਖੁਦਕਸ਼ੀਆਂ ਕਰ ਰਹੇ ਹੈਗੇ ਆ, ਨਕਲੀ ਸਪਰੇਆਂ ਜਾਂ ਜਿਹੜੇ ਬੀਜ ਹੈਗੇ ਆਉਂਦੇ ਸਾਡੇ ਕੋਲੇ, ਉਹਦੇ 'ਚ ਆਉਣ ਕਰਕੇ ਜਿਹੜੇ ਹੈਗੇ ਵੇਖੋ ਜਿਹੜਾ ਸੰਦੀਪ ਬਹਿਲ ਏਡੀਓ ਹੈ, ਜਿਹੜੇ ਪਿੱਛੇ ਜੀ ਸੈਂਪਲ ਭਰੇ ਗਏ, ਮੰਡੀ 'ਚੋਂ 5 ਆਏ, 4 ਆਏ, ਇੱਕ ਜਿਹੜਾ ਰਸਤੇ ਦੇ ਵਿੱਚ ਹੀ ਗੈਪ ਹੋ ਜਾਂਦਾ ਹੈਗਾ, ਇਹ ਦੱਸਦਾ ਹੈਗਾ ਵੀ ਇਹ ਉਹਦੀ ਮਿਲੀ ਭੁਗਤ ਹੋਣ ਕਰਕੇ ਖਾਸ ਕਰਦਾ ਹੋਊਗਾ ਕਿਸੇ ਹੋਊਗਾ ਜੀ, ਕਿਸੇ ਲੀਡਰ ਦਾ ਜਾਂ ਕਿਸੇ ਵੀ ਬੰਦੇ ਦਾ ਕਿਵੇਂ ਸੈਟਿੰਗ ਹੋ ਗਈ ਕਿਤੇ ਆਉਂਦੇ ਆਉਂਦੇ ਦੀ ਰਸਤੇ 'ਚ, ਕਿਉਂਕਿ ਮੰਡੀ ਤੋਂ ਇੱਥੋਂ 4-5 ਕਿਲੋਮੀਟਰ ਪੈਂਦਾ, ਇੰਨੇ 'ਚ ਕੋਈ ਸੈਟਿੰਗ ਹੋ ਗਈ ਹੋਣੀ ਉਹਦੀ, ਉਹ ਇੱਥੇ ਰਹਿ ਸਿੰਪਲ ਰਹਿ ਗਈ। ਤੁਹਾਨੂੰ ਫੋਨ ਵਾਲੀ ਗੱਲ ਕਰਦੇ, ਤੁਹਾਨੂੰ ਫੋਨ ਆਉਂਦਾ ਰਿਹਾ ਆਈਡੀਓ ਦਾ? ਮੈਨੂੰ ਜੀ ਏਡੀਓ ਦਾ ਫੋਨ ਨਹੀਂ ਆਉਂਦਾ ਸੀ, ਮੈਨੂੰ ਕਰਦਾ ਸੀ ਸੰਦੀਪ ਬਹਿਲ ਐਕਚੁਅਲੀ, ਪਰ ਉਹ ਨਾਂ ਲੈ ਰਿਹਾ ਸੀ ਵੀ ਮੈਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੁਕਤਸਰ ਬੋਲਦਾ। ਅੱਛਾ, ਉਦਾਂ ਹੀ ਜਿਵੇਂ ਆਪਾਂ ਫੋਨ ਕਰੀਏ ਮੈਂ ਜੱਜ ਬੋਲਦਾ? ਨਹੀਂ ਬਿਲਕੁਲ ਨਹੀਂ, ਮੈਂ ਚੀਫ ਜੁਡੀਸ਼ੀਅਲ, ਪਹਿਲਾਂ ਮੈਨੂੰ ਫੋਨ ਆਉਂਦਾ ਹੈ ਦਲਜੀਤ ਸਿੰਘ ਰੀਡਰ ਐਸਡੀਐਮ ਗਿੱਦੜਵਾ ਦਾ, ਵੀ ਤੁਹਾਡੇ ਨਾਲ ਜੱਜ ਸਾਹਿਬ ਗੱਲ ਕਰਨਗੇ ਤੇ ਤੁਸੀਂ ਉਹ ਜਿਹੜੀ ਹੈਗੀ ਹੈ ਉਹਨਾਂ ਦੀ ਗੱਲ ਸੁਣ ਲਿਓ। ਥੋੜੇ ਜਿਹੇ 5 ਮਿੰਟਾਂ ਬਾਅਦ ਮੈਨੂੰ ਤਹਿਸੀਲਦਾਰ ਬਠਿੰਡੇ ਦਾ ਫੋਨ ਆਉਂਦਾ ਹੈ ਲਖਵਿੰਦਰ ਸਿੰਘ ਗਿੱਲ ਦਾ, ਵੀ ਤੁਹਾਡੇ ਨਾਲ ਜੱਜ ਸਾਹਿਬ ਮੁਕਤਸਰ ਗੱਲ ਕਰਨਗੇ, ਤੁਸੀਂ ਗੱਲ ਕਰ ਲਿਓ। 5 ਮਿੰਟਾਂ ਬਾਅਦ ਸੰਦੀਪ ਬਹਿਲ ਜਿਹੜਾ ਨਕਲੀ ਜੱਜ ਹੈ ਮੈਨੂੰ ਕਹਿੰਦਾ ਮੈਂ ਰਜਿੰਦਰ ਸਿੰਘ ਨਾਗਪਾਲ ਬੋਲਦਾ ਹਾਂ, ਚੀਫ ਜੁਡੀਸ਼ੀਅਲ ਮੈਜਿਸਟਰੇਟ ਮੁਕਤਸਰ। ਮੈਂ ਸਰ ਠੀਕ ਹੈ, ਮੈਂ ਤੁਹਾਡਾ ਨੰਬਰ ਸੇਵ ਕਰ ਲਿਆ ਤੇ ਮੈਂ ਕਹਿੰਦਾ ਮੇਰਾ ਬ੍ਰਦਰ ਏਡੀਓ ਲੱਗਿਆ ਖੇਤੀਬਾੜੀ ਮਹਿਕਮੇ 'ਚ ਤੇ ਇਹ ਤੁਹਾਡੇ ਕੋਲੇ ਆਇਆ ਕਰੂਗਾ। ਮੈਂ ਕਿਹਾ ਠੀਕ ਹੈ, ਮੋਸਟ ਵੈਲਕਮ ਜੀ, ਜੋ ਕੰਮ ਧੰਦਾ ਤਾਂ। ਸੌਰੀ, ਤੁਸੀਂ ਕੰਮ ਹੁਣ ਕੀ ਕਰਦੇ ਹੋ? ਤੁਸੀਂ ਕਿਸੇ ਅਹੁਦੇ ਤੇ? ਮੈਂ ਡੀਸੀ ਦਫ਼ਤਰ ਵਿੱਚ ਸੁਪਰਡੈਂਟ ਸੀਗਾ, ਸੁਪਰਡੈਂਟ ਦੇ ਤੌਰ ਤੇ ਮੈਂ ਜਿਹੜਾ ਹੈਗਾ ਆਪਣਾ ਰਿਜ਼ਾਈਨ ਦੇ ਕੇ ਜਿਹੜਾ ਹੈਗਾ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜੀ। ਕਦੋਂ ਤੋਂ ਤੁਸੀਂ ਰਿਜ਼ਾਈਨ ਦਿੱਤਾ ਹੋਇਆ? ਮੈਂ 1 ਅਕਤੂਬਰ ਤੋਂ ਦਿੱਤਾ ਸੀ ਤੇ 31/12 ਨੂੰ ਮੇਰਾ ਅਕਤੂਬਰ ਪ੍ਰਵਾਨ ਹੋਇਆ ਜੀ। ਹੁਣ 22 ਨੂੰ, ਹਾਂਜੀ ਮੇਰੇ 4 ਸਾਲ ਰਹਿੰਦੇ ਵੀਆਰਐਸ ਲਈ ਹੈ ਮੈਂ। ਓਕੇ, ਠੀਕ ਹੈ। ਹਾਂਜੀ, ਤਾਂ ਤੁਹਾਨੂੰ ਇੱਕ ਜਿਹੜਾ ਹੈਗਾ ਜੱਜ ਫੋਨ ਕਰਦਾ, ਤੁਸੀਂ ਹੈਰਾਨ ਤੇ ਜੱਜ ਸਾਹਿਬ ਦਾ ਫੋਨ ਆ ਗਿਆ? ਤੁਸੀਂ ਮੈਂ ਉਸ ਦਿਨ ਆਪਣੇ ਬੜੇ ਚਾਅ ਮੈਨੂੰ ਚੜਿਆ, ਮੈਂ ਗੱਡੀ ਲੈ ਰਿਹਾ ਸੀ, ਮੈਂ ਪਹਿਲੇ ਦਿਨ ਬੜਾ ਲੋਹਾ ਕਿਸਮਤ ਵਾਲਾ ਵੀ ਜੱਜ ਸਾਹਿਬ ਦੇ ਫੋਨ ਆਉਣ ਲੱਗ ਪਏ। ਇਹ ਤਾਂ ਜਦੋਂ ਭੁਲੇਖਾ ਉਦੋਂ ਦੂਰ ਹੋਇਆ ਵੀ ਮੈਂ ਕਚਹਿਰੀ ਦੇ ਵਿੱਚ ਅਸਲੀ ਜੱਜ ਸਾਹਿਬ ਨੂੰ ਮਿਲਣ ਚਲਾ ਗਿਆ। ਹਾਂਜੀ, ਮੈਂ ਜਦੋਂ ਉਹਨਾਂ ਨੂੰ ਜਾ ਕੇ ਮਿਲਿਆ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਆਦਾ ਰੀਡਰ ਨੂੰ ਕਿਹਾ ਮੈਂ ਮਿਲਣਾ ਆਇਆ ਹੈਗਾ, ਉਹਨਾਂ ਨੇ ਮੈਨੂੰ ਮਿਲਾਤਾ, ਰਿਟਾਇਰ ਰੂਮ 'ਚ ਬੈਠੇ ਹੈਗੇ ਆ। ਮੈਨੂੰ ਕਹਿੰਦੇ ਜੀ ਮੈਂ ਕਿਵੇਂ ਆਏ ਸੀ? ਮੈਂ ਤਾਂ ਵੈਸੇ ਮਿਲਣਾ ਸੀ, ਤੁਹਾਡਾ ਫੋਨ ਆਇਆ ਸੀ, ਮੈਂ ਤਾਂ ਇਸ ਕਰਕੇ ਤੁਹਾਨੂੰ ਮਿਲਣਾ ਆਇਆ ਹੈਗਾ। ਉਹ ਕਹਿੰਦੇ ਵੀ ਕਿਸ ਨੰਬਰ ਤੋਂ ਫੋਨ ਆਇਆ ਸੀ? ਮੈਂ ਆਪਦਾ ਮੋਬਾਈਲ ਦਿੱਤਾ, ਮੋਬਾਈਲ ਮੈਂ ਕਿਹਾ ਜੀ ਇਸ ਨੰਬਰ ਤੋਂ ਮੈਨੂੰ ਫੋਨ ਆਇਆ ਸੀਗਾ। ਕਹਿੰਦੇ ਯਾਰ ਇਹ ਤਾਂ ਸੰਦੀਪ ਬਹਿਲ ਦਾ ਹੈਗਾ, ਮੇਰਾ ਮਾੜਾ ਮੋਟਾ ਜਾਣਕਾਰ ਹੈਗਾ, ਮੈਂ ਤੈਨੂੰ ਜਾਣਦਾ ਨਹੀਂ, ਪੜ੍ਹਦੇ ਪੁੜਦੇ ਨੇ ਕਿੱਥੇ ਕਾਲਜ। ਮੇਰਾ ਬਹੁਤ ਪਹਿਲਾਂ ਵੀ ਨਾਂ ਲੈ ਕੇ ਮੈਨੂੰ ਸ਼ਿਕਾਇਤਾਂ ਮਿਲੀਆਂ ਹੈਗੀਆਂ, ਮੇਰਾ ਪਹਿਲਾਂ ਵੀ ਨਾਂ ਲੈ ਕੇ ਇਹ ਜੱਜ ਦੇ ਤੌਰ ਤੇ ਇਹਨਾਂ ਨੇ ਪਿੱਛੇ ਜੀ ਵੀ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਕੋਈ ਕਿਸਾਨਾਂ ਦਾ ਕੋਈ ਰੌਲਾ ਸੀਗਾ ਤੇ ਡੀ ਸਾਹਿਬ ਨੂੰ ਇਸੇ ਨੇ ਸੰਦੀਪ ਬਹਿਲ ਨੇ ਜੱਜ ਬਣ ਕੇ ਫੋਨ ਕਰਕੇ ਉਹ ਕਿਸਾਨਾਂ ਤੇ ਪਰਚੇ ਵੀ ਦਰਜ ਕਰਾਏ ਹੈਗੇ। ਮੈਂ ਇਹਦੀ ਸਾਰੀ ਕਹਾਣੀ ਜਦੋਂ ਮੈਨੂੰ ਪਤਾ ਲੱਗ ਗਿਆ, ਉਸ ਤੋਂ ਬਾਅਦ ਮੈਂ ਸਿਟੀ 'ਚ ਐਪਲੀਕੇਸ਼ਨ ਦਿੱਤੀ ਵੀ ਇਹ ਨਕਲੀ ਜੱਜ ਹੈਗਾ ਤੇ ਇਹਨੇ ਤੇ ਕਾਰਵਾਈ ਕੀਤੀ ਜਾਵੇ। ਇਹਨਾਂ ਤੇ ਜਿਹੜੀ ਹੈਗੀ ਉਹਦੇ ਸਾਡੇ ਸੁਖਦੇਵ ਸਿੰਘ ਜੀ ਬੂੜਾ ਗੱਜਰ ਪ੍ਰਧਾਨ ਜੀ ਜਿਹੜੇ ਹੈਗੇ ਆ, ਇਹਨਾਂ ਨਾਲ ਤਾਲਮੇਲ ਕੀਤਾ ਵੀ ਇਹ ਪਰਚਾ ਕਰਾਉਣਾ ਹੈਗਾ। ਅਸੀਂ ਪ੍ਰੈਸ ਕਾਨਫਰੰਸ ਕੀਤੀ ਕਨਾਲ ਵਿਊ ਦੇ ਵਿੱਚ, ਉੱਥੇ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਜਿਹੜਾ ਹੈਗਾ ਸਿਟੀ ਜਾ ਕੇ ਜਿਹੜਾ ਸੀ 2 ਦਿਨਾਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਅਲਟੀਮੇਟਮ ਦਿੱਤਾ ਪ੍ਰਧਾਨ ਜੀ ਨੇ ਤੇ ਉਹਨਾਂ ਦੀ ਜਿਹੜੀ ਰਹਿਨਮਾਈ ਥੱਲੇ ਜਿਹੜਾ ਹੈਗਾ ਇਹ ਉੱਤੇ ਪਰਚਾ ਦਰਜ ਕਰਾਇਆ ਗਿਆ। ਤੁਸੀਂ ਮਾਰਕੀਟ ਦੇ ਵਿੱਚ ਨਕਲੀ ਮੋਬਾਈਲ ਸੁਣੇ ਹੋਣਗੇ ਜੀ, ਚਾਈਨਾ ਮੇਡ ਆ ਗਿਆ, ਅਸਲੀ ਹੈ, ਇਹਦੀ ਥਾਂ ਤੇ ਨਕਲੀ ਆ ਗਿਆ, ਨਕਲੀ ਹੈੱਡਫੋਨ ਆ ਗਏ, ਹੈ ਨਾ, ਨਕਲੀ ਬੂਟ ਆ ਗਏ, ਨਕਲੀ ਕੰਪਨੀਆਂ ਦੇ ਕੱਪੜੇ ਆ ਗਏ, ਇੱਥੇ ਜੱਜ ਵੀ ਨਕਲੀ ਆਉਣ ਲੱਗ ਪਿਆ ਜੀ। ਮੁਕਤਸਰ ਸਾਹਿਬ ਦੇ ਵਿੱਚ ਜਿਹੜਾ ਸੰਦੀਪ ਬਹਿਲ ਨਾਮਕ ਅਸਲ 'ਚ ਉਹ ਏਡੀਓ ਹੈ, ਪਰ ਉਹ ਆਪਣੇ ਆਪ ਨੂੰ ਜੱਜ, ਪੂਰਾ ਨਾਮ ਜੱਜ ਸਾਹਿਬ ਦਾ ਕੀ ਦੱਸਦਾ ਆਪਣਾ? ਰਜਿੰਦਰ ਸਿੰਘ ਨਾਗਪਾਲ, ਜਿਹੜੇ ਕਿ ਸੱਚਮੁੱਚ ਆਪਣੇ ਮੁਕਤਸਰ ਸਾਹਿਬ ਜੱਜ ਹੈਗੇ ਆ, ਠੀਕ ਹੈ। ਤਾਂ ਉਹ ਆਪਣੇ ਨੂੰ ਦੱਸਦੇ ਮੈਂ ਜੱਜ ਬੋਲਦਾ, ਤਾਂ ਇਹਨਾਂ ਨੂੰ ਭਾਈ ਸਾਹਿਬ ਨੂੰ ਫੋਨ ਆ ਕੇ ਦਿਖਾਣੇ ਜੱਜ ਆ ਗਿਆ, ਗੱਡੀ ਨਵੀਂ ਹੈ, ਲੋਹਾ ਕਰਮ ਵਾਲਾ। ਫਿਰ ਕੀ ਲੱਗਿਆ ਵੀ ਇਹ ਪਤਾ ਨਹੀਂ ਗੱਡੀ ਕਿਤੇ ਧੋਖੇ ਦੇ। ਇਸ ਤੋਂ ਬਾਅਦ ਹੋਰ ਮੈਂ ਦੱਸਣ ਲੱਗਾ ਜੀ, ਪ੍ਰਧਾਨ ਜੀ ਤੇ ਅਸੀਂ ਆਏ ਸੀ ਵੀ ਮੈਨੂੰ ਕਹਿੰਦੇ ਮੈਂ ਜੀ ਸਰਦਾਰ ਸੁਖਦੇਵ ਸਿੰਘ ਜੀ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸਾਡੇ ਹੈਗੇ ਭਾਰਤੀ ਕਿਸਾਨ ਯੂਨੀਅਨ ਦੇ, ਇਹਨਾਂ ਨੂੰ ਅਸੀਂ ਜਾ ਕੇ ਤੇ ਹੋਰ 2-4 ਜਣੇ ਅਸੀਂ ਮਿਲੇ ਐਸਐਚਓ ਸਾਹਿਬ ਨੂੰ ਵੀ ਇਹਨਾਂ ਦੀ ਅਰੈਸਟ ਪਾਓ ਤੁਸੀਂ। ਉਹ 'ਚ ਤਹਿਸੀਲਦਾਰ ਤੇ ਪਰਚਾ ਦਰਜ ਹੋ ਗਿਆ, ਦਲਜੀਤ ਤੇ ਹੋ ਗਿਆ, ਸੰਦੀਪ ਬਹਿਲ ਤੇ ਹੋ ਗਿਆ। ਜਦੋਂ ਇਹਨਾਂ ਨੂੰ ਅਸੀਂ ਕਿਹਾ ਕਹਿੰਦੇ ਜੀ ਸਾਡੇ ਤਾਂ ਫਾਇਰ ਡੀਐਸਪੀ ਮੁਕਤਸਰ ਕੋਲੇ ਤੇ ਡੀਐਸਪੀ ਚਲੀ ਗਈ ਮੁਕਤਸਰ ਕੋਲੇ ਵੀ ਉਹ ਤੁਹਾਡੀ ਇਨਕੁਆਇਰੀ ਉੱਥੇ ਲੱਗ ਗਈ। ਮੈਂ ਠੀਕ ਹੈ ਜੀ। ਅਸੀਂ ਉਹਨਾਂ ਨਾਲ ਤਾਲਮੇਲ ਕੀਤਾ ਤੇ ਜਦੋਂ ਡੀਐਸਪੀ ਕੋਲੇ ਅਸੀਂ ਦਫ਼ਤਰ 'ਚ ਗਏ ਤੇ ਸਾਨੂੰ ਇਹ ਮੈਸੇਜ ਹੀ ਲੱਗਿਆ ਹੈਗਾ ਵੀ ਇੱਥੇ ਜਿਹੜੀ ਤੁਹਾਡੀ ਸੈੱਟ ਬਣ ਗਈ ਹੈਗੀ ਹੈ, ਸੈੱਟ ਦੇ ਵਿੱਚ ਐਸਪੀ ਮੁਕਤਸਰ, ਡੀਐਸਪੀ ਮੁਕਤਸਰ ਤੇ ਐਸਐਚਓ ਲਾ ਦਿੱਤਾ ਗਿਆ ਹੈਗਾ। ਅਸੀਂ ਉਹਨਾਂ ਨੇ ਕਿਹਾ ਸਾਨੂੰ ਤਰੀਕ ਦੇ ਦਿਓ ਜੀ। ਉਹਨਾਂ ਸਾਨੂੰ ਫੋਨ ਆਇਆ, ਮੈਂ ਜੀ ਫੋਨ ਤੇ ਤਾਂ ਨਹੀਂ, ਮੈਨੂੰ ਰੁੱਕਾ ਕੱਟ ਦਿਓ ਤੇ ਮੈਂ ਆ ਕੇ ਤੁਹਾਡਾ ਤਰੀਕ ਤੇ ਇੱਥੇ ਆ ਜਾਣਾ ਹੈਗਾ। ਮੈਨੂੰ ਕੋਈ ਰੁੱਕਾ ਨਹੀਂ ਕੱਟਿਆ ਗਿਆ। ਮੈਂ ਐਸਐਸਪੀ ਸਾਹਿਬ ਨੂੰ ਮਿਲਿਆ, ਮੈਂ ਜੀ ਇਹਨਾਂ ਦੀ ਅਰੈਸਟ ਨਹੀਂ ਪੈ ਰਹੀਗੀ ਤੇ ਆ ਜਿਹੜਾ ਹੈਗਾ ਇਹਨਾਂ ਤੇ ਪਰਚਾ ਦਰਜ ਹੈਗਾ। 4 ਮਹੀਨੇ ਹੋ ਗਏ, 22/5 ਦਾ ਪਰਚਾ ਦਰਜ ਹੋ ਗਿਆ, 3 ਮਹੀਨੇ 4 ਮਹੀਨੇ ਹੋਣ ਵਾਲੇ ਹੋ ਗਏ ਤਕਰੀਬਨ ਤੇ ਪਰਚਾ ਦਰਜ। ਮੈਨੂੰ ਐਸਐਸਪੀ ਰੀਡਰ ਨੂੰ ਬੁਲਾਇਆ, ਰੀਡਰ ਕਹਿੰਦਾ ਵੀ ਇਹ ਤਾਂ ਜਿਹੜੀ ਹੈਗੀ ਇਨਕੁਆਇਰੀ ਜਿਹੜੀ ਹੈਗੀ ਹੈ ਐਸਪੀ ਜਿਹੜਾ ਹੈਗਾ
ਐਸਪੀਡੀ ਮੋਗੇ ਕੋਲੇ ਚਲੀ ਗਈ ਹੈਗੀ ਆ, ਕਿਉਂਕਿ ਉਹ ਤਾਂ ਚਲੀ ਗਈ ਵੀ ਉੱਥੇ ਜਿਹੜਾ ਤਹਿਸੀਲਦਾਰ ਸਬ ਰਜਿਸਟਰ ਲੱਗਿਆ ਹੋਇਆ ਹੈਗਾ ਵੀ ਆਪਦੀ ਮਿਲੀ ਭੁਗਤ ਨਾਲ ਜਿਹੜੀ ਇਨਕੁਆਰੀ ਉੱਥੇ ਦਬਾ ਕੇ ਤੇ ਔਰ ਜਿਹੜੇ ਹੈਗਾ ਕੋਈ ਸਬੂਤ ਸਬਾ ਸਾਰੇ ਗਾਇਬ ਕਰ ਦੇਣ। ਅੱਛਾ, ਮੁਕਤਸਰ ਦੇ ਮਾਮਲੇ ਨੂੰ ਮੋਗੇ ਸ਼ਿਫਟ ਕਰਤਾ। ਮੋਗੇ ਨੂੰ ਸ਼ਿਫਟ ਕਰਤਾ, ਹਾਂਜੀ। ਮੈਨੂੰ ਦੱਸੋ ਤੁਸੀਂ 1 ਅਕਤੂਬਰ 2021 ਚ ਆਪ ਜੁਆਇਨ ਕੀਤੀ ਸੀ? ਨਹੀਂ ਮੈਂ ਤਾਂ ਬਾਅਦ ਚ ਕੀਤੀ ਜਮਾ ਅਕਤੂਬਰ ਦਸੰਬਰ 2021 ਦੇ ਵਿੱਚ ਦਾ ਦਾਅਵੇਦਾਰ ਸੀ ਮਲੋਟ ਤੋਂ ਜੀ। ਅੱਛਾ, ਮਲੋਟ ਤੋਂ ਟਿਕਟ ਮਿਲੀ ਨਹੀਂ? ਨਹੀਂ ਮਿਲੀ ਨਹੀਂ। ਕਿਤੇ ਤਾਂ ਨਹੀਂ ਜੱਜ ਸਾਹਿਬ ਦੇ ਫੋਨ ਆਉਣ ਲੱਗ ਨਹੀਂ ਚਲੋ ਉਹ ਤਾਂ ਨਹੀਂ ਜੱਜ ਸਾਹਿਬ ਦੇ, ਇਹ ਤਾਂ ਇਹ ਨਹੀਂ ਜੱਜ ਸਾਹਿਬ ਇਹ ਨਕਲੀ ਬਣਿਆ ਨਾ ਜੀ, ਇਹ ਇੱਕ ਹੁਣ ਨਹੀਂ ਬਣਿਆ ਜੀ। ਇਹ ਜਦੋਂ ਲੰਬੀ ਲੱਗਿਆ ਤਾਂ ਲਾਲ ਬੱਤੀ ਰੱਖ ਰੱਖਦੇ ਕਹਿੰਦੇ ਮੇਰੀ ਘਰ ਵਾਲੀ ਵੀ ਜੱਜ ਹੈਗੀ ਆ। ਅੱਛਾ, ਪੁਰਾਣੀ ਸਰਕਾਰ ਚ? ਹਾਂਜੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਇਕੱਠੇ ਹੁਣ ਵੀ ਚੱਲਦੀ ਹੈ, ਕਾਲੀਆਂ 'ਚ ਵੀ ਚੱਲਦੀ ਸੀ, ਸੱਚੀ ਜੱਜ ਨਾ ਹੋਵੇ? ਹਾਂ, ਪੂਰੀ ਚੱਲਦੀ ਸੀ ਇਹਨਾਂ ਦੀ, ਕਿਉਂਕਿ ਇਹਨਾਂ ਨੇ ਪਹਿਲਾਂ ਚੀਜ਼ ਜਿਹੜਾ ਤਹਿਸੀਲਦਾਰ ਤੇ ਦਿਲਜੀਤ ਤੇ ਇਹ ਇਹਨਾਂ ਦੀ ਲੰਬੀ ਪੋਸਟ ਨਹੀਂ, ਇਕੱਠੇ ਰਹਿੰਦੇ ਹੁੰਦੇ ਸੀ ਇੱਥੇ। ਵੱਡਾ ਇਹ ਗੈਂਗ ਹੈਗਾ, ਸਾਰਾ ਕੁਝ ਹੈ। ਉਦੋਂ ਬਾਅਦ ਕੀ ਸੀ, ਉਦੋਂ ਬਾਅਦ ਕਾਂਗਰਸ ਸਰਕਾਰ ਆ ਗਈ, ਰਾਜੇ ਵੜਿੰਗ ਨਾਲ ਇਹਨਾਂ ਦੀ ਸਿੱਧੀ ਹੋ ਗਈ। ਉਦੋਂ ਕਹਿੰਦੇ ਨਾ ਸਿੱਧੀ ਹੈ, ਹੁਣ ਤਾਂ ਆਪ ਦੀ ਸਰਕਾਰ। ਨਹੀਂ ਹੁਣ ਤਾਂ ਕਿਸੇ ਨਾਲ ਜੇ ਸਾਡੇ ਨਾਲ ਸਿੱਧੀ ਹੁੰਦੀ ਅਸੀਂ ਪਰਚਾ ਕਿਉਂ ਕਰਾਉਂਦੇ? ਨਹੀਂ, ਫਿਰ ਅਰੈਸਟ ਤਾਂ ਹੋਇਆ ਨਹੀਂ, ਕਿਸੇ ਨਾਲ ਤਾਂ ਹੋਣੀ ਹੈ। ਨਹੀਂ, ਫਿਰ ਅਰੈਸਟ ਤਾਂ ਹੁਣ ਪੁਲਿਸ ਡਿਪਾਰਟਮੈਂਟ ਕਹਿੰਦਾ ਜੇ ਇਨਕੁਆਰੀ ਅਸੀਂ ਲਾਤੀ ਹੈਗੀ ਆ, ਅਸੀਂ ਉਹਨਾਂ 'ਚ ਅਰੈਸਟ ਨਹੀਂ ਕਰਦੇ ਜਿੰਨਾ 'ਚ ਸਾਡੀ ਫਾਈਲ ਨਹੀਂ ਆਉਂਦੀਗੀ। ਇਹ ਪੁਲਿਸ ਕਹਿ ਰਹੀ ਹੈ। ਤੁਸੀਂ ਆਪ ਦੇ ਸੀਨੀਅਰ ਵਰਕਰ ਵੀ ਹੋ, ਜੇ ਤੁਹਾਨੂੰ ਟਿਕਟ ਮਿਲੀ ਹੁੰਦੀ, ਅੱਜ ਤੁਸੀਂ ਐਮਐਲਏ ਹੁੰਦੇ, ਸ਼ਾਇਦ ਸਾਨੂੰ ਇੰਟਰਵਿਊ ਵੀ ਨਾ ਦਿੰਦੇ। ਤਾਂ ਇੱਕ ਗੱਲ ਆ, ਤੁਹਾਡੀ ਸਰਕਾਰ ਆ, ਤੁਹਾਨੂੰ ਲੱਗਦਾ ਵੀ ਮਾਰਚ 16 ਦੀ ਸਹੁੰ ਖਾਦੀ ਭਗਵੰਤ ਮਾਨ ਸਾਹਿਬ ਨੇ, ਬੜਾ ਭਰੋਸਾ ਜਾਂਦਾ ਯਾਰ ਸ਼ਾਇਦ ਨਾ ਹੁਣ ਟੰਗੂ ਬਹੁਤ ਜਿਹੜੇ ਮਾੜੇ ਬੰਦੇ ਆ, ਪਰ ਦੇਖੋ ਜਿਹੜਾ ਇਹ ਸਭ ਤੋਂ ਇਨਸਾਫ ਦੀ ਮੂਰਤ ਜੱਜ ਸਾਹਿਬਾਨ ਆ ਸ਼ਬਦ ਜਿਹੀ ਸੁਣਦੇ ਨੇ, ਨਿੱਕੇ ਨਿੱਕੇ ਹੁੰਦੇ ਸਕੂਲ ਵੇਲੇ ਤੋਂ ਸੁਣਦੇ ਆ, ਇੱਥੇ ਇਨਸਾਫ ਦੀ ਮੂਰਤ ਝੂਠੀ ਬਣੀ ਫਿਰਦੀ ਹੈ। ਨਹੀਂ, ਝੂਠੀ ਨਹੀਂ ਬਣੀ ਜੀ, ਜੇ ਪਰਚਾ ਦਰਜ ਹੋਇਆ ਨੇ ਉੱਪਰਲੇ ਹਾਈ ਕਮਾਂਡ ਦੇ ਧਿਆਨ 'ਚ ਲੈ ਕੇ ਤਾਂ ਪਰਚਾ ਦਰਜ ਹੋਇਆ ਇਹ, ਐਵੇਂ ਨਹੀਂ ਅਰੈਸਟ ਕਰਨਗੇ ਨਾ? ਕਰਨਗੇ ਜੀ, ਜੇ ਕਰ ਸਕਦੇ ਵੀ ਸਾਡੀ ਪੁਲਿਸ ਪ੍ਰਸ਼ਾਸਨ ਇਹ ਕਹਿ ਰਿਹਾ ਵੀ ਸਾਡੀ ਥੋੜੀ ਜਿਹੀ ਮਜਬੂਰੀ ਬਣ ਗਈ ਵੀ ਸਾਡੇ ਕੋਲ ਫਾਈਲ ਉੱਥੇ ਚਲੀ ਗਈ, ਜਿੰਨੇ ਚਿਰ ਸਾਡੇ ਕੋਲ ਫਾਈਲ ਨਹੀਂ ਉਹਨਾਂ ਚਿਰ ਅਸੀਂ ਅਰੈਸਟ ਨਹੀਂ ਕਰ ਸਕਦੇ। ਫਾਈਲ ਦਾ ਉੱਥੇ ਜਾਣਾ ਵੀ ਤਾਂ ਇੱਕ ਕਰਪਸ਼ਨ ਹੈ ਨਾ? ਇਹ ਤਾਂ ਪੁਲਿਸ ਵਿਭਾਗ ਦੱਸ ਸਕਦਾ ਵੀ ਕਿਵੇਂ ਫਾਈਲ ਗਈ ਉੱਥੇ, ਵੀ ਕਿਵੇਂ ਲੈ ਕੇ ਗਏ ਤੇ ਉਹ ਕਿਵੇਂ ਲੈ ਕੇ ਗਏ ਸਾਰੀ ਜੀ। ਭੁੱਖ ਹੜਤਾਲ ਤੁਹਾਡੀ ਹਮਾਇਤ 'ਚ ਬੈਠੇ ਹੋਏ ਨੇ? ਇਹ ਹਾਂਜੀ ਬਿਲਕੁਲ ਜੀ। ਵੀ ਤਾਂ ਕਿ ਇਹ ਵੀ ਸੁਣਨ 'ਚ ਆਇਆ ਵੀ ਜਿਹੜੇ ਸੰਦੀਪ ਬਹਿਲ ਨੇ ਉਹਨਾਂ ਨੂੰ ਵੱਡਾ ਅਹੁਦਾ ਦਿੱਤਾ ਜਾ ਰਿਹਾ, ਸ਼ਾਇਦ ਆਉਣ ਵਾਲੇ ਸਮੇਂ 'ਚ ਦੇ ਸਕਦੀ ਸਰਕਾਰ। ਨਹੀਂ, ਪਤਾ ਲੱਗਿਆ ਹੈਗਾ ਵੀ ਉਹਨਾਂ ਨੂੰ ਬਹਾਲ ਕਰਕੇ ਕੋਈ ਵੱਡਾ ਅਹੁਦਾ ਹੈੱਡਕੁਆਟਰ ਦੇ ਦੇਣ ਲੱਗੀ। ਇਦਾਂ ਦੇ ਜਿਹੜੇ ਕਰਪਟ ਬੰਦੇ ਨੂੰ ਬਹਾਲ ਕਰਨਾ ਚਾਹੀਦਾ? ਨਹੀਂ ਬਿਲਕੁਲ ਨਹੀਂ ਕਰਨਾ ਚਾਹੀਦਾ। ਮੈਂ ਤਾਂ ਕਹਿੰਦਾ ਜੀ ਇਹ ਤੇ ਇਹਨੂੰ ਡਿਸਮਿਸ ਕਰਨਾ ਚਾਹੀਦਾ। ਹਜੇ ਬੰਦੇ ਨੂੰ ਲੋਕ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਹੈਗੇ ਆ, ਨਕਲੀ ਦਵਾਈਆਂ ਨਕਲੀ ਸਪਰੇਆਂ ਕਰਕੇ ਆਪਣੇ ਸੁਸਾਈਡ ਕਰੀ ਜਾਂਦੇ ਹੈਗੇ, ਜਦੋਂ ਫਸਲ ਨਹੀਂ ਹੁੰਦੀਗੀ ਕਰਜ਼ੇ ਦੇ ਥੱਲੇ ਦੱਬੇ ਜਾਂਦੇ, ਬੱਚੇ ਸਾਡੇ ਦੱਬੇ ਜਾਂਦੇ। ਮੈਂ ਤਾਂ ਇਹ ਜਿਹੇ ਬੰਦਿਆਂ ਨੂੰ ਕਹਿੰਦਾ ਡਿਸਮਿਸ ਕਰਕੇ ਘਰੇ ਬਿਠਾਉਣਾ ਚਾਹੀਦਾ, ਜੇਲ੍ਹ ਭੇਜਣਾ ਚਾਹੀਦਾ ਜੀ ਇਹਨੂੰ। ਤਾਂ ਆਪ ਦੀ ਸਰਕਾਰ 'ਚ ਅਸੀਂ ਆਸ ਕਰਦੇ ਹਾਂ ਵੀ ਕਰਪਟ ਬੰਦਿਆਂ ਨੂੰ ਜੇਲ੍ਹ ਹੋਊਗੀ, ਉਹਨਾਂ 'ਚ ਇਹ ਵੀ ਸ਼ਾਮਲ ਹੋਊ? ਬਿਲਕੁਲ ਹੋਊਗਾ ਜੀ, ਬਿਲਕੁਲ ਹੋਊਗਾ ਜੀ। ਤਾਂ ਡਾਕਟਰ ਸਾਹਿਬ ਗੱਲ ਤੇ ਉੱਦਾਂ ਚਲੋ ਸਿਆਸਤ ਆਪਦੀ ਥਾਂ ਤੇ, ਕੰਮ ਤੁਹਾਡਾ ਆਪਦੀ ਥਾਂ ਤੇ, ਇਹ ਤਾਂ ਆਪ 'ਚ ਵੀ ਰਹੇ ਆ, ਕਹਿੰਦੇ ਮੈਂ ਟਿਕਟ ਦਾ ਵੀ ਦਾਅਵੇਦਾਰ ਸੀਗਾ, ਚਲੋ ਵੱਖਰੀਆਂ ਗੱਲਾਂ ਨੇ। ਪਰ ਮਾਰਚ ਤੋਂ ਲੈ ਕੇ ਹੁਣ ਤੱਕ 6-7 ਮਹੀਨੇ ਬੀਤ ਗਏ ਸਰਕਾਰ ਦੇ, ਤਾਂ ਅਜੇ ਤੱਕ ਸਰਕਾਰ ਦੀਆਂ ਨਜ਼ਰਾਂ ਤੋਂ ਬਚਦਾ ਬਚਾਉਂਦਾ ਉਹ ਬੰਦਾ ਹੁਣ ਮੋਗੇ ਚੱਲ ਗਿਆ, ਹੁਣ ਉਹਨੂੰ ਇੱਕ ਵੱਡਾ ਅਹੁਦਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਕਿ ਤੁਹਾਨੂੰ ਪਤਾ, ਇਹਨਾਂ ਨੂੰ ਪਤਾ, ਇਹਨਾਂ ਸਾਰੇ ਬੰਦੇ ਜਦੋਂ 200-250 ਬੈਠਾ, ਇਹਨਾਂ ਨੂੰ ਪਤਾ ਵੀ ਉਹ ਬੰਦਾ ਕਰਪਟ ਆ, ਸਰਕਾਰ ਨੂੰ ਨਹੀਂ ਪਤਾ ਵੀ ਕਰਪਟਾਂ ਨੂੰ ਵੱਡਾ ਅਹੁਦਾ ਦੇਣ ਦੀ ਤਿਆਰੀ ਹੈ। ਸਰਕਾਰ ਨੂੰ ਵੀ ਪਤਾ ਹੈ, ਪਰ ਮੈਨੂੰ ਐ ਸਮਝ ਲੱਗਦਾ ਜਿਹੜੀ ਨੋਟਾਂ ਦੀਆਂ ਗੁੱਟੀਆਂ ਨਾ, ਇਹ ਮਤਲਬ ਕਿਤੇ ਨਾ ਕਿਤੇ ਬੰਦੇ ਦਾ ਮਨ ਬਦਲਾ ਦਿੰਦੀਆਂ। ਭਾਵੇਂ ਚੱਲ ਰਹੀਆਂ ਆ ਸਰਕਾਰ 'ਚ ਵੀ, ਇਹ ਬੰਦ ਹੋ ਹੀ ਨਹੀਂ ਸਕਣੀਆਂ, ਬੰਦ ਕਰਨ ਦੀ ਕਿਸੇ ਦੀ ਜ਼ਰੂਰਤ ਹੀ ਨਹੀਂ ਰੱਖਦੀ ਕੋਈ। ਬਦਲਾਅ ਆਇਆ ਫਿਰ ਉਹ ਬਦਲਾਅ ਤਾਂ ਇੱਕ ਲੋਕਾਂ ਨੇ ਨਾ ਦੂਜੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਬਦਲਾਅ ਲਿਆਂਦਾ, ਨਾ ਕਿ ਆਮ ਆਦਮੀ ਪਾਰਟੀ ਵਾਲਾ ਕੋਈ ਬਦਲਾਅ ਤਾਂ ਇੱਕ ਲੋਕਾਂ ਦਾ ਹੈ ਵੀ ਸਾਨੂੰ ਕੋਈ ਚੰਗਾ ਸਰਕਾਰ ਮਿਲ ਸਕੇ। ਪਰ ਮੰਨ ਲਓ ਇੱਕ ਵਾਰੀ ਕਿਸੇ ਦਾ ਭਰੋਸਾ ਕੀਤਾ ਜਾ ਸਕਦਾ, ਆਉਣ ਵਾਲੇ ਸਾਲ ਇਲੈਕਸ਼ਨ ਦੇ ਵਿੱਚ ਵੇਖੋ ਵੀ ਜੇ ਤਾਂ ਕੋਈ ਚੰਗਾ ਕੰਮ ਕਰਨਗੇ ਤਾਂ ਲੋਕ ਖੜ ਜਾਣਗੇ, ਜੇ ਨਹੀਂ ਤੇ ਫਿਰ ਉਦੋਂ 0% ਤੇ ਜਿਹੜੀਆਂ 3-3 ਸੀਟਾਂ ਤੇ ਗਈਆਂ ਸਰਕਾਰਾਂ ਉਹਨਾਂ ਦੇ ਬਰਾਬਰ ਵੀ ਚਲੀ ਜੂਗੀ। ਭਾਰਤ ਭੂਸ਼ਣ ਆਸ਼ੂ ਨੂੰ ਜਿਹੜਾ ਬੜਾ ਸਖਤੀ ਦੇ ਨਾਲ ਪ੍ਰਸ਼ਾਸਨ ਲੈ ਰਿਹਾ ਔਰ ਲੋਕ ਕਹਿੰਦੇ ਸ਼ਾਬਾਸ਼ ਯਾਰ ਜੇ ਕਿ ਧੋਖਾ ਕੀਤਾ, ਤਾਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਿਉਂ ਨਹੀਂ ਲੈ ਰਹੇ? ਮੈਂ ਉਹਦੇ 'ਚ ਵੀ ਇੱਕ ਬੜਾ ਵੱਡਾ ਸਵਾਲ ਹੈ, ਇਕੱਲੇ ਪਰਚੇ ਦਰਜ ਕਰਨ ਨਾਲ ਨਹੀਂ, ਜਿਹੜਾ ਵੀ ਮੰਤਰੀ ਐਮਐਲਏ ਕਰਪਸ਼ਨ ਦੇ ਵਿੱਚ ਆਉਂਦਾ, ਜਿੰਨੀ ਉਹਦੀ ਪ੍ਰਾਪਰਟੀ ਸਾਰੀ ਨਿਲਾਮ ਕਰਕੇ ਖਜ਼ਾਨੇ ਦੇ ਵਿੱਚ ਜਿਹੜੀ ਉਹ ਜਮ੍ਹਾਂ ਹੋਣੀ ਚਾਹੀਦੀ, ਸਾਨੂੰ ਪਰਚੇ ਨਾਲ ਕੋਈ ਉਹਦੇ ਨਾਲ ਕੋਈ ਲਾਭ ਨਹੀਂ। ਇਸ ਤਰ੍ਹਾਂ ਦੀਆਂ ਗੱਲਾਂ ਭਗਵੰਤ ਮਾਨ ਕਦੇ ਕਰਦੇ ਹੁੰਦੇ ਸੀ ਪਹਿਲਾਂ, ਕਰਦੇ ਹੁੰਦੇ ਸੀ ਤੇ ਅਸੀਂ ਯਾਦ ਕਰਾਉਣੇ ਆ ਦੁਬਾਰਾ ਵੀ ਉਹਨਾਂ ਨੂੰ ਇਕੱਲੇ ਗ੍ਰਿਫਤਾਰ ਕਰਨ ਨਾਲ ਜਾਂ ਪਰਚਾ ਦਰਜ ਨਾਲ ਜਾਂ ਜੇਲ੍ਹ 'ਚ ਭੇਜਣਾ ਕੁਝ ਨਹੀਂ ਹੋਣਾ। ਜਿੰਨੇ ਮੰਤਰੀ ਐਮਐਲਏ ਸੰਤਰੀ ਸਾਰੇ ਨੇ, ਇਹਨਾਂ ਸਾਰਿਆਂ ਦੀਆਂ ਜਿਹੜੀਆਂ ਪੜਤਾਲ ਕਰਕੇ ਉੱਚ ਪੱਧਰੀ ਜਾਂਚ ਹੋਵੇ, ਜਿੰਨੇ ਪੈਸੇ ਨੇ ਉਹ ਖਜ਼ਾਨੇ 'ਚ ਜਮ੍ਹਾਂ ਹੋਣ ਤਾਂ ਔਰ ਕਿਸਾਨਾਂ ਦਾ ਜਿਹੜਾ ਕਰਜ਼ਾ ਮੁਕਤ ਕੀਤਾ ਜਾ ਸਕਦਾ। ਤਾਂ ਸੰਦੀਪ ਬਹਿਲ ਜਿਹੜੇ ਏਡੀਓ ਹੈ ਮੁਕਤਸਰ ਸਾਹਿਬ ਤੋਂ, ਉਹ ਨਕਲੀ ਜੱਜ ਬਣ ਕੇ ਇਹਨਾਂ ਨੂੰ, ਜਿਹੜਾ ਤੁਹਾਡਾ ਨਾਮ ਮੈਂ ਸੌਰੀ ਭੁੱਲ ਗਿਆ, ਵਰਿੰਦਰ ਢੋਸੀਵਾਲ ਜਿਹੜੇ ਕਿ ਆਪ ਦੇ ਸੀਨੀਅਰ ਆਗੂ ਵੀ ਹੈਗੇ ਆ, ਤਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਜਿਹੜੇ ਹੈਗੇ ਸੀਗੇ ਸੇਵਾ ਤੇ, ਇਹਨਾਂ ਨੇ ਛੱਡ ਕੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਬਦਲਾਅ ਆਇਆ ਸੀਗਾ 2022 ਦੇ ਵਿੱਚ ਆਇਆ ਸੀਗਾ ਜੀ, 16 ਮਾਰਚ ਨੂੰ ਬਦਲਾਅ ਨੇ ਸਹੁੰ ਚੁੱਕੀ ਤੇ ਬਿਲਕੁਲ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਪਰ ਲੋਕਾਂ ਦੇ ਦਿਲਾਂ ਦੇ ਉੱਤੇ ਛਾਪ ਕਿਹੜਾ ਬੰਦਾ ਕਿਹੜਾ ਰਾਜਾ ਛੱਡੂਗਾ ਜਿਹੜਾ ਲੋਕਾਂ ਦੀ ਅਜਿਹੇ ਇੱਕ ਫੈਸਲੇ ਕਰੂਗਾ। ਲੋਕਾਂ ਨੇ ਵੀ ਸਵਾਦ ਆ ਗਿਆ। ਪਰ ਕਾਲ ਰਿਕਾਰਡਿੰਗ ਸਾਨੂੰ ਸੁਣਾ ਦਿਓ, ਅਸੀਂ ਕਾਲ ਰਿਕਾਰਡਿੰਗ ਸੁਣਾਂਗੇ। ਪਹਿਲਾਂ ਨਕਲੀ ਜੱਜ। ਹਾਂਜੀ ਸਰ, ਕੀ ਹਾਲ ਚਾਲ ਹੈ ਜਨਾਬ? ਕਿੱਥੇ ਹੈ? ਮੈਂ ਰਸਤੇ 'ਚ
ਚਲੋ ਉਹ ਆਏ ਸੀ ਨਾ, ਮੈਂ ਉਹਦੇ ਜੱਜ ਸਾਹਿਬ ਨਾਲ ਗੱਲ ਕਰਾਈ ਸੀ ਤੁਸੀਂ। ਹਾਂਜੀ ਰਜਿੰਦਰ ਸਿੰਘ ਨਾਲ ਫੋਨ ਆਇਆ ਤੁਹਾਡਾ? ਹਾਂਜੀ ਹਾਂਜੀ ਹਾਂ। ਉਹ ਮੈਂ ਨਾ ਕੋਈ ਬੰਦਾ ਵਿਚਾਰਾ ਬਾਹਲਾ ਫਸਿਆ, ਗਰੀਬ ਬੰਦਾ, ਉਹਦਾ ਖਹਿੜਾ ਛਡਾ ਦਈਏ ਜੀ ਆਪਾਂ। ਤੇ ਮੈਂ ਦਲਜੀਤ ਨੂੰ ਫੋਨ ਕੀਤਾ ਸੀ ਮੈਂ। ਸੰਦੀਪ ਕੋਲ ਜਾਂ ਸੰਦੀਪ ਕੋਲ। ਹਾਂਜੀ ਅੱਛਾ, ਉਸ ਤੋਂ ਬਾਅਦ ਜਦੋਂ ਤੁਸੀਂ ਫੋਨ ਕੀਤਾ ਵੀ ਜੱਜ ਸਾਹਿਬ ਨਾਲ ਗੱਲ ਕਰਾ ਦਿਓ, ਜਦੋਂ ਕੀ ਹੋ ਗਿਆ, ਮੈंने ਜੱਜ ਸਾਹਿਬ ਨੂੰ ਮਿਲਿਆ, ਮੈਨੂੰ ਪਤਾ ਵੀ ਇਹ ਅਸਲੀ ਜੱਜ ਹੈ ਨਹੀਂ ਆ, ਇਹ ਨਕਲੀ ਹੈਗਾ। ਮੈਨੂੰ ਕਹਿੰਦੇ ਵੀ ਇਹਨੂੰ ਦੱਸ ਵੀ ਇਹਨੂੰ ਬੁਲਾ ਹੈਗਾ, ਕਿਵੇਂ ਬੁਲਾਉਣਾ ਹੈ। ਮੈਨੂੰ ਇੱਕ ਦਿਨ ਫੋਨ ਕੀਤਾ ਜੱਜ ਸਾਹਿਬ ਨੂੰ, ਮੈਂ ਸਰ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹੈਗਾ। ਮੈਨੂੰ ਕਹਿੰਦੇ ਹਾਈ ਕੋਰਟ ਦੇ ਨਾ ਜੱਜ ਸਾਹਿਬ ਆਏ, ਇੰਸਪੈਕਸ਼ਨ ਮੇਰੀ ਚੱਲ ਰਹੀ ਹੈਗੀ ਹੈ ਤੇ ਤੁਸੀਂ ਸੰਦੀਪ ਬਹਿਲ ਨਾਲ ਹੀ ਗੱਲ ਕਰ ਲਓ। ਹਾਂਜੀ ਹਾਂਜੀ। ਅੱਛਾ, ਫਿਰ ਉਦੋਂ ਫੜਿਆ ਗਿਆ ਕੰਮ। ਲੋ ਜੀ, ਹੁਣ ਸੰਦੀਪ ਬਹਿਲ ਜੱਜ ਫੋਨ ਗੱਲ ਕਰ ਰਹੇ ਨੇ। ਹਾਂਜੀ ਵਰਿੰਦਰ ਸਿੰਘ ਜੀ। ਹਾਂ ਵਰਿੰਦਰ ਜੀ ਬੋਲਦਾ ਜੀ। ਹਾਂਜੀ ਮੈਂ ਜੁਡੀਸ਼ੀਅਲ ਮੈਜਿਸਟ੍ਰੇਟ ਬੋਲ ਰਿਹਾ ਮੁਕਤਸਰ ਤੋਂ ਜੀ। ਹਾਂਜੀ ਹਾਂਜੀ ਜੀ ਇਹਨੂੰ ਬੋਲੇ। ਹਾਂ ਹਾਂ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੰਗ੍ਰੈਚੁਲੇਸ਼ਨਸ ਸਰ, ਤੁਹਾਨੂੰ ਵੀ ਬਹੁਤ ਬਹੁਤ ਜੀ, ਤੁਹਾਨੂੰ ਵੀ ਬਹੁਤ ਬਹੁਤ ਜੀ। ਹਾਂਜੀ ਹਾਂਜੀ। ਤੇ ਹੋਰ ਸਭ ਮੁਕਤਸਰ ਹੀ ਸਰ? ਹਾਂਜੀ ਹਾਂਜੀ। ਸ਼ੁਭ ਨਾਮ ਜੀ? ਰਜਿੰਦਰ ਸਿੰਘ। ਹਾਂਜੀ ਹਾਂਜੀ ਸਰ। ਹਾਂਜੀ ਹਾਂਜੀ। ਮੇਰੇ ਨਾ ਬ੍ਰਦਰ ਹੈ ਇੱਥੇ ਏਡੀਓ ਐਗਰੀਕਲਚਰ ਡਿਪਾਰਟਮੈਂਟ ਚ। ਠੀਕ ਹੈ ਜੀ। ਉਹ ਆਉਣਗੇ ਤੁਹਾਨੂੰ। ਠੀਕ ਹੈ ਜੀ। ਹਾਂ ਹੋਰ ਕੋਈ ਨਹੀਂ, ਮੈਂ ਆਉਂਗਾ, ਮੈਂ ਹੀ ਮਿਲ ਕੇ ਜਾਊਂਗਾ ਤੁਹਾਨੂੰ ਜੀ। ਹਾਂਜੀ ਹਾਂਜੀ। ਠੀਕ ਬ੍ਰਦਰ ਨਾਲ ਹੀ ਕਰ ਲਓ ਟਾਈ ਅਪ। ਹਾਂ ਮੈਂ ਕਰ ਲੈਂਦਾ, ਮੈਂ ਤੁਹਾਡਾ ਨੰਬਰ ਸੇਵ ਕਰ ਲੈਂਦਾ ਜੀ। ਹਾਂਜੀ ਹਾਂਜੀ। ਗੰਗਾਧਰੀ ਸ਼ਕਤੀਮਾਨ ਸੀ ਤੇ ਉਹ ਕਹਿੰਦਾ ਸ਼ਕਤੀਮਾਨ ਨੂੰ ਮਿਲਿਓ ਕੰਮ ਕਰਨ। ਹਾਂ ਹਾਂ, ਇਹ ਮੈਂ ਪਹਿਲੀ ਰਿਕਾਰਡਿੰਗ ਤੁਹਾਨੂੰ ਜਿਹੜੀ ਸੁਣੀ ਹੈਗੀ ਆ, ਇਹ 'ਚ ਬੋਲ ਰਿਹਾ ਵੀ ਮੈਂ ਜੀ ਤੁਸੀਂ ਕਿੱਥੇ ਲੱਗੇ ਹੈਗੇ ਆ, ਮੈਂ ਤੁਹਾਡਾ ਨੰਬਰ ਸੇਵ ਕਰ ਲਿਆ ਤੇ ਮੈਂ ਤੁਹਾਡੇ ਨਾਲ ਗੱਲ ਕਰ ਲੂੰਗਾ। ਮੈਂ ਹਫਤਾ 10 ਦਿਨ ਟੱਪੇ, ਮੈਂ ਫ੍ਰੀ ਹੋਇਆ, ਮੈਂ ਇੱਕ ਦਿਨ ਗੱਲ ਕੀਤੀ, ਮੈਂ ਸਰ ਤੁਹਾਨੂੰ ਮਿਲਣਾ ਸੀਗਾ ਤੇ ਇਹ ਮੈਨੂੰ ਕਹਿੰਦੇ ਵੀ ਮੇਰੇ ਬ੍ਰਦਰ ਨਾਲ ਹੀ ਗੱਲ ਕਰ ਲਓ ਜਿਹੜੇ ਸੰਦੀਪ ਬਹਿਲ ਏਡੀਓ ਹੈਗੇ ਆ, ਤੇ ਤੁਹਾਡਾ ਕੋਈ ਕੰਮ ਹੈਗਾ ਕਰਾ ਦੇਣਗੇ। ਮੈਂ ਜੀ ਦੂਜੇ ਨੰਬਰ ਤੇ ਗੱਲ ਕਰ ਲਿਓ। ਫਿਰ ਉਹ ਜਿਹੜੀ ਮਿੱਠੀ ਮਿੱਠੀ ਆਵਾਜ਼ ਸੀ, ਫਿਰ ਹਾਂਜੀ ਸੰਦੀਪ ਬੋਲਦਾ, ਫਿਰ ਐ ਹੋ ਗਿਆ। ਫਿਰ ਮੈਂ ਜਦੋਂ ਮੈਨੂੰ ਪਤਾ ਲੱਗ ਗਿਆ, ਮੈਂ ਅਸਲੀ ਜੱਜ ਸਾਹਿਬ ਨੂੰ ਮਿਲ ਕੇ ਆ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ, ਉਹਨਾਂ ਨੇ ਵੀ ਕਿਹਾ ਵੀ ਹੁਣ ਇਹਦੀਆਂ ਰਿਕਾਰਡਿੰਗਾਂ ਸ਼ੁਰੂ ਕਰ, ਵੀ ਮੈਂ ਮਿਲਣਾ ਹੈਗਾ, ਮੈਂ ਕੋਈ ਕੰਮ ਕਰਾਉਣਾ, ਮੈਨੂੰ ਮਿਲਾਓ। ਇਹ ਫਿਰ ਮਿਲੇ ਨਾ ਮੇਰੇ ਨਾਲ, ਫਿਰ ਇਹ ਮੈਨੂੰ ਫੋਨ ਚੱਕਣਾ ਬੰਦ ਕਰਤਾ ਮੇਰਾ। ਜੋ ਫੋਨ ਚੱਕਣਾ ਬੰਦ ਕਰਤਾ, ਫਿਰ ਜਿਹੜੇ ਮੈਨੂੰ ਪਹਿਲਾਂ ਫੋਨ ਆਇਆ ਸੀ ਦਲਜੀਤ ਸਿੰਘ ਦਾ, ਮੈਂ ਰੀਡਰ ਤਾਂ ਪੱਕਾ ਸੀ ਨਾ, ਐਸਡੀਐਮ ਦੇ ਗਿੱਦੜ ਲੱਗਿਆ ਸੀਗਾ, ਇਹਦਾ ਰੀਡਰ ਨਹੀਂ ਸੀ, ਐਸਡੀਐਮ ਗਿੱਦੜਵਾ ਦਾ ਰੀਡਰ ਸੀਗਾ, ਮੇਰੇ ਦਫ਼ਤਰ ਦਾ ਸਟਾਫ ਦਾ ਸੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਐਂ ਕਰਕੇ ਵੀ ਹੁਣ ਜੱਜ ਸਾਹਿਬ ਫੋਨ ਨਹੀਂ ਚੱਕਦੇ ਯਾਰ, ਕੰਮ ਕਰਾਉਣਾ ਸੀ ਇੱਕ। ਉਹ ਮੇਰਾ ਡਰਾਮਾ ਸੀ ਸਾਰਾ, ਵੀ ਉਹ ਵੀ ਮੈਂ ਜਾਣ ਕੇ ਵੀ ਕੋਈ ਕੰਮ ਕੁਮ ਨਹੀਂ ਸੀ, ਮੈਨੂੰ ਕੁਛ ਵੀ ਕੋਈ ਪੈਸਿਆਂ ਦੀ ਕੋਈ ਗੱਲ ਨਹੀਂ ਸੀ, ਕੋਈ ਕੁਛ ਨਹੀਂ। ਉਹ ਇਹਨਾਂ ਨੇ ਜੱਜ ਸਾਹਿਬ ਨੇ ਮੈਨੂੰ ਕਿਹਾ ਸੀ ਵੀ ਹੁਣ ਤੇ ਉਹ ਕਹਿੰਦਾ ਮੈਂ ਨਹੀਂ। ਫਿਰ ਮੈਂ ਤਹਿਸੀਲਦਾਰ ਨੂੰ ਫੋਨ ਕੀਤਾ, ਆ ਜਿਹੜੀ ਹੁਣ ਤੁਹਾਨੂੰ ਰਿਕਾਰਡਿੰਗ ਸੁਣਾ ਰਹੇ ਸੀ, ਤਹਿਸੀਲਦਾਰ ਨੂੰ ਕਿਹਾ ਮੈਂ ਸਰ ਤੁਸੀਂ ਜੱਜ ਸਾਹਿਬ ਨਾਲ ਮੇਰੀ ਗੱਲ ਕਰਾਈ ਸੀ, ਹੁਣ ਜੱਜ ਸਾਹਿਬ ਫੋਨ ਚੱਕਦੇ ਨਹੀਂ ਕੋਈ ਨਹੀਂ ਬਸ ਇਹ ਬਹਿਲ ਨੂੰ ਏਡੀਓ ਬਹਿਲ ਨੂੰ ਮਿਲ ਲਓ, ਹੌਲੀ ਹੌਲੀ ਕਹੀ ਜਾਂਦੇ ਆ, ਬਸ ਏਡੀਓ ਬਹਿਲ ਨਾਲ ਗੱਲ ਕਰ ਲਓ, ਕਿਉਂਕਿ ਨਕਲੀ ਸੀ, ਅਸਲੀ ਤਾਂ ਹੈ ਹੀ ਜੀ, ਅਸਲੀ ਤਾਂ ਹੈ ਹੀ ਨਹੀਂ ਸੀ। ਹਾਂਜੀ ਹਾਂਜੀ। ਕੋਈ ਤੇ ਗੱਲ ਉਦਾਂ ਥੋੜੀ ਜੀ ਹਾਸੋਹੀਣੀ ਵੀ ਆ, ਪਰ ਸ਼ਰਮਨਾਕ ਬਹੁਤ ਹੈ। ਦੇਖੋ ਕੋਈ ਛੋਟਾ ਮੋਟਾ ਨਾ ਇਸ ਤਰ੍ਹਾਂ ਦੇ ਧੋਖਾਧੜੀਆਂ ਆਮ ਹੀ ਚੱਲਦੀਆਂ ਰਹੀਆਂ ਨੇ, ਪਰ ਆਪਣੇ ਆਪ ਨੂੰ ਜੱਜ ਬਣ ਕੇ ਫੋਨ ਕਰ ਦੇਣਾ, ਨਾਲੇ ਤਾਂ ਅਗਲੇ ਦੀ ਭਾਵਨਾ ਜਿਹੜੀ ਹੈਗੀ ਉਹਦੇ ਨਾਲ ਖਿਲਵਾੜ, ਅਗਲੇ ਯਕੀਨ ਕੀਤਾ, ਬੜੀ ਇੱਜ਼ਤ ਨਾਲ ਗੱਲ ਕੀਤੀ ਵੀ ਹਾਂਜੀ ਜੱਜ ਸਾਹਿਬ ਦਾ ਫੋਨ ਆ ਗਿਆ, ਪਰ ਉਹ ਨਿਕਲਿਆ ਅਸਲ 'ਚ ਕੁਝ ਹੋਰ। ਤਾਂ ਇਸ ਤਰ੍ਹਾਂ ਦੇ ਬੰਦਿਆਂ ਦੇ ਕਾਰਵਾਈ ਜਿਹੜੀ ਹੋਣੀ ਚਾਹੀਦੀ। ਬਹੁਤ ਸਾਰੇ ਕਿਸਾਨ ਮੁਕਤਸਰ ਸਾਹਿਬ ਇਲਾਕੇ ਦੇ ਬੜੇ ਕਿਸਾਨ ਬੈਠੇ, ਅਸੀਂ ਸੜਕ ਤੇ ਬੈਠੇ ਹੋਏ ਆ, ਸ਼ਾਇਦ ਇਹਨਾਂ ਨੂੰ ਰਾਤ ਵੀ ਇੱਥੇ ਕੱਟਣੀ ਪਵੇ, ਅੱਜ ਦੀ ਵੀ ਕੱਟਣੀ ਪਵੇ, ਕੱਲ ਦੀ ਵੀ, ਹੋ ਸਕਦਾ ਪਰਸੋਂ, ਕਈ ਰਾਤਾਂ ਕੱਟਣੀਆਂ ਪੈਣ, ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ। ਗੱਲ 'ਚ ਹਾਰ ਪਾਇਆ, ਮਰਨ ਵਰਤਿਆ। ਤਾਂ ਹਾਂਜੀ, ਇਹ ਤੁਸੀਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਕਰਦੇ ਰਹੇ ਹੋ। ਇਹ ਜਿਹੜੇ ਪਹਿਲੇ ਪ੍ਰੋਟੈਸਟ ਕੀਤੀ ਆ, ਜਿੰਨੀ ਵਾਰੀ ਪ੍ਰੈਸ ਕਾਨਫਰੰਸ ਕੀਤੀ, ਉਹ ਸਾਰੀਆਂ ਇਹਨਾਂ ਨੂੰ ਅਸੀਂ ਵਾਰ-ਵਾਰ ਬੇਨਤੀ ਕਰਕੇ, ਜਿਹੜਾ ਮਰਨ ਵਰਤ ਦਾ ਸਟੈਂਡ ਹੈ ਨਾ, ਇਹ ਸਿਰਫ ਲਾਸਟ ਵਾਲਾ ਹੀ ਹੁੰਦਾ। ਇਸ ਤੋਂ ਪਹਿਲਾਂ ਬਹੁਤ ਸਾਰੇ ਸਾਡੇ ਐਕਸ਼ਨ ਨੇ ਜਿਹੜੇ ਅਸੀਂ ਛੋਟੇ-ਛੋਟੇ ਐਕਸ਼ਨ ਕਰਕੇ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ। ਇਹ ਕਾਰਵਾਈ ਤੁਸੀਂ ਸੰਦੀਪ ਬਹਿਲ ਏਡੀਓ ਦੇ ਖਿਲਾਫ ਕਰਵਾਉਣ ਲਈ ਕਰਦੇ ਸੀ? ਹਾਂਜੀ ਹਾਂਜੀ। ਉਹੀ ਜੱਜ ਸੀ, ਝੂਠਾ ਜੱਜ, ਜਿਹੜਾ ਨਕਲੀ ਜੱਜ ਬਣ ਕੇ ਕਰਦਾ ਸੀ, ਕਿਉਂਕਿ ਦੋ ਪਾਸਿਆਂ ਤੇ ਇਹਦੇ ਤੇ ਐਫਆਈਆਰ ਦਰਜ। ਸਾਡੇ ਚੀਫ ਸਾਹਿਬ ਨੂੰ ਚਾਹੀਦਾ ਸੀ, ਜਦੋਂ ਸੈਂਪਲ ਦੀ ਹੇਰ-ਫੇਰ ਕੀਤੀ, ਇਹਦੇ ਤੇ ਐਫਆਈਆਰ ਸਪੈਸ਼ਲ ਕਟਾਉਂਦਾ ਔਰ ਇਹਦੇ ਤੇ ਡੀਸੀ ਦਫ਼ਤਰ ਭਾ ਕੇ ਇਹਨੂੰ ਹੱਥਕੜੀ ਲਾ ਕੇ ਭੇਜਦਾ। ਦੂਜੇ ਪਾਸੇ ਜਿਹੜੇ ਜੱਜ ਦਾ ਨਾਮ ਲੈ ਰਿਹਾ, ਉਹਨੂੰ ਵੀ ਚਾਹੀਦਾ ਸੀ ਆਪਦੀ ਕੋਰਟ ਦੇ ਵਿੱਚ ਸੱਦ ਕੇ ਤੇ ਇਹਨੂੰ ਹੱਥਕੜੀ ਲਵਾ ਕੇ ਜੇਲ੍ਹ 'ਚ ਭੇਜਦਾ। ਕਿਤੇ ਨਾ ਕਿਤੇ ਉਹਨਾਂ ਵੱਲੋਂ ਵੀ ਜਿਹੜੀ ਅਣਗਹਿਲੀ ਕੀਤੀ ਗਈ, ਮੈਨੂੰ ਉਹ ਖਦਸ਼ਾ ਕਰਦੀ। ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਜਿੰਨੇ ਅਧਿਕਾਰੀ ਇਹਦੇ ਵਿੱਚ ਆਉਂਦੇ ਆ, ਸ਼ਾਮਲ ਹੁੰਦੇ ਨੇ, ਉਹਨਾਂ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ। ਜਿੰਨੇ ਅਧਿਕਾਰੀ ਜਿਹੜੇ ਆਉਂਦੇ ਨੇ ਸਾਰਿਆਂ ਦੇ, ਕਿੰਨੇ ਅਧਿਕਾਰੀ ਤੁਹਾਨੂੰ ਕੀ ਲੱਗਦਾ ਮੁਕਤਸਰ ਦੇ ਕਿੰਨੇ ਅਧਿਕਾਰੀ ਵੱਡੇ ਜਿਹੜੇ ਹੈਗੇ? ਜਦੋਂ ਆਪਾਂ ਗੈਂਗਸਟਰ ਤੋਂ ਪੁੱਛਗਿੱਛ ਕਰਦੇ ਨੇ, ਇੱਕ ਗੈਂਗਸਟਰ ਨੂੰ ਇਹ ਘੱਟ ਨਹੀਂ, ਜਦੋਂ ਇਹ ਤੋਂ ਪੁੱਛ ਕੇ ਗੈਂਗ ਹੀ ਇਹਨਾਂ ਦਾ ਵੀ ਇੱਕ ਗੈਂਗਵਾਰ ਬਣਿਆ। ਜਦੋਂ ਆਪਾਂ ਇਹਨਾਂ ਤੋਂ ਸਾਰੀ ਪੁੱਛਗਿੱਛ ਕਰਾਂਗੇ, ਬਰੀਕੀ ਨਾਲ ਇਹਨਾਂ ਦੀ ਫੋਨ ਕਾਲਾਂ ਨਿਕਲ ਆਉਣਗੀਆਂ। ਜੇ ਬਾਹਰਲੇ ਦੇਸ਼ ਚੋਂ ਗੈਂਗਸਟਰਾਂ ਦੀਆਂ ਕਾਲਾਂ ਨਿਕਲ ਆਉਂਦੀਆਂ ਤੇ ਪੁਲਿਸ ਪ੍ਰਸ਼ਾਸਨ ਕੋਲੇ 5 ਮਿੰਟ ਦਾ ਕੰਮ ਹੈ। ਇਹਦੇ ਨਾਲ ਕਿੰਨੇ ਬੰਦੇ ਇਹਨੂੰ ਜਿਹੜੀ ਕੰਮ ਨੂੰ ਕਵਰੇਜ ਕਰਦੇ ਨੇ, ਕਿਹੜੇ ਬੰਦੇ ਇਹਨਾਂ ਨਾਲ ਧੋਖਾ ਕਰਦੇ, ਉਹਦੀ ਫੋਨ ਕਾਲ ਤੇ ਜਦੋਂ ਮਿੰਟ 'ਚ ਕਾਰਵਾਈ ਹੋ ਸਕਦੀ। ਮੇਰੇ ਵਰਗਾ ਕਿਤੇ ਸਰਕਾਰੀ ਟੇਬਲ ਦੇ ਉੱਤੇ ਐ ਕਰਕੇ ਹੱਥ ਮਾਰਦੇ, ਸਾਡੇ ਤੇ ਪਰਚਾ ਦਰਜ ਹੋ ਜਾਂਦਾ। ਇੱਕ ਪਾਸੇ ਲੋਕਾਂ ਨਾਲ ਐਡਾ ਵੱਡਾ ਖਲਵਾੜ ਕੀਤਾ ਜਾਂਦਾ। ਜਿਹੜੇ ਇਹ ਮੁਲਕ ਜਿਹੜੇ ਛੋਟੇ ਚੋਰ ਆ, ਕਿਸੇ ਨੇ ਕੋਈ ਕਿਲੋ ਕਣਕ ਚੁੱਕ ਲਈ, ਕਿਸੇ ਨੇ ਕੋਈ ਮਾੜਾ ਜਿਹਾ ਬਾਹਰੋਂ ਸਰੀਆ ਚੁੱਕ ਲਿਆ, ਮੁੱਦਾ ਪਾ ਕੇ ਤੇ ਪਟਾ ਫੇਰਦੇ, ਪਛਾਣ 'ਚ ਨਹੀਂ ਆਉਂਦਾ। ਤੇ ਜਿਹੜੇ ਵੱਡੇ ਚੋਰ ਆ, ਉਹਨਾਂ ਨੂੰ ਬਿਲਕੁਲ ਸਿਕਿਉਰਿਟੀ ਵੀ ਸ਼ਾਇਦ ਦਿੱਤੀ ਹੋਣੀ ਬਾਲ ਸਾਹਿਬ ਨੂੰ।
ਸਿਕਿਉਰਿਟੀ ਜੇ ਹੋਈ ਪਹਿਲਾਂ ਮਿਲਦੀ ਨਹੀਂ, ਜਦੋਂ ਲਾਲ ਬੱਤੀ ਹੋ ਸਕਦਾ ਲੈਂਦਾ ਰਿਹਾ। ਇਹਨਾਂ ਨੇ ਲੰਬੀ ਹਲਕੇ 'ਚ ਬਹੁਤ ਸਮਾਂ ਚੋਰਾਂ ਨੂੰ ਇਦਾਂ ਸਰਦਾਰੀ ਮਿਲਦੀ ਸਰਦਾਰੀ ਮਿਲਦੀ ਹੈ, ਪਰ ਕਾਰਨ ਇਹ ਨਾ ਕੱਲੀ ਸਰਦਾਰੀ ਨਹੀਂ ਮਿਲਦੀ, ਮੋਟਾ ਹਿੱਸਾ ਮਿਲਦਾ। ਸਰਦਾਰੀ ਤਾਂ ਮਿਲਦੀ ਜੇਕਰ ਮੋਟਾ ਹਿੱਸਾ ਨਾ ਜਾਂਦਾ ਹੋਵੇ, ਫਿਰ ਸਰਦਾਰੀ ਜਿਹੜੇ ਮੰਨ ਲਓ ਇੱਕ ਚੀਫ ਸਾਹਿਬ ਦੀ ਨੱਕ ਥੱਲੇ ਕੋਈ ਕੰਮ ਕਰ ਰਿਹਾ, ਡੀਸੀ ਸਾਹਿਬ ਦੀ ਨੱਕ ਥੱਲੇ ਇੱਕ ਕਲਰਕ ਕੰਮ ਕਰ ਰਿਹਾ, ਫਿਰ ਕੀ ਉਹ ਦੋਸ਼ੀ ਨਹੀਂ ਹੋ ਸਕਦੇ? ਜੇਕਰ ਇਹਦੀ ਉੱਚ ਪੱਧਰੀ ਜਾਂਚ ਹੋਵੇ, ਦੋਸ਼ੀ ਜਿਹੜੇ ਪਾਏ ਜਾਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ। ਜਿਵੇਂ ਆ ਮੁੰਡੇ ਜਿਹੜੇ ਜਿਨ੍ਹਾਂ ਨੂੰ ਗੈਂਗਸਟਰ ਸ਼ਬਦ ਦਿੱਤਾ ਪੁਲਿਸ ਨੇ, ਹੈ ਤੇ ਆਪਣੇ ਮੁੰਡੇ ਬੜੇ, ਕਈ ਖਿਡਾਰੀ ਸੀ, ਕੋਈ ਪੁਲਿਸ ਵਾਲਿਆਂ ਦੇ ਮੁੰਡੇ ਆ, ਕੋਈ ਚੰਗੀਆਂ ਖਿੱਚਦਾ। ਹੁਣ ਆਪਣਾ ਫਿਰੋਜ਼ਪੁਰ ਵਾਲਾ ਸੀਗਾ ਜਿੰਦਾ ਉੱਥੇ ਐਨਕਾਊਂਟਰ ਕਰਦੇ ਕਲਕੱਤੇ, ਉਹ ਪੁਲਿਸ ਵਾਲੇ ਦਾ ਮੁੰਡਾ। ਉਹ ਕਹਿੰਦੇ ਸਾਡੇ ਮੁੰਡੇ ਨੂੰ ਨੌਕਰੀ ਨਹੀਂ ਮਿਲੀ, ਗਲਤ ਰਾਹੇ ਪੈ ਗਏ। ਚਲੋ ਜਿਵੇਂ ਵੀ ਚੱਲ ਗਏ, ਉਹ ਮਾੜਾ ਹੋਇਆ, ਉਹਨਾਂ ਦੇ ਮਾਵਾਂ ਦੇ ਪੁੱਤ ਚੱਲ ਗਏ ਆ। ਵੱਡੀ ਗੱਲ ਜਿਹੜੀ ਮੇਰੇ ਕਰਨ ਯੋਗ ਆ, ਕੱਲ ਤੇ ਪਰਸੋਂ ਇਹਨਾਂ ਨੇ ਜੀ ਮਾਝੇ 'ਚ ਵੀ ਕਈ ਥਾਵਾਂ ਦੇ ਪੁਲਿਸ ਨੇ ਰਾਤ ਬਰਾਤੇ ਜਿਹੜਾ ਹੈਗਾ NIA ਦੀ ਟੀਮਾਂ ਨੇ ਛਾਪੇਮਾਰੀ ਕੀਤੀ ਹੈ। ਕਿਸੇ ਗੈਂਗਸਟਰ ਦੀ ਮਾਤਾ ਸੀ, ਉਹ ਕਹਿੰਦੀ ਮੈਂ ਖਲੋਤੀ ਸੀ, ਮੈਂ ਡਰ ਗਈ, ਸਾਡਾ ਘਰ ਇਹਨਾਂ ਨੇ ਸਾਰਾ ਵੀਡੀਓ ਬਣਾ ਕੇ ਇਨਵੈਸਟੀਗੇਸ਼ਨ ਕੀਤੀ, ਪੂਰੀ ਤਲਾਸ਼ੀ ਲਈ। ਤਾਂ ਇਸ ਤਰ੍ਹਾਂ ਦੇ ਕਰਪਟ ਲੋਕ ਆ ਜਿਹੜੇ, ਇਹਨਾਂ ਦੀਆਂ ਤਲਾਸ਼ੀਆਂ ਹੋਣੀਆਂ ਚਾਹੀਦੀਆਂ। ਮੈਂ ਕਹਿੰਦਾ ਵੀ ਇਹਦੇ ਕੋਲੇ ਜਿਹੜਾ 50,000 ਦਾ ਦੀ ਜੇਬ 'ਚ ਪਿੰਨ ਹੁੰਦਾ ਸੀ, ਤੇ ਦੂਜੇ ਪਾਸੇ ਜਿਹੜੇ ਇਹਦੇ ਘਰ ਦੇ ਗੇਟ ਨੇ ਉਹ ਰਿਮੋਟ ਨਾਲ ਖੁੱਲ੍ਹਦੇ ਨੇ। ਇੱਕ ਏਡੀਓ ਹੋਵੇ ਤੇ ਮੰਤਰੀ ਦੇ ਜਿਹੜੇ ਨੇ ਉਹ ਗੇਟ ਰਿਮੋਟ ਨਾਲ ਖੁੱਲ੍ਹ ਸਕਦੇ, ਕਿਉਂਕਿ ਉਹਨੂੰ ਮੋਟੀ ਕਮਾਈ ਹੈ ਡੀਸੀ ਦੇ। ਰੋਜੀ ਵਾਲੇ ਨਹੀਂ ਖੁੱਲਦੇ, ਰਿਮੋਟ ਵਾਲੇ ਰੋਜੀ ਵਾਲੇ ਵੀ ਨਹੀਂ ਖੁੱਲ੍ਹਦੇ, ਪਰ ਇਹਦੇ ਏਡੀਓ ਸੰਦੀਪ ਬੈਲ ਦੇ ਜਿਹੜੇ ਗੇਟ ਨੇ ਉਹ ਰਿਮੋਟ ਤੇ ਖੁੱਲ੍ਹਦੇ ਨੇ। ਤੇ ਜਿਨ੍ਹਾਂ ਦਾ ਪਿਛੋਕੜ ਆ ਵੀ ਉਹਦਾ ਪਿਤਾ ਇੱਕ ਠੰਡਿਆਂ ਦਾ ਕੰਮ ਕਰਦਾ, ਛੋਟਾ ਜਿਹਾ ਕਾਰੋਬਾਰੀ, ਤੇ ਉਹ ਫਿਰ ਉਹਦੀ ਜਿਹੜੀ ਐਡੀ ਵੱਡੀ ਆਮਦਨ ਆ ਗਈ। ਉਹਨਾਂ ਨੇ ਇੱਕ ਦਿਨ ਸਵਾਲ ਕੀਤਾ ਸੀ ਵੀ ਜੇਕਰ ਮੇਰੀ ਤੇ ਕੋਈ ਸ਼ੱਕ ਹੈ ਤੇ ਮੇਰੀ ਇਨਕੁਆਇਰੀ ਕਰਕੇ ਜਾਂਚ ਕੀਤੀ ਜਾਵੇ। ਜਾਂਚ ਇਕੱਲੀ ਉਹਦੀ ਨਹੀਂ ਹੋਊ, ਉਹਦੇ ਸਾਰੇ ਰਿਸ਼ਤੇਦਾਰਾਂ ਦੀ ਹੋਊਗੀ, ਕਿਉਂਕਿ ਜਿਨ੍ਹਾਂ ਦੇ ਖਾਤਿਆਂ 'ਚ ਪੈਸੇ ਆ ਕੇ ਫਿਰ ਹੋਇਆ। ਇਹ ਤਾਂ ਹੈ ਨਹੀਂ ਵੀ ਉਹ ਛਾਤਰ ਦਿਮਾਗ ਉਹਨੇ ਆਪਦੇ ਨਾਂ ਤੇ ਲਿਆਈ ਕੁਛ ਨਹੀਂ। ਇਸ ਕਰਕੇ ਜਿਹੜੇ ਬੰਦੇ ਉਹਨਾਂ ਨੂੰ ਉਹਦੇ ਨੇੜੇ ਦੀ ਰਿਸ਼ਤੇਦਾਰ ਜੁੜਦੇ ਆ, ਉਹਨਾਂ ਤੋਂ ਪੜਤਾਲ ਕਰਕੇ ਤੇ ਪੜਤਾਲ ਦੀ ਜਾਂਚ ਹੋ ਸਕਦੀ। ਤਾਂ ਜਾਂਚ ਹੋ ਸਕਦੀ। ਅਸੀਂ ਥੋੜੀ ਜਿਹੀ ਜਿਹੜੀ ਗੱਲ ਹੈ ਆਸੇ-ਪਾਸੇ ਲੋਕ ਆ ਇਹਨਾਂ ਨਾਲ ਵੀ ਕਰਾਂਗੇ ਵੀ ਉਹ ਕੀ ਸੋਚਦੇ। ਕੋਈ ਨਕਲੀ ਜੱਜ ਆ ਗਏ ਭਾਈ ਮਾਰਕੀਟ 'ਚ ਆਪਣਾ ਬਚਾਅ ਵੀ ਕਰੋ, ਸ਼ਾਇਦ ਹੋ ਸਕਦਾ। ਕਿਉਂਕਿ ਅੱਗੇ ਨਾ ਕਈ ਵਾਰੀ ਕੋਈ ਨਕਲੀ ਜਿਹੜਾ ਵਿਜੀਲੈਂਸ ਵਾਲਾ ਫੜਿਆ ਗਿਆ, ਨਕਲੀ ਇੰਟੈਲੀਜੈਂਸੀ ਵਾਲਾ ਫੜਿਆ ਗਿਆ, ਬੜੇ ਇਸ ਤਰ੍ਹਾਂ ਦੇ ਸਮੇਂ-ਸਮੇਂ ਤੇ ਜਿਹੜੇ ਇਦਾਂ ਦੇ ਜਿਹੜੇ ਹੈਗੇ ਉਹ ਫੜੇ ਜਾਂਦੇ ਰਹਿੰਦੇ ਆ। ਤਾਂ ਸਾਡੀ ਪੰਜਾਬ KTV ਦੇ ਮਾਧਿਅਮ ਰਾਹੀਂ ਵੀ ਜਿਹੜੀ ਅਪੀਲ ਵੀ ਹੈਗੀ ਹੈ ਪ੍ਰਸ਼ਾਸਨ ਨੂੰ, ਪੰਜਾਬ ਦੀ ਸਰਕਾਰ ਨੂੰ, ਵੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਅਸੀਂ ਗੱਲਬਾਤ ਕਰਾਂਗੇ। ਹਾਂਜੀ ਬਾਪੂ ਜੀ, ਕੀ ਹਾਲ ਚਾਲ? ਨਾਂ ਕੀ ਤੁਹਾਡਾ? ਮੇਰਾ ਨਾਮ ਤਾਂ ਬਲਦੇਵ। ਹਾਂਜੀ ਬਲਦੇਵ ਸਿੰਘ। ਨਕਲੀ ਜੱਜ ਕਹਿੰਦੇ ਇੱਕ ਬੰਦਾ ਫੋਨ ਕਰਦਾ ਹੀ ਲੋਕਾਂ ਨੂੰ, ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੁਣ ਤੇ? ਇਹ ਆਪਾਂ ਬੋਲਣਾ ਨਹੀਂ ਬੋਲਦਾ? ਨਾ ਨਾ ਕਿਹੋ ਜਿਹੀ ਕਾਰਵਾਈ ਬਾਪੂ ਜੀ ਹੋਣੀ ਚਾਹੀਦੀ ਆ? ਜੀ ਪੂਰੀ ਕਾਰਵਾਈ ਹੋਣੀ ਚਾਹੀਦੀ ਜੀ ਉਹਨਾਂ ਦੇ, ਵੀ ਜਿਹੜਾ ਇਹ ਭ੍ਰਿਸ਼ਟ ਕੰਮ ਕਰਦੇ ਆ ਇਹਨਾਂ ਵਾਸਤੇ ਪੂਰੇ ਸਕੰਜਾ ਕਰਨਾ ਚਾਹੀਦਾ। ਮਾਨ ਸਰਕਾਰ ਨੂੰ ਚਾਹੀਦਾ ਵੀ ਇਹ ਬਿਲਕੁਲ ਇਹ ਉਹਨੇ ਆਪ ਆਖਿਆ ਵੀ ਅਸੀਂ ਸਭ ਕੁਝ ਖਤਮ ਕਰਾਂਗੇ। ਇਹ ਜਿਹੜੀ ਭ੍ਰਿਸ਼ਟਾਚਾਰ ਸਾਰੀ ਖਤਮ ਕਰਨੀ ਚਾਹੀਦੀ ਇਹਨੂੰ। ਜਿਵੇਂ ਨਾ ਕਈ ਕਿਸਾਨ ਜਿਹੜੇ ਆ ਵਿਚਾਰਿਆਂ ਤੋਂ ਕਰਜ਼ਾ ਨਾ ਭਰਿਆ ਜਾਵੇ ਤੇ ਪਰਚੇ ਦਰਜ ਹੋ ਜਾਂਦੇ ਆ, ਉਹਨਾਂ ਨੂੰ ਫੜ ਲੈਂਦੇ ਆ, ਤਾਂ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਫੜ ਕਿਉਂ ਨਹੀਂ ਰਹੇ ਤੱਕ? ਇਹਨਾਂ ਨੂੰ ਬਸ ਇਹਨਾਂ ਨੇ ਸਾਰੀ ਮਿਲੀ ਭੁਗਤੀ ਸਾਰਾ ਕੰਮ ਆ ਜੀ ਇਹ। ਹਾਂ, ਇਸੇ ਕਰਕੇ ਫਿਰ ਇਹਨਾਂ ਦੇ ਸਾਰਾ ਕੁਝ ਪਾਵਰਾਂ ਹੈਗੀਆਂ ਨੇ ਕੋਲੇ, ਮਿਲੀ ਭੁਗਤੀ ਸਾਰਾ ਕੰਮ ਹੁੰਦਾ ਜੀ ਇਹ। ਤੇ ਜਿਹੜੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ, ਬੜਾ ਵੱਡਾ ਕਹਿੰਦੇ ਬਦਲਾਅ ਆ ਗਿਆ, ਬੜੀ ਸਖਤ ਕਾਰਵਾਈ ਹੋਊਗੀ, ਤੇ ਇਹ ਬੰਦੇ ਤਾਂ ਖੁੱਲੇ ਫਿਰਦੇ। ਹਾਂ, ਗੱਲ ਤਾਂ ਇਹੀ ਹੈ ਜੀ, ਇਹਨਾਂ ਨੂੰ ਚਾਹੀਦਾ ਵੀ ਸਖਤੀ ਵਰਤਣੀ। ਆਇਆ ਕਿ ਨਹੀਂ ਆਇਆ? ਬਸ ਨਹੀਂ ਜੀ, ਕੋਈ ਖਾਸ ਨਹੀਂ ਆਇਆ ਜੀ। ਹਾਂ, ਲੱਗਦਾ ਨਹੀਂ, ਥੋੜਾ ਜਿਹਾ ਹੈ, ਬੜਾ ਮੋੜਾ ਉਹਦੀ ਗੱਲ ਨਹੀਂ ਕੋਈ ਬਣੀਆ। ਲੋ ਜੀ ਬਾਪੂ ਕਹਿੰਦਾ ਵੱਡੀ ਗੱਲ ਨਹੀਂ। ਤੁਹਾਡਾ ਕੀ ਨਾਮ ਹੈ ਜੀ? ਬਲਵਿੰਦਰ ਸਿੰਘ ਜੀ। ਕਿਹੜਾ ਪਿੰਡ ਤੁਹਾਡਾ? ਖੁੰਡੇ ਲਾਲਾ ਜੀ। ਖੁੰਡੇ ਲਾਲ ਵਾਲੇ ਤੁਸੀਂ ਕਿਵੇਂ ਦੇਖਦੇ ਹੋ? ਜਦੋਂ ਮੈਂ ਸ਼ੁਰੂਆਤ ਕਿਹਾ ਵੀ ਨਕਲੀ ਮੋਬਾਈਲ ਆ ਗਏ ਆ, ਨਕਲੀ ਦਵਾਈਆਂ ਆ ਗਈਆਂ, ਹਨਾ, ਹੋਰ ਕੋਈ ਨਕਲੀ ਆ ਗਿਆ, ਆ ਬਿੱਲੇ ਵੀ ਨਕਲੀ ਆ ਗਏ, ਛੇਤੀ ਰੰਗ ਲੈ ਜਾਂਦਾ, ਤੇ ਜੱਜ ਹੀ ਨਕਲੀ ਆ ਗਏ। ਤੇ ਜੱਜ ਬੇਈਮਾਨ ਹੈਗੇ ਸਾਰੇ, ਬਸ ਲੋਕਾਂ ਨੂੰ ਠੱਗੀ ਜਾਂਦੇ ਹੈਗੇ ਆ। ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ? ਕਾਰਵਾਈ ਇਹਦੇ ਤੇ ਕੀ, ਇਹਨੂੰ ਪਰਚਾ ਦਰਜ ਹੋ ਕੇ ਅਰੈਸਟ ਕਰਨਾ ਚਾਹੀਦਾ। ਜੋ ਇਹਦੀ ਪ੍ਰਾਪਰਟੀ ਹੈਗੀ ਆ ਉਹ ਜ਼ਬਤ ਹੋਣੀ ਚਾਹੀਦੀ ਆ, ਫਿਰ ਇਹਨਾਂ ਨੂੰ ਅਕਲ ਆਊ। ਜਿਹਦੀ ਪ੍ਰਾਪਰਟੀ ਤੇ ਇਹਨਾਂ ਦੀ ਕੋਈ ਜ਼ਬਤ ਨਹੀਂ ਕਰਦੇਗੇ, ਕੱਲਾ ਇਹਨਾਂ ਤੇ ਪਰਚਾ ਕਰ ਦਿੰਦੇ ਆ। ਪਰਚਾ ਕਰਦੇ ਕੋਈ 10-20 ਦਿਨ ਅੰਦਰ ਲਾ ਕੇ ਬਾਹਰ ਆ ਜਾਂਦੇ ਹੈਗੇ ਆ, ਮੁੜ ਕੇ ਲੋਕਾਂ ਨੂੰ ਠੱਗਾ ਠੋਰੀਆਂ ਤੇ ਫੇਰ ਹੋ ਜਾਂਦੇ ਹੈਗੇ ਆ। ਜਿਵੇਂ ਨਾ ਕਿਸਾਨ, ਮੈਂ ਜਿੱਦਾਂ ਗੱਲ ਕਰਦਾ, ਕਈ ਕਿਸਾਨਾਂ ਤੇ ਬੈਂਕ ਦਾ ਕਰਜ਼ਾ ਬਹੁਤ ਜ਼ਿਆਦਾ ਜਿਹੜਾ ਤਾਰ ਨਹੀਂ ਸਕੇ, ਜਾਂ ਕਈਆਂ ਨੇ ਤਾਰਾਂ ਦਾ ਜਿਹੜਾ ਹੈਗਾ ਤਹਈਆ ਨਾ ਕੀਤਾ, ਕਿਸੇ ਵਜ੍ਹਾ ਕਰਕੇ ਉਹਨਾਂ ਤੇ ਪਰਚੇ ਦਰਜ ਹੁੰਦੇ ਆ। ਉਹਨਾਂ ਦਾ ਡਿਫਾਲਟਰ ਦੇ ਨਾਂ ਤੇ ਫੋਟੋਆਂ ਲੱਗਦੀਆਂ ਨੇ, ਕਈ ਵਾਰੀ ਇਸ਼ਤਿਹਾਰ ਵੀ ਆਉਂਦੇ ਆ, ਉਹਨਾਂ ਨੂੰ ਬਲੈਕ ਲਿਸਟ ਕਰ ਦਿੰਦੇ ਵੀ ਇਹਨਾਂ ਨਾਲ ਰਿਸ਼ਤਾ ਨਾ ਕਰੋ, ਬੜੀ ਬਦਨਾਮੀ ਕਰਦੇ ਆ। ਤੇ ਇਸ ਤਰ੍ਹਾਂ ਦੇ ਬੰਦਿਆਂ ਤੇ ਨਹੀਂ ਕਾਰਵਾਈ ਹੋਣੀ? ਇਹਨਾਂ ਤੇ ਬੰਦੇ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਜੀ, ਪਰ ਜਿਹੜਾ ਪ੍ਰਸ਼ਾਸਨ ਆ ਇਹ ਵੀ ਇਹਨਾਂ ਨਾਲ ਰਲਿਆ ਵਾ, ਫਿਰ ਜਿਹੜਾ ਕਾਰਵਾਈ ਨਹੀਂ ਕਰਦਾਗਾ। ਜੇ ਕਿਸਾਨ ਬੜਾ ਜਾਂ ਕੋਈ ਖੇਤ ਕੋਈ ਘਾਹ ਫੂਸ ਨੂੰ ਅੱਗ ਲਾ ਦਿੰਦਾ ਹੈਗਾ, ਉਧਰ ਜਾ ਕੇ ਤੇ ਡੰਡਾ ਖਿੱਚ ਲੈਂਦੇ ਤੇ ਅਰੈਸਟ ਕਰੋ। ਅਸੀਂ ਵੀ ਕਰੋੜ ਰੁਪਈਆ ਲੱਗੂ ਜੁਰਮਾਨਾ। ਹਾਂ, ਅਰੈਸਟ ਕਰੋ ਇਹਨਾਂ ਨੂੰ। ਇਹਨਾਂ ਨੂੰ ਅੱਜ ਕਿਹਨਾਂ ਦੇ ਅਰੈਸਟ ਨਹੀਂ ਕਰ ਰਹੇਗੇ, ਤਾਂ ਇਹਨਾਂ ਨੂੰ ਅਰੈਸਟ ਨਹੀਂ ਕਰ ਰਹੇ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਭਾਨਾ ਬਰਾੜ, ਪਿੰਡ ਸੱਕਾਂ ਵਾਲੀ। ਭਾਨਾ ਬਰਾੜ ਜੀ, ਤੁਸੀਂ ਕਿਵੇਂ ਲੈਂਦੇ ਹੋ? ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ? ਇਹਦਾ ਜੀ ਪਹਿਲ ਦੇ ਆਧਾਰ ਤੇ ਜਿਹੜੇ ਜੱਜ ਸਾਹਿਬ ਦਾ ਨਾਮ ਵਰਤਦਾ ਸੀ, ਉਹ ਜੱਜ ਸਾਹਿਬ ਨੂੰ ਵੀ ਸਾਹਮਣੇ ਆ ਕੇ ਪਹਿਲ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਕੋਈ ਏਡੇ ਵੱਡੇ ਅਹੁਦੇ ਤੇ ਬੈਠਾ
ਜਿਨ੍ਹਾਂ ਤੋਂ ਆਪਾਂ ਇਨਸਾਫ ਦੀ ਆਸ ਰੱਖਦੇ ਆ, ਤੇ ਜਦੋਂ ਉਹਨਾਂ ਦਾ ਕੋਈ ਨਾਂ ਵਰਤ ਕੇ ਏਰੀਏ ਦੇ ਵਿੱਚ ਇਹੋ ਜਿਹੀਆਂ ਧਾਂਦਲੀਆਂ ਕਰੂਗਾ ਤੇ ਉਹ ਜੱਜ ਸਾਹਿਬ ਨੂੰ ਪਹਿਲ ਦੇ ਆਧਾਰ ਤੇ, ਕਿਉਂਕਿ ਅੱਜ ਕੱਲ੍ਹ ਗੱਲ ਲੁਕੀ ਛਿਪੀ ਤਾਂ ਹੈ ਨਹੀਂ, ਜਾਂਦਾ ਹੋਵੇ ਵੀ ਉਹ ਦੂਸਰੀ ਸਟੇਟ ਦੇ ਕਿਸੇ ਜੱਜ ਸਾਹਿਬ ਦਾ ਨਾਮ ਲੈਂਦੇ ਆ, ਲੋਕਲੀ ਜੱਜ ਸਾਹਿਬ ਦਾ ਨਾਮ ਲਈ ਜਾਂਦੇ ਆ, ਲੋਕਲੀ ਇੱਥੇ ਰਹਿੰਦੇ ਆ, ਪ੍ਰਸ਼ਾਸਨ ਤੋਂ ਵੀ ਖਬਰ ਜਾਂਦੀ ਆ। ਇਹ ਤਾਂ ਹੈ ਜਿੱਦਾਂ ਲੱਗਦਾ ਵੇਖਣ 'ਚ ਵੀ ਥੋੜਾ ਲਾਲਚੀ ਮਾਮਲਾ, ਵੀ ਮੇਰਾ ਨਾਂ ਲੈ ਕੇ ਮਿਲ ਲਈ ਬਈ ਕੋਈ ਮਾੜਾ ਮੋਟਾ ਕੰਮ ਹੋਊਗਾ, ਪੈਸੇ ਹੋ ਸਕਦਾ ਇੰਜ ਕੋਈ ਮਾੜਾ ਚੰਗਾ ਕੰਮ ਵੀ ਉਹਦਾ ਨਾਮ, ਮੰਨ ਲਓ ਮੈਂ ਆ ਕਿਸੇ ਨੂੰ ਫੋਨ ਕਰਾਂ ਮੈਂ ਭਾਨਾ ਬੋਲਦਾ, ਕਿਸੇ ਦੇ ਪਰਿਵਾਰ ਨੂੰ ਫੋਨ ਕਰ ਲਾਂ, ਕਿਸੇ ਕੋਈ ਹੋਰ ਗਲਤ ਕੰਮ ਵੀ ਹੋ ਸਕਦਾ। ਹੋ ਸਕਦਾ ਫਿਰ ਇਹ ਤਾਂ ਸਾਫ ਹੀ ਹੁਣ, ਜਿਵੇਂ ਇੰਨਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਜਦੋਂ ਜੱਜ ਸਾਹਿਬ ਦਾ ਕੋਈ ਨਹੀਂ ਮੰਨ ਲਓ ਗੱਲ ਸਾਹਮਣੇ ਆਉਂਦੀ ਆ ਆਪਣੇ, ਤਾਂ ਕਿਤੇ ਨਾ ਕਿਤੇ ਸ਼ੱਕ ਜਿਹਾ ਤਾਂ ਜਾਂਦਾ ਹੀ ਆ। ਪਰ ਹੁਣ ਜੇ ਇਹ ਜੱਜ ਸਾਹਿਬ ਹੀ ਇਹੋ ਜਿਹੇ ਸੋਚਦੇ ਹੁਣ ਵੀ ਇਹਦੇ ਹੱਥ ਪਤਾ ਨਹੀਂ ਕਿੱਡੇ ਕਿ ਲੰਬੇ ਆ, ਜਿਹੜਾ ਜੱਜ ਝੂਠਾ ਹੀ ਬਣੇ ਫਿਰਦਾ, ਉਹ ਅਸਲੀ ਜੱਜ ਪਤਾ ਨਹੀਂ ਕਿੰਨੇ ਟੈਸਟ ਦਿੱਤੇ ਹੋਣੇ, ਕਿੰਨਾ ਚਿਰ ਉਹਨੇ ਸਰਵਿਸ ਕੀਤੀ ਹੋਣੀ। ਨਹੀਂ ਹੱਥ ਦਾ ਤਾਂ ਪਤਾ ਨਹੀਂ, ਕੱਦ ਤਾਂ ਦੇ ਵੀ ਐਡਾ ਕੀ ਹੈ ਜੀ ਉਹਨਾਂ ਦਾ, ਆਪਾਂ ਤਾਂ ਆਪਣੇ ਦਰਸ਼ਨ ਪਾਏ ਹਜੇ, ਤੇ ਪਰ ਦਰਸ਼ਨਾਂ ਤੋਂ ਉੱਦਾਂ ਹੀ ਚੰਗਾ ਬੰਦਾ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜੀਤ ਸਿੰਘ, ਮਾਨ ਪਿੰਡ ਰੋੜਾਂ ਵਾਲੇ ਤੋਂ। ਜੀ ਸਿੰਘ, ਭ੍ਰਿਸ਼ਟਾਚਾਰ ਬਹੁਤ ਹੈ, ਚਲੋ ਦੁਨੀਆ ਦੇ ਹਰ ਕੋਨੇ 'ਚ ਹੀ ਆ, ਪਰ ਭਾਰਤ ਔਰ ਪਾਕਿਸਤਾਨ ਔਰ ਤਿੰਨ ਚਾਰ ਮੁਲਕ ਆ ਜਿਹੜੇ ਅਸਲੀ ਗਰਕੇ ਜੇ ਪਏ ਆ। ਪੰਜਾਬ 'ਚ ਐਂ ਕਹਿੰਦੇ ਸੀ ਵੀ ਬੜਾ ਵੱਡਾ ਬਦਲਾਅ ਆ ਗਿਆ, ਕਹਿੰਦੇ ਸੀ ਖੋਤੇ ਨੂੰ ਖੋਤਾ ਤੇ ਘੋੜੇ ਨੂੰ ਘੋੜਾ ਕਿਹਾ ਜਾਊਗਾ, ਪਰ ਇੱਥੇ ਜਿਹੜਾ ਖੋਤਾ ਆ ਘੋੜਾ ਬਣ ਕੇ ਲੋਕਾਂ ਨੂੰ ਫੋਨ ਕਰਦਾ। ਇਹ ਜੀ ਬਦਲਾਅ ਦੀ ਹੈ ਜਿਹੜੀ ਗੱਲ, ਤੁਸੀਂ ਆਪ ਸਮਝਦੇ ਹੋ ਵੀ ਉਹਨਾਂ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਵੀ ਜੇਕਰ ਸਾਡੇ ਹੱਥ ਸੱਤਾ ਆ ਗਈ ਅਸੀਂ ਕੋਈ ਵੀ ਧਰਨਾ ਨਹੀਂ ਹੋਣ ਦਿਆਂਗੇ। ਅੱਜ ਤੁਸੀਂ ਦੇਖ ਲਓ ਕਿਸਾਨ ਸੜਕਾਂ ਤੇ ਰੋਲਿਆ, ਨਕਲੀ ਜੱਜ ਬਣ ਕੇ ਲੋਕਾਂ ਤੇ ਦਬਾਅ ਪਾਇਆ ਜਾ ਰਿਹਾ, ਪੈਸੇ ਬਟੋਰੇ ਜਾ ਰਹੇ ਆ। ਇਸ ਬੰਦੇ ਨੇ ਜਿਹੜਾ ਏਡੀਓ ਬਹਿਲ ਆ, ਇਹਨੇ ਨਕਲੀ ਸੈਂਪਲ ਭਰ ਕੇ ਇੱਥੇ ਉਹਦੇ ਸੈਂਪਲ ਫੇਲ ਹੋ ਗਏ ਆ। ਪਹਿਲਾਂ ਤਾਂ ਇਹਨੇ 4 ਸੈਂਪਲ ਮੰਡੀ 'ਚੋਂ ਭਰੇ ਤੇ ਦਫ਼ਤਰ ਦੇ ਵਿੱਚ ਆਉਂਦਿਆਂ ਇੱਕ ਸੈਂਪਲ ਹੀ ਗਾਇਬ ਹੋ ਜਾਂਦਾ। ਤੁਸੀਂ ਕਿਸੇ ਨੇ ਦੇਖੋ ਜੀ ਜਿਹੜਾ ਗਾਇਬ ਹੋ ਗਿਆ ਇਹਦੇ ਪਿੱਛੇ ਕੀ ਪਤਾ ਉਹਨੇ ਕਿੰਨੇ ਲੱਖ ਰੁਪਈਆ ਲਿਆ ਹੋਊਗਾ। ਇਹ ਤਾਂ ਰੁਪਈਆ ਲੈ ਕੇ ਹੀ ਹੋਇਆ ਨਾ। ਤੇ ਉਸ ਤੋਂ ਬਾਅਦ ਤੁਸੀਂ ਇਸ ਅਫਸਰ ਤੇ ਆ ਜਾਓ ਆਪਣੇ ਚੀਫ ਸਾਹਿਬ ਤੇ, ਵੀ ਉਹਨਾਂ ਨੇ ਵੀ ਉਹਨਾਂ ਨੂੰ ਨਹੀਂ ਪੁੱਛਿਆ ਵੀ ਇਹ ਜਿਹੜੇ 3 ਰਹਿ ਗਏ 4 ਦੀ ਬਜਾਏ ਵੀ 3 ਕਿਉਂ ਰਹੇ। ਟੋਟਲੇ 7 ਸੀਗੇ ਤੇ 6 ਰਹਿ ਗਏ, 6 ਦੇ ਸੈਂਪਲ ਫੇਲ ਹੋ ਗਏ। ਅਸੀਂ ਇਹਨਾਂ ਨੂੰ ਆਖਿਆ ਵੀ ਤੁਸੀਂ ਇੱਥੇ ਬੋਰਡ ਲਾਓ ਵੀ ਆਹ ਕੰਪਨੀ ਦਾ ਆਹ ਸੈਂਪਲ ਫੇਲ ਹੋ ਗਿਆ, ਤੇ ਇਹ ਕਿਸਾਨ ਜਿਹੜਾ ਖਾਦ ਪਾਉਂਦਾ ਜਾਂ ਕੀੜੇ ਮਾਰ ਦਵਾਈਆਂ ਪਾਉਂਦਾ ਇਹ ਨਾ ਪਾਵੇ। ਕਿਸਾਨ ਇਹ ਮਾੜੀ ਚੀਜ਼ ਹੈ, ਇੱਥੇ ਬੋਰਡ ਲੱਗ ਜਾਣਾ ਚਾਹੀਦਾ। ਕੱਲ ਚੀਫ ਸਾਹਿਬ ਨਾਲ ਮੀਟਿੰਗ ਹੋਈ, ਉਹ ਡੀਸੀ ਸਾਹਿਬ ਨਾਲ ਵੀ ਹੋਈ ਸੀ। ਉਹ ਆਂਦੇ ਜੀ ਅਸੀਂ ਜਨਤਕ ਨਹੀਂ ਕਰ ਸਕਦੇ। ਜਿੰਨਾ ਚਿਰ ਉਹਨਾਂ ਨੇ ਜਨਤਕ ਨਹੀਂ ਕੀਤਾ, ਉਹ ਕੀੜੇ ਮਾਰ ਦਵਾਈਆਂ ਜਿਹੜੀਆਂ ਨਕਲੀ ਸੀ ਉਦੋਂ ਨੂੰ ਇਹਨਾਂ ਨੇ ਵੇਚ ਲਈਆਂ। ਉਹ ਆਂਦੇ ਜੀ ਅਸੀਂ ਦੁਕਾਨ ਬੰਦ ਕਰਤੀ। ਦੁਕਾਨ ਦੇ ਵਿੱਚ ਤਾਂ ਤੁਸੀਂ ਆਪ ਸਿਆਣੇ ਹੋ, ਸਾਰੀ ਦਿਹਾੜੀ ਪੱਤਰਕਾਰ ਕਰਦੇ ਹੋ ਵੀ ਉਹਦੇ ਵਿੱਚ ਸਟਾਕ ਜੇ 100% ਆ ਤਾਂ 2-3% ਮਾਲ ਦੁਕਾਨ ਦੇ ਵਿੱਚ ਹੁੰਦਾ, ਬਾਕੀ ਸਾਰਾ ਗਡਾਊਨ ਦੇ ਵਿੱਚ ਹੁੰਦਾ। ਉਹਨਾਂ ਨੇ ਗਡਾਊਨ ਵਾਲਾ ਮਾਲ ਸਾਰਾ ਕੱਢ ਲਿਆ, ਇਹਦੇ ਝੋਲੇ ਭਰਤੇ ਤੇ ਲੋਕਾਂ ਦਾ ਸਤਿਆਨਾਸ਼ ਹੋ ਗਿਆ ਜੀ। ਕਿਸਾਨ ਬਿਲਕੁਲ ਠੀਕ ਹੈ, ਜਿੱਦਾਂ ਥਾਣਿਆਂ ਦੇ ਵਿੱਚ ਕੋਈ ਚੋਰਾਂ ਬਾਰੇ, ਕੋਈ ਜਿਹੜੇ ਜੇਬ ਕਤਰੇ ਹੁੰਦੇ ਆ, ਠੱਗਾਂ ਬਾਰੇ ਨਾ ਫੋਟੋ ਲੱਗੀ ਪਈ ਇਹਨਾਂ ਤੋਂ ਬਚੋ, ਤਾਂ ਇਹ ਵੀ ਤਾਂ ਫਿਰ ਚੋਰ ਠੱਗੀ ਹੈ, ਝੂਠੀ ਦਵਾਈ ਜਿਹੜੀ ਮਾੜੀ ਦਵਾਈ ਹੈ, ਨੁਕਸਾਨ ਕਰ ਰਹੀ ਕਿਸਾਨੀ ਦਾ। ਚੋਰ ਠੱਗੀ ਤੋਂ ਵੱਧ ਕੇ ਜੀ ਇਹ ਤਾਂ ਡਾਕਾ ਹੈ। ਡਾਕਾ ਹੈ ਤਾਂ ਪਤਾ ਪ੍ਰਸ਼ਾਸਨ ਨੂੰ ਵੀ, ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਹੈ, ਔਰ ਚੀਫ ਸਾਹਿਬ ਨੂੰ ਵੀ ਪਤਾ ਹੈ, ਔਰ ਸਰਕਾਰ ਨੂੰ ਵੀ ਪਤਾ ਹੈ ਬੰਦਾ ਚੋਰ ਹੈ। ਤੇ ਡਾਕਾ ਉਹਨੂੰ ਫਿਰ ਪਤਾ ਨਹੀਂ ਕਿਉਂ ਨਹੀਂ ਹੱਥ ਪਾਉਂਦੇ। ਇਹ ਤਾਂ ਡਾਕਾ ਹੈ, ਚੋਰੀ ਤਾਂ ਹੈ ਹੀ ਨਹੀਂ। ਇਹ ਤਾਂ ਡਾਕਾ ਵੱਜਣ ਵਾਲੀ ਗੱਲ। ਕਿਸਾਨ ਜਿਹੜਾ ਬੜੀ ਮਿਹਨਤ ਕਰਕੇ ਦਿਨ ਰਾਤ ਜਿਹੜਾ ਹੈਗਾ ਉਹ ਫਸਲ ਪੈਦਾ ਕਰਦਾ, ਪਰ ਜਦੋਂ ਉਹ ਨਰਮਾ ਲਾਉਂਦਾ ਵਿੱਚੋਂ ਹੁੰਦਾ ਹੀ ਕੁਛ ਨਹੀਂ। ਕਦੇ ਉਹਨੂੰ ਸੁੰਡੀ ਪੈ ਗਈ, ਕਦੇ ਕੁਛ ਹੋਰ, ਕਿਉਂਕਿ ਬੀ ਮਾੜਾ। ਰੇਹਾਂ ਸਪਰੇਹਾਂ ਜਿਹੜੀਆਂ ਉਹਨੂੰ ਬਚਾਓ ਵਾਸਤੇ, ਬਿਮਾਰੀ ਦੇ ਖਾਤਮੇ ਵਾਸਤੇ ਕਰਦਾ, ਉਹ ਵੀ ਮਾੜੀਆਂ ਨੇ। ਤਾਂ ਕਿਸਾਨ ਜਾਵੇ ਕਿੱਧਰ ਨੂੰ? ਪੰਜਾਬ ਦੀ ਕਿਸਾਨੀ ਕੋਈ ਉੱਦਾਂ ਹੀ ਬਰਬਾਦ ਨਹੀਂ ਹੋਈ। ਪੰਜਾਬ ਦੇ ਧੀਆਂ ਪੁੱਤ ਖੁਸ਼ੀ ਨੂੰ ਵਿਦੇਸ਼ਾਂ 'ਚ ਨਹੀਂ ਜਾ ਰਹੇ ਜ਼ਮੀਨਾਂ ਵੇਚ ਕੇ। ਪੰਜਾਬ ਦੇ ਧੀਆਂ ਪੁੱਤ ਖੁਸ਼ੀ ਨੂੰ ਜ਼ਮੀਨਾਂ ਵੇਚ ਕੇ ਹੋਰ ਕੰਪਨੀਆਂ ਦੇ ਵਿੱਚ ਨੌਕਰੀ ਨਹੀਂ ਕਰ ਰਹੇ। ਮਜਬੂਰੀ ਹੈ ਉਹਨਾਂ ਦੀ, ਕਿਉਂਕਿ ਬੀ ਮਾੜੇ ਆ ਰਹੇ ਨੇ। ਜਿਹੜਾ ਰੇਹਾਂ ਸਪਰੇਹਾਂ ਮਾੜੀਆਂ ਆ ਰਹੀਆਂ ਨੇ, ਕਿਉਂਕਿ ਰੇਹਾਂ ਸਪਰੇਹਾਂ ਮਾੜੀਆਂ ਬਣਾਉਣ ਵਾਲਿਆਂ ਨੂੰ ਪਤਾ ਵੀ ਕੋਈ ਮਾਈ ਦਾ ਲਾਲ ਸੱਟ ਤੇ ਜਿਹੜਾ ਹੈਗਾ ਕਾਰਵਾਈ ਨਹੀਂ ਕਰ ਸਕਦਾ। ਹੱਥ ਬੜੇ ਲੰਬੇ ਦੇ ਇਹਨਾਂ ਦੇ। ਹਾਂਜੀ ਖਾਲਸਾ ਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਗੋਰਾ ਸਿੰਘ ਖਾਲਸਾ ਜੀ। ਗੋਰਾ ਸਿੰਘ ਜੀ, ਤੁਸੀਂ ਕਿਵੇਂ ਲੈਂਦੇ ਹੋ? ਕਹਿੰਦੇ ਆ ਵੀ ਪੰਜਾਬ ਚਲੋ ਕਿਤੇ ਸੋਨੇ ਦੀ ਚਿੜੀ ਸੀ, ਹੁਣ ਪੰਜਾਬ ਦੀ ਹਾਲਤ ਕੀ ਹੋ ਗਈ ਹੈ? ਜ਼ਿੰਮੇਵਾਰ ਕੌਣ ਹੈ? ਕਿਹੜੀਆਂ ਕੰਪਨੀਆਂ, ਕਿਹੜਾ ਪ੍ਰਸ਼ਾਸਨ ਹੈ? ਸਰਕਾਰਾਂ ਹੀ ਜ਼ਿੰਮੇਵਾਰ ਹੈ ਜੀ ਇਹਦੀਆਂ। ਇਹ ਸਰਕਾਰ ਬਦਲਾਅ ਲਿਆਉਣ ਵਾਸਤੇ ਕਹਿੰਦੀ ਸੀ ਭ੍ਰਿਸ਼ਟਾਚਾਰ ਖਤਮ ਕਰਾਂਗੇ, ਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਬਜਾਏ ਤਾਂ ਇਹਨਾਂ ਨੇ ਫਲਾਤਾ ਜੀ ਉਲਟਾ। ਹੁਣ ਪਹਿਲਾਂ ਹੈ ਨਹੀਂ ਸੀ, ਉਦੋਂ ਜ਼ਿਆਦਾ ਫਲਾਤਾ ਹੁਣ। ਅੱਛਾ, ਪਹਿਲਾਂ ਨਕਲੀ ਜੱਜ ਨਹੀਂ ਸੀ ਹੁੰਦੇ, ਉਹ ਵੀ ਹੋਣ ਲੱਗ ਹਾਂ, ਉਹੀ ਆਦੇ ਆ ਨਾ। ਹੁਣ ਤਾਂ ਜਿਹੜਾ ਜੱਜ ਦਾ ਸਜ਼ਾ ਕਰਨੀ ਹੁੰਦੀ ਹੈ ਜੱਜ ਨੇ, ਉਹ ਵੀ ਅਣਧੜਕ ਹੋ ਕੇ ਡੁਪਲੀਕੇਟ ਜੱਜ ਬਣਿਆ, ਉਹਨੂੰ ਡਰ ਹੀ ਕੋਈ ਨਹੀਂ। ਐਦੂ ਭ੍ਰਿਸ਼ਟਾਚਾਰ ਕੀ ਹੋਊਗਾ? ਜਿਹਨੂੰ ਮਰਜ਼ੀ ਇੱਕ ਜੱਜ ਦਾ ਹੀ ਡਰ ਹੁੰਦਾ ਨਾ, ਮੈਨੂੰ ਸਜ਼ਾ ਕਰ ਦੂਗਾ, ਉਹਨੂੰ ਬੰਦ ਦੂਗਾ, ਕੁਛ ਕਰ ਦੂਗਾ। ਤਾਂ ਜਿਹੜਾ ਅੱਜ ਉਹ ਇਹਨਾਂ ਦੀ ਸਰਕਾਰ ਦੇ ਵਿੱਚ ਨਕਲੀ ਜੱਜ ਬਣ ਕੇ ਕਰੋੜਾਂ ਰੁਪਏ ਦਾ ਘਪਲਾ ਕਰ ਗਿਆ, ਤਾਂ ਇਹ ਦੱਸੋ ਭ੍ਰਿਸ਼ਟਾਚਾਰ ਆ ਹੋਰ ਕੀ ਹੈ ਇਹ?
ਇਹਨੂੰ ਭਗਵੰਤ ਮਾਨ ਨੇ ਕਿਹਾ ਸੀ ਬਦਲਾਅ ਆ ਗਿਆ, ਕਹਿੰਦੇ ਕੋਈ ਕਿਸਾਨ ਦੁਖੀ ਨਹੀਂ ਹੋਊਗਾ, ਕੋਈ ਮੇਰੀ ਪੰਜਾਬ ਦੀ ਭੈਣ ਦੁਖੀ ਨਹੀਂ ਹੋਊਗੀ, ਕੋਈ ਬੱਚਾ ਦੁਖੀ ਨਹੀਂ ਹੋਊਗਾ। ਕਹਿੰਦਾ ਇਹੋ ਜਿਹਾ ਮਾਹੌਲ ਬਣਾ ਦੂੰ ਕੈਨੇਡਾ ਵਾਲੇ ਇੱਥੇ ਆਉਣਗੇ। ਤੁਹਾਨੂੰ ਲੱਗਦਾ ਜਿਹੜੇ ਜਵਾਕ ਕੈਨੇਡਾ ਗਏ ਆ ਜਾਣਗੇ ਨਕਲੀ ਜੱਜ ਵੇਖ? ਨਹੀਂ, ਕਿਵੇਂ ਆਉਣਗੇ? ਲੋਕ ਤਾਂ ਜਾਣ ਨੂੰ ਤਿਆਰ ਹੈ ਜੀ। ਹੁਣ ਵੇਖੋ ਜਿੰਨੇ ਖੁੱਲੇ ਆਈਲੈਟਸ, ਕਿੰਨਾ ਜ਼ਿਆਦਾ ਲੋਕ ਉਹਨਾਂ ਦੇ ਕਰਕੇ ਜਾ ਰਹੇ ਹੈ। ਜਾ ਹੀ ਇਸੇ ਕਰਕੇ ਰਹੇ ਹੈ ਕਿ ਜਿਹੜਾ ਕਿਸਾਨੀ ਹੈ, ਕਿਸਾਨੀ ਘਾਟੇ ਦਾ ਸੌਦਾ ਤਾਂ ਨਹੀਂ, ਪਰ ਸਾਨੂੰ ਇਹਦਾ ਜਿਣਸਾਂ ਦੇ ਰੇਟ ਸਹੀ ਨਹੀਂ ਮਿਲ ਰਹੇ। ਇਸ ਵਾਸਤੇ ਕਿਸਾਨ ਕੋਈ ਅੱਧੀ ਰਾਤ ਉੱਠ ਕੇ ਨਹੀਂ ਖਾਂਦਾ ਵੀ ਇਹਦੇ ਸਿਰ ਕਰਜ਼ਾ ਚੜਿਆ ਹੈ। ਸਾਡੀਆਂ ਜਦੋਂ ਜਿਣਸਾਂ ਦੇ ਸਾਨੂੰ ਰੇਟ ਸਹੀ ਨਹੀਂ, ਸਰਕਾਰਾਂ ਮਾਰਨ ਤੇ ਤੁਲੀਆਂ ਹੋਈਆਂ। ਜਦੋਂ ਸਰਕਾਰਾਂ ਮਾਰਨ ਤੇ ਤੁਲ ਜਾਣ ਤੇ ਫਿਰ ਬਚਾਂਗੇ ਕਿਵੇਂ? ਸਹੀ ਤੇ ਸਰਕਾਰਾਂ ਦੀ ਨੀਅਤ ਖੋਟੀ ਹੈ। ਬਿਲਕੁਲ ਖੋਟੀ ਹੈ ਜੀ। ਨੀਤ ਖੋਟੀ ਕਰਕੇ ਆ ਕੁਝ ਹੋ ਰਿਹਾ ਹੈ। ਭ੍ਰਿਸ਼ਟਾਚਾਰ ਖਤਮ ਕਰਨਾ ਤਾਂ ਟੰਗੇ ਹੁਣ ਇਹ ਜਿਹੜਾ ਕੋਈ ਮਾੜਾ ਬੰਦਾ ਹੈ ਉਹਨੂੰ ਤਾਂ ਸਤਿ ਸ੍ਰੀ ਅਕਾਲ ਜੀ। ਇਹੀ ਭਗਵੰਤ ਮਾਨ ਨੂੰ ਨਹੀਂ, ਮੈਂ ਧਰਨੇ ਲੱਗਣ ਦਾ ਰੋਜ਼ ਸਟੇਜਾਂ ਤੇ ਬੋਲਦਾ ਹੁੰਦਾ ਸੀ ਨਾ। ਇਹ ਆਂਦਾ ਮੈਂ ਟੈਂਕੀਆਂ ਦੇ ਨਹੀਂ ਚੜਨ ਦਾ, ਚੜਦੇ ਬੱਚੇ ਕਿ ਨਹੀਂ ਚੜਦੇ? ਹਾਂ, ਲੱਗੇ ਪਏ ਕਿ ਨਹੀਂ ਲੱਗੇ ਪਏ? ਦੱਸੋ ਆਪਾਂ ਗੱਲਾਂ ਹੋਰ ਹੁਣ ਨਰਮਾ ਮੇਰਾ ਪਿੰਡ ਔਲਖਾ ਜੀ, ਨਰਮਾ ਅੱਧਾ ਚੰਗਾ ਅੱਧਾ ਮਾੜਾ, ਉਹੀ ਸਪਰੇਆਂ ਕਰਦੇ ਆ। ਦੱਸੋ ਚਿੱਟਾ ਨਾ, ਚਿੱਟਾ ਤੇਲੇ ਨਹੀਂ ਮਰਦਾ, 5 ਸਪਰੇਆਂ ਕਰਤੀਆਂ। ਚਿੱਟਾ ਤੇਲੇ ਤਗੜਾ ਹੋ ਕੇ ਦਵਾਈ ਮਾੜੀ ਹੋ ਗਈ। ਦਵਾਈ ਮਾੜੀ ਹੈ, ਅੱਗੇ ਵੀ ਤੇਲਾ ਆਉਂਦਾ ਹੀ ਰਿਹਾ, ਚਿੱਟਾ ਆਉਂਦਾ ਹੀ ਰਿਹਾ। ਇਹਨਾਂ ਦਵਾਈਆਂ ਦੇ ਹੀ ਸੈਂਪਲ ਭਰੇ ਸੀ, ਜਿਹੜੇ ਫੇਲ ਹੋਏ ਤਾਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਹਾਂ, ਨਹੀਂ ਕੋਈ ਕਾਰਵਾਈ ਨਹੀਂ। ਉਹਨਾਂ ਦੇ ਨਾਮ ਜਨਤਕ ਕਰਨੇ ਚਾਹੀਦੇ। ਹਾਂਜੀ ਕਰਨੇ ਚਾਹੀਦੇ। ਇਸੇ ਕਰਕੇ ਅਸੀਂ ਪ੍ਰਧਾਨ ਸਾਹਿਬ ਨਾਲ ਆਏ ਆ ਜੀ, ਸਰਜੀਤ ਸਿੰਘ ਨਾਲ, ਵੀ ਆ ਜਿਹੜਾ ਭਰੇ ਸੈਂਪਲੇ ਨੇ ਸਹੀ ਨਹੀਂ ਕੰਮ ਕੀਤਾ। ਸੰਦੀਪ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜਿਹੜਾ ਹੈਗਾ ਪ੍ਰਦਰਸ਼ਨ ਉਹ ਕੀਤਾ ਜਾ ਰਿਹਾ ਹੈਗਾ, ਜਿਹੜਾ ਕਿ ਜ਼ਿਲ੍ਹਾ ਖੇਤੀਬਾੜੀ ਅਫਸਰ ਮੁਕਤਸਰ ਸਾਹਿਬ ਦੇ ਬਾਹਰ। ਤਾਂ ਹਾਂਜੀ ਵੀਰ, ਤੁਸੀਂ ਕਿਵੇਂ ਲੈਂਦੇ ਹੋ ਇਦਾਂ? ਤਾਂ ਇੱਕ ਤਾਂ ਪਹਿਲੀ ਗੱਲ ਇਹ ਵੀ ਤੁਸੀਂ ਨੌਜਵਾਨ ਹੋ, ਕਹਿੰਦੇ ਸੀ ਨੌਜਵਾਨੀ ਬੜੀ ਸੰਤੁਸ਼ਟ ਆ ਵੀ ਬਦਲਾਅ ਆ ਗਿਆ, ਤੇ ਮੈਨੂੰ ਇੱਥੇ ਅੱਧਿਆਂ ਤੋਂ ਵੱਧ ਨੌਜਵਾਨ ਦਿਸਦੇ ਆ ਜਿਹੜੇ ਦੁਖੀ ਹੋਏ, ਕਹਿੰਦੇ ਨਕਲੀ ਬੀਜ ਆ, ਉਤੋਂ ਨਕਲੀ ਜੱਜ ਵੀ ਆ ਗਏ ਮਾਰਕੀਟ। ਜਸਵੀਰ ਜੀ, ਗੱਲ ਇਸ ਤਰ੍ਹਾਂ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਪਿੱਛੇ ਹੁਣ ਬਵਾਲ ਮੱਚਿਆ ਵਿਆ। ਭਗਵੰਤ ਮਾਨ ਇਹ ਕਹਿ ਰਿਹਾ ਕਿ ਸਾਡੇ ਜਿਹੜੇ ਹੈਗੇ ਆ 30-35 MLA ਆ ਬੀਜੇਪੀ ਖਰੀਦ ਰਹੀ ਆ। ਉਹ ਦੋਸ਼ ਲਾ ਲਏ ਆ, ਤੇ ਇਹਦਾ ਮਤਲਬ ਇਹ ਆ ਕਿ ਉਹ ਸਾਬਤ ਕਰਦੇ ਆ ਕਿ ਅਸੀਂ ਇਮਾਨਦਾਰ ਬਹੁਤ ਆ। ਇਹ ਸਾਫ਼ ਗੱਲ ਹੋ ਗਈ ਨਾ, ਅਸੀਂ ਵੇਖਦੇ ਨਹੀਂ ਭਾਈ, ਸਾਨੂੰ ਤਾਂ 25-25 ਕਰੋੜ ਦਿੰਦੇ ਆ, ਤੁਸੀਂ ਤਾਂ ਯਾਰ 2500 ਚ ਵਿਕੀ ਜਾਂਦੇ। ਅੱਛਾ, ਵੀ ਜਦੋਂ ਇਸ ਭ੍ਰਿਸ਼ਟ ਅਫਸਰ ਦੇ ਲਈ ਅਸੀਂ ਸੜਕਾਂ ਤੇ ਬਹਿ ਗਏ, ਐਡੀ ਵੱਡੀ ਤਾਦਾਦ ਦੇ ਵਿੱਚ ਲੋਕ ਆ ਕੇ ਇਕੱਠੇ ਹੋ ਗਏ, ਤੇ ਜਿਹੜੀਆਂ ਵੀਡੀਓ ਆਡੀਓ ਸਬੂਤ ਆ ਉਹ ਅਸੀਂ ਜਨਤਕ ਕਰਤੇ, ਪ੍ਰੈਸ ਨੂੰ ਦੇਤੇ, DC ਸਾਹਿਬ ਨੂੰ ਦੇਤੇ, ਪ੍ਰਸ਼ਾਸਨ ਨੂੰ ਦੇਤੇ, ਤੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੁੰਦੀ? ਖੇਤੀਬਾੜੀ ਮਹਿਕਮੇ ਦੇ ਜਿਹੜੇ ਮਿਨਿਸਟਰ ਨੇ ਧਾਲੀਵਾਲ ਨੇ, ਉਹ ਕਹਿੰਦੇ ਜੀ ਅਸੀਂ ਨਕਲੀ ਸਪਰੇਅ ਨਹੀਂ ਆਉਣ ਦੇਣੀ, ਨਕਲੀ ਅਸੀਂ ਦਵਾਈ ਨਹੀਂ ਆਉਣ ਦੇਣੀ, ਤੇ ਤੁਹਾਡੇ ਨਕਲੀ ਜੱਜ ਆ ਗਿਆ। ਉਹ ਨਕਲੀ ਜੱਜ ਸੈਂਪਲਾਂ ਨਾਲ ਛੇੜਛਾੜ ਕਰ ਦਿੰਦਾ, ਸੈਂਪਲ ਭੇਜਦਾ ਨਹੀਂ ਆ, ਤੇ ਜਿਹੜੇ ਪ੍ਰੋਡਕਟ ਨੇ ਵੱਡੀਆਂ ਕੰਪਨੀਆਂ ਦੇ, ਉਹਨਾਂ ਦੇ ਬਾਰੇ ਸਾਨੂੰ ਪਤਾ ਨਹੀਂ ਲੱਗਦਾ ਵੀ ਇਹਨਾਂ ਦੇ ਸੈਂਪਲ ਫੇਲ ਹੋ ਗਿਆ, ਉਹਨਾਂ ਦਾ ਬੈਚ ਸਾਰਾ ਵਿਕ ਜਾਂਦਾ। ਫਿਰ ਇਹ ਕੀ ਕਰਦੇ ਆ, ਅੰਦਰ ਖਾਤੇ ਇੱਕ ਕੇਸ ਲਾ ਦਿੰਦੇ ਆ। ਹਾਲਾਂਕਿ ਮਹਿਕਮੇ ਨੂੰ ਚਾਹੀਦਾ ਵੀ ਜਿਨ੍ਹਾਂ ਦੇ ਸੈਂਪਲ ਫੇਲ ਹੋ ਜਾਣ ਉਹ ਇੱਥੇ ਬਲੈਕ ਬੋਰਡ ਲਾ ਕੇ ਤੇ ਉਹਦੇ ਉੱਪਰ ਲਿਖਣ ਵੀ ਫਲਾਣੇ ਡਿਫਾਲਟਰ ਬੰਦੇ ਦੇ ਲੱਗੇ। ਡਿਫਾਲਟਰ ਹੁਣ ਕਿਸਾਨ ਆ, ਕੋਈ ਮਾੜਾ ਡਿਫਾਲਟਰ ਹੋ ਜੇ ਤੈਨੂੰ ਬੈਂਕ 'ਚ ਉਹਦੀ ਫੋਟੋ ਲਾ ਦਿੰਦੇ ਆ, ਤੇ ਇਹ ਕਰੋੜਾਂ ਦੀਆਂ ਕੰਪਨੀਆਂ ਵਾਲੇ ਆ, ਤੇ ਇਹਨਾਂ ਦਾ ਫੋਟੋ ਕਿਉਂ ਨਹੀਂ ਲੱਗਦੀ? ਇਹਨਾਂ ਦੇ ਪ੍ਰੋਡਕਟਾਂ ਦੀ ਫੋਟੋ ਕਿਉਂ ਨਹੀਂ ਲੱਗਦੀ ਵੀ ਭਾਈ ਆਹ ਕੰਪਨੀਆਂ ਜਿਹੜੀਆਂ ਉਹ ਫੇਲ ਹੋ ਗਈ ਆ, ਉਹਦੇ ਆਹ ਪ੍ਰੋਡਕਟ ਉਹ ਫੇਲ ਹੋ ਗਿਆ, ਉਹਦੇ ਸੈਂਪਲ ਫੇਲ। ਸਰਕਾਰ ਕਿਉਂ ਨਹੀਂ ਲਾਉਂਦੀ? ਬਾਈ ਜੀ ਵਜ੍ਹਾ ਉਹੀ ਆ, ਇਹ ਲੱਖ ਕਹਿ ਰਹਿਣ। ਮੈਨੂੰ ਇੱਕ ਗੱਲ ਦੱਸੋ ਵੀ ਅਸੀਂ ਸਬੂਤ ਦੇਤੇ, ਇਹਨਾਂ ਤੋਂ ਕਾਰਵਾਈ ਨਹੀਂ ਹੋਈ। ਚਿੱਟਾ ਦਿਨੋਂ ਦਿਨ ਵਧੀ ਜਾਂਦਾ, ਇਹਨਾਂ ਤੋਂ ਕਾਰਵਾਈ ਨਹੀਂ ਹੋਈ। ਕਈ ਲੋਕ ਇਸ ਵੀਡੀਓ 'ਚ ਕਮੈਂਟਾਂ ਦੇ ਥੱਲੇ ਕਹਿਣਗੇ ਜੀ ਤੁਹਾਨੂੰ ਬਾਹਲਾ ਪਤਾ, ਭੱਦੀ ਸ਼ਬਦਾਵਲੀ ਵੀ ਬੋਲਣਗੇ। ਮੈਨੂੰ ਇਹ ਦੱਸਣ, ਜਦੋਂ ਅਸੀਂ ਸਬੂਤ ਦੇਤੇ, ਏਡੀਓ ਦੇ ਸਬੂਤ ਦੇਤੇ, ਤਹਿਸੀਲਦਾਰ ਦੇ ਸਬੂਤ ਦੇਤੇ, ਰੀਡਰ ਦੇ ਸਬੂਤ ਦੇਤੇ, ਤੇ ਫਿਰ ਕਮੀ ਕਿੱਥੇ ਆ? ਕਮੈਂਟਾਂ 'ਚ ਇਹ ਵੀ ਕਹਿਣਗੇ ਵੀ ਇਹ ਅਕਾਲੀ ਹੈ, ਕਾਂਗਰਸੀ ਹੈ। ਬਾਈ ਜੀ ਇਹ ਨਾ ਅਸੀਂ ਅਕਾਲੀ ਆ, ਨਾ ਅਸੀਂ ਅਕਾਲੀ, ਨਾ ਅਸੀਂ ਕਾਂਗਰਸੀ, ਤੇ ਨਾ ਆਪ ਵਾਲੇ ਆ। ਜੋ ਸਰਕਾਰ ਬਣੂਗੀ ਉਹਦੇ ਵਿਰੁੱਧ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਖੜੇ ਕਿਸਾਨ ਆ। ਜਦੋਂ ਅਸੀਂ ਗੱਲ ਉੱਥੇ ਦੱਸਦੇ ਨੇ ਵੀ ਜਦੋਂ ਅਸੀਂ ਸਾਰੇ ਸਬੂਤ ਦੇਤੇ, ਅਸਾਂ ਮੇਲ ਕਰਤੀਆਂ, ਵੀਡੀਓਗ੍ਰਾਫੀ ਕਰਤੀ, ਇੰਟਰਵਿਊਆਂ ਕਰਤੀਆਂ, ਸਾਰਾ ਕੁਝ ਕਰਤਾ, ਤੇ ਕਮੀ ਕਿੱਥੇ ਰਹਿ ਗਈ? ਮੈਨੂੰ ਐਂ ਦੱਸੋ, ਸੱਚ ਗੱਲ ਤੁਹਾਡੀ ਵਿੱਚ ਹੀ ਆ, ਭਗਵੰਤ ਮਾਨ ਨੇ ਇੱਕ ਨੰਬਰ ਦਿੱਤਾ ਸੀਗਾ, ਕਹਿੰਦਾ ਸੀ ਕੁਝ ਭ੍ਰਿਸ਼ਟਾਚਾਰ ਹੋਵੇ, ਕੁਝ ਧੋਖਾ, ਤੇ ਮੈਨੂੰ ਭੇਜ ਦਿਓ। ਤੁਸੀਂ ਇਹ ਵੀਡੀਓ ਨੂੰ ਭੇਜੀਆਂ? ਬਾਈ ਜੀ ਉਹ ਤਾਂ ਛੋਟੀ ਗੱਲ ਰਹਿ ਗਈ ਨਾ ਵੀ ਐਂਟੀ ਕਰਪਸ਼ਨ ਨੰਬਰ ਦੇ ਉੱਪਰ ਵੀਡੀਓ ਜਾਂ ਆਡੀਓ ਭੇਜਣੀਆਂ। ਅਸੀਂ ਤਾਂ ਪੂਰੀ ਪ੍ਰੈਸ ਕਾਨਫਰੰਸ ਕਰਕੇ ਐਡੀ ਵੱਡੀ ਤਾਦਾਦ ਤੇ ਸੋਸ਼ਲ ਮੀਡੀਆ ਤੇ ਬਵਾਲ ਮਚਾਤਾ। ਅੱਛਾ ਇੱਕ ਗੱਲ ਸੁਣੋ, ਇਹ ਜਿਹੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ, ਇੱਕ ਵਧੀਆ ਜ਼ਿਲ੍ਹਾ, ਠੀਕ ਹੈ ਜੀ, ਇੱਥੇ ਬਹੁਤ ਜ਼ਿਆਦਾ ਪਿੰਡ ਵੀ ਪੈਂਦੇ ਨੇ, ਬਲਾਕ ਵੀ ਪੈਂਦੇ ਨੇ, ਵੱਡਾ ਜ਼ਿਲ੍ਹਾ। ਅੱਛਾ, ਸਾਰਾ ਪ੍ਰਸ਼ਾਸਨ ਆ ਇੱਥੇ, ਤੇ ਸਾਰਾ ਕੁਝ ਉਹਨਾਂ ਦੀ ਨੱਕ ਦੇ ਥੱਲੇ ਹੋਈ ਜਾਂਦਾ, ਤੇ ਫਿਰ ਗੱਲ ਕਿਉਂ ਨਹੀਂ ਪਹੁੰਚਦੀ?
ਇਮਾਨਦਾਰ ਸਰਕਾਰ ਆ, ਇਮਾਨਦਾਰ ਸਰਕਾਰ ਨੂੰ ਪਤਾ ਹੁੰਦਾ ਵੀ ਸਾਡੇ ਥੱਲੇ ਕੀ ਹੋ ਰਿਹਾ, ਤੇ ਇਹਨਾਂ ਨੂੰ ਪਤਾ ਨਹੀਂ ਵੀ ਐਡੇ ਵੱਡੇ ਧਰਨੇ ਮੁਜ਼ਾਹਰੇ ਹੋ ਰਹੇ ਆ। ਏਡੀਓ ਇਹਨਾਂ ਤੋਂ ਸੰਭਲ ਨਹੀਂ ਰਿਹਾਗਾ। ਨਕਲੀ ਜਿਹੜੀਆਂ ਦਵਾਈਆਂ ਆ ਰਹੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹਨਾਂ ਕੋਲੋਂ ਪੈਸੇ ਨਹੀਂ ਦਿੱਤੇ ਗਏ ਜਿੰਨਾ ਹੈਗਾ। ਹੁਣ ਹੋਰ ਛੱਡੋ, ਅੱਜ ਤੱਕ ਕਦੇ ਵੀ ਜਿਹੜੀ ਆ ਝੋਨੇ ਦੀ ਫਸਲ ਆ ਉਹਦੀ ਬਰਬਾਦੀ ਨਹੀਂ ਹੋਈ। ਹੁਣ ਤਾਂ ਇਹਨਾਂ ਕੋਲੇ ਚਾਈਨਾ ਵਾਇਰਸ ਵਰਗੀ ਇੱਕ ਅਜਿਹੀ ਬਿਮਾਰੀ ਝੋਨੇ 'ਚ ਵੀ ਆ ਗਈ। ਉਹਦਾ ਕਾਰਨ ਇੱਕ ਹੀ ਆ ਵੀ ਇਹੋ ਜਿਹੇ ਏਡੀਓ ਜਿਹੜੇ ਸੈਂਪਲਾਂ ਨੂੰ ਜਿਹੜਾ ਛੇੜਛਾੜ ਕਰਦੇ ਆ, ਮਾੜੇ ਪ੍ਰੋਡਕਟਾਂ ਨੂੰ ਲਾਂਚ ਕਰਦੇ ਆ। ਅੱਛਾ, ਇੱਕ ਗੱਲ ਜਿਹੜੀ ਹੈਗੀ ਆ, ਕੋਆਪਰੇਟ ਘਰਾਣੇ ਜਿਹੜੇ ਕੀ ਪ੍ਰੋਡਕਟ ਲਾਂਚ ਕਰਦੇ ਆ, ਉਹ ਕੰਪਨੀਆਂ ਉਹ ਵੱਧ ਤੋਂ ਵੱਧ ਜਦੋਂ ਹੈਗਾ ਆਪਦਾ ਪ੍ਰੋਡਕਟ ਲਾਂਚ ਕਰਨ ਤੋਂ ਬਾਅਦ ਮਸ਼ਹੂਰੀ ਕਰਨ ਦੇ ਲਈ ਪਿੰਡ ਜਾ ਕੇ ਪਾਰਟੀਆਂ ਬਣਾਉਂਦੀ ਆ, ਖਵਾਉਂਦੀ ਆ, ਪਿਆਉਂਦੀ ਆ। ਠੀਕ ਆ ਜੀ, ਉਹ ਜੇ ਇੰਨਾ ਕੁਛ ਕਰਕੇ, ਇੰਨਾ ਖਰਚਾ ਕਰਕੇ ਵੀ ਲੋਕਾਂ ਨੂੰ ਦੱਸਦੀ ਆ, ਜਦੋਂ ਉਹਨਾਂ ਦੇ ਕੋਈ ਸੈਂਪਲ ਫੇਲ ਹੋਣ ਦੀ ਉਮੀਦ ਹੋ ਜਾਂਦੀ ਆ। ਇੱਕ ਗੱਲ ਮੇਰੀ ਹੋਰ ਨੋਟ ਕਰਿਓ, ਇਹ ਜਿੰਨੇ ਅਧਿਕਾਰੀ ਹੁੰਦੇ ਆ, ਚਾਹੇ ਏਡੀਓ ਆ, ਚਾਹੇ ਚੀਫ ਆ, ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਸੈਂਪਲ ਫੇਲ ਹੋਣ ਵਾਲਾ। ਇਹਨਾਂ ਨੂੰ ਪਤਾ ਹੁੰਦਾ, ਜਿਵੇਂ ਜੱਟ ਨੂੰ ਪਤਾ ਹੁੰਦਾ ਵੀ ਮੇਰੀ ਫਸਲ ਆਹ ਮਾੜੀ ਆ। ਚਲੋ ਮੰਨ ਲੈਂਦੇ ਆ ਵੀ ਇਹਨਾਂ ਨੂੰ ਨਾ ਪਤਾ ਹੋਵੇ। ਜਦੋਂ ਇਹਨਾਂ ਨੇ ਸੈਂਪਲਿੰਗ ਕਰ ਲਈ, ਸੈਂਪਲ ਫੇਲ ਹੋ ਗਏ ਤੇ ਇਹ ਬਲੈਕ ਬੋਰਡ ਤੇ ਲਿਖਦੇ ਨਹੀਂ। ਹੁਣ ਸਾਡੇ ਵਰਗੇ ਜ਼ਿਮੀਂਦਾਰਾਂ ਨੂੰ ਦੱਸਦੇ ਨਹੀਂ ਭਾਈ ਆ ਸੈਂਪਲ ਮਾੜੇ ਆ ਇਹਨਾਂ ਦੇ, ਇਹ ਦਵਾਈ ਫੇਲ ਹੋ ਗਈ, ਇਹ ਤੋਂ ਬਚੋ। ਪਤਾ ਇਹਨਾਂ ਨੂੰ ਵੀ ਜਦੋਂ ਜ਼ਿਮੀਂਦਾਰ ਕੋਲ, ਕਿਸਾਨ ਦੇ ਕੋਲੇ ਗੱਲ ਜਾਵੜੀ ਵੀ ਆਹ ਜਿਹੜੇ ਹੈਗੇ ਆ ਕੰਪਨੀ ਮਾੜੇ ਜਿਹੜੇ ਪ੍ਰੋਡਕਟ ਬਣਾਉਂਦੀ ਆ, ਤਾਂ ਅਸੀਂ ਤਾਂ ਉਹਦੇ ਨੇੜੇ ਨਹੀਂ ਲੰਘਦੇ। ਅਸੀਂ ਤਾਂ ਬਾਈ ਜੀ ਮਾੜਾ ਲਵੇਰਾ ਨਹੀਂ ਘਰੇ ਰੱਖਦੇ ਵੀ ਇਹਨੇ ਮੁੜ ਕੇ ਤੰਗ ਕਰੂਗਾ ਤੇ ਅਸੀਂ ਦਵਾਈ ਕਿਉਂ ਲਵਾਂਗੇ? ਉਹਦੇ ਤੋਂ ਆਮਦਨੀ ਹੋਣੀ ਆ, ਸਾਡੀ ਖੇਤੀ ਚੱਲਣੀ ਆ। ਉਹ ਅੱਛਾ ਹੁੰਦਾ ਕੀ ਆ, ਉਹ ਕੰਪਨੀਆਂ ਫਿਰ ਇਹਨਾਂ ਨੂੰ ਪੈਸੇ ਦਿੰਦੀਆਂ। ਜੇ ਦਿੰਦੀਆਂ ਨਾ ਹੋਣ ਤਾਂ ਇਹ ਕੰਪਨੀ ਨੂੰ ਵੀ ਬਚਾਉਂਦੇ ਆ, ਏਡੀਓ ਨੂੰ ਵੀ ਬਚਾ ਰਹੇ ਆ, ਤਹਿਸੀਲਦਾਰ ਨੂੰ ਵੀ ਬਚਾ ਰਹੇ ਆ, ਰੀਡਰ ਨੂੰ ਵੀ ਬਚਾ ਰਹੇ ਆ। ਆਪ ਦੀ ਸਰਕਾਰ 'ਚ ਵੀ ਇਸ ਤਰੀਕੇ ਨਾਲ 2 ਨੰਬਰ ਦਾ ਪੈਸੇ ਚੱਲ ਰਿਹਾ ਬਾਈ ਜੀ। ਦੁੱਖ ਹੀ ਇਸੇ ਗੱਲ ਦਾ ਨਾ, ਸਾਰਿਆਂ ਤੋਂ ਵੱਡਾ ਦੁੱਖ ਹੀ ਇਸੇ ਗੱਲ ਦਾ। ਸਾਨੂੰ ਇਹ ਗੱਲ ਲੱਗਦਾ ਸੀ ਅੱਜ ਜਿਹੜਾ ਵੀਰੇ 35+ ਜਿਹੜਾ ਇੱਥੇ ਨਾ ਡਿਗਰੀ ਤੇ ਤਾਪਮਾਨ ਸੀ, ਸਾਡੇ ਪਿੱਛੇ ਤਪ ਗਏ ਇੱਥੇ ਬੈਠਿਆਂ ਦੇ, ਧੁੱਪੇ ਬੈਠਿਆਂ ਦੇ, ਬਜ਼ੁਰਗ ਵੀ ਸਾਡੇ ਨਾਲ ਸੀ। ਸਾਨੂੰ ਆਸ ਨਹੀਂ ਸੀ ਨਾ, ਜਿਵੇਂ ਇਹਨਾਂ ਨੇ ਗੱਪ ਮਾਰੇ ਆ। ਸਾਡੇ ਕੋਟ ਭਾਈ ਭਗਵੰਤ ਮਾਨ ਆਇਆ, ਕਹਿੰਦਾ ਜੀ ਮੈਂ ਤਾਂ ਐਂ ਕਰ ਦੂੰ, ਜਿਉਂ ਕਰ ਦੂੰ। ਹਰੀਕੇ ਆਇਆ, ਮੁਕਤਸਰ ਆਇਆ, ਵੀ ਜਿਹੜੇ ਹੈਗੇ ਆ ਯੂਨੀਵਰਸਿਟੀ 'ਚੋਂ ਜਿਹੜੇ ਮੁੰਡੇ ਆ ਉਹ ਆਉਣਗੇ, ਤੁਹਾਡੇ ਇੱਥੇ ਬੈਠਕਾਂ 'ਚ ਬੈਠਿਆ ਕਰਨਗੇ, ਤੁਹਾਨੂੰ ਸਮਝਾਇਆ ਕਰਨਗੇ ਭਾਈ ਆਹ ਦਵਾਈ ਕਰੋ। ਇੱਕੋ ਦਿਨ ਹੀ ਪਿੰਡ 'ਚ ਸਾਰੀ ਸਪਰੇਅ ਕਰਿਆ ਕਰਾਂਗੇ। ਠੀਕ ਹੈ ਜੀ, ਤੇ ਜਿਹੜੀਆਂ ਤੁਹਾਡੀਆਂ ਹੈਗੀਆਂ ਬਣਾਈਆਂ ਹੋਈਆਂ ਸੁਸਾਇਟੀਆਂ ਉਹਨਾਂ 'ਚ ਸਪਰੇਅ ਆ ਜਾਇਆ ਕਰੂਗੀ, ਉਹਨਾਂ 'ਚ ਰੇਹ ਆ ਜਾਇਆ ਕਰੂਗੀ। ਅਸੀਂ ਕਹੀ ਯਾਰ ਆ ਤਾਂ ਕਮਾਲ ਹੋ ਗਈ, ਅਸੀਂ ਤਾਂ ਬਚ ਗਏ, ਸਾਡਾ ਤਾਂ ਇੱਥੇ ਹੀ ਕੈਨੇਡਾ ਬਣ ਜੂ। ਦੁੱਖ ਇਸ ਗੱਲ ਦਾ, ਦੁੱਖ ਇਸ ਗੱਲ ਦਾ ਹੁੰਦਾ ਯਾਰ, ਅੱਜ ਅਸੀਂ ਵੀ ਉਹਨਾਂ ਸਰਕਾਰਾਂ ਤੋਂ ਡਰਦੇ, ਉਹਨਾਂ ਸਰਕਾਰਾਂ ਦੇ ਛਿੱਤਰ ਹੇਠੋਂ ਨਿਕਲ ਕੇ ਤੇ ਨਵੀਂ ਸਰਕਾਰ ਦਾ ਰਾਹ ਚੁਣਿਆ। ਹੁਣ ਤਾਂ ਬਾਈ ਜੀ ਅਸੀਂ ਜਿਹੜੇ ਪੰਜਾਬ ਦੇ ਲੋਕਾਂ ਨੇ ਪੈਸੇ ਨਹੀਂ ਨਾ ਲਏ ਸੀ, ਅਸੀਂ ਸ਼ਰਾਬ ਪੀ ਕੇ ਵੋਟ ਤਾਂ ਨਹੀਂ ਨਾ ਪਾਈ ਸੀ, ਅਸੀਂ ਕਿਸੇ ਤੋਂ ਪੈਸੇ ਲੈ ਕੇ ਵੋਟ ਤਾਂ ਨਹੀਂ ਪਾਈ ਸੀ, ਕਿਸੇ ਲਾਲਚ 'ਚ ਤਾਂ ਨਹੀਂ ਨਾ ਪਾਈ ਸੀ। ਜੇ ਲਾਲਚ 'ਚ ਪਾਈ ਹੁੰਦੀ ਤੇ ਕੋਈ ਮੋਬਾਈਲ ਤੇ ਲੱਗਣ ਵਾਲਾ ਲਾਭ ਸਿੰਘ ਵਰਗਾ ਜਿਹੜਾ ਹੈਗਾ ਐਮਐਲਏ ਨਹੀਂ ਬਣਦਾ ਸੀ, ਨਹੀਂ ਬਣਦਾ ਸੀ ਨਾ। ਤੇ ਵੀਰ ਮੇਰਾ ਸਾਡਾ ਕੀ ਕਸੂਰ ਆ ਯਾਰ, ਇਹ ਵੀ ਉਹਨਾਂ ਵਰਗੇ ਨਿਕਲ ਗਏ। ਸਾਨੂੰ ਰੋਣ ਆਉਂਦਾ ਤੇ ਅਸੀਂ ਵਿਸ਼ਵਾਸ ਕਿਹਦੇ ਤੇ ਕਰਗੇ? ਹੁਣ ਗਾਂ ਅਸੀਂ ਕਿਹਦੇ ਤੇ ਵਿਸ਼ਵਾਸ ਕਰਾਂਗੇ? ਬਾਦਲ ਕੇ ਵੀ ਮਾੜੇ ਸੀ, ਕਾਂਗਰਸੀ ਵੀ ਮਾੜੇ ਸੀ, ਇਹਨਾਂ ਤੇ ਡੋਰ ਵੱਜੀ ਸੀਗੀ ਤੇ ਯਾਰ ਇਹ ਵੀ ਉਹੋ ਜਿਹੇ ਨਿਕਲ ਗਏ। ਹੁਣ ਕੀ ਅਸੀਂ ਜਾਗੇ ਕਿੱਧਰ? ਭਗਵੰਤ ਮਾਨ ਨੇ ਵੀ ਕਿਹਾ ਸੀ, ਉਹਦੀ ਮਾਤਾ ਨੇ ਵੀ ਕਿਹਾ ਸੀ, ਕਹਿੰਦੀ ਸਾਰਾ ਪੰਜਾਬ ਮੇਰਾ ਪੁੱਤ ਆ। ਉਹਦੀ ਭੈਣ ਨੇ ਵੀ ਕਿਹਾ ਸੀ ਵੀਰੋ ਮੇਰਾ ਭਰਾ ਆ ਗਿਆ, ਹੁਣ ਤੁਸੀਂ ਖੁਸ਼ ਰਹੋਗੇ। ਭਗਵੰਤ ਮਾਨ ਦੀ ਗੱਲ ਮੈਂ ਪਹਿਲਾਂ ਵੀ ਯਾਦ, ਉਹਨੇ ਕਿਹਾ ਸੀ ਵੀ ਮੇਰੇ ਹੁੰਦਿਆਂ ਪੰਜਾਬ ਦਾ ਕੋਈ ਬੰਦਾ ਦੁਖੀ ਨਹੀਂ ਹੋਊਗਾ। ਵੇਖੋ ਰਾਤ ਹੋ ਗਈ ਆ, ਵਨਸਵੰਡਾ ਮੱਛਰ ਭੀਂ ਕਰੀ ਜਾਂਦਾ, ਤੁਸੀਂ ਇੱਥੇ ਬੈਠੇ ਹੋ, ਬੱਚੇ ਤੁਹਾਡੇ ਘਰੇ ਬੈਠੇ ਆ, ਇਹ ਬਜ਼ੁਰਗ ਆ, 60 ਸਾਲ ਉਮਰ ਹੋਣੀ ਹੈ, ਇਹਨਾਂ ਦੀ ਕੀ ਉਮਰ ਥੋੜੀ ਹੈ ਸੜਕਾਂ ਤੇ ਧੱਕੇ ਖਾਣ ਦੀ। ਭਗਵੰਤ ਮਾਨ ਕਹਿੰਦਾ ਜਦੋਂ ਮੈਂ ਆ ਗਿਆ ਸੜਕਾਂ ਤੇ ਕੋਈ ਧੱਕੇ ਨਹੀਂ ਖਾਊਗਾ। ਮਾਨ ਸਾਹਿਬ ਦੀ ਜਿਹੜੀ ਮਾਤਾ ਜੀ ਨੇ, ਮਾਨ ਸਾਹਿਬ 50 ਦੇ ਕਰੀਬ ਉਹਨਾਂ ਦੀ ਉਮਰ ਆ। ਚਲੋ ਆਪਾਂ ਉਹ ਨਹੀਂ ਕਹਿੰਦੇ 50 ਤੋਂ ਘੱਟ ਹੋਣਗੇ, ਸਾਡੇ ਚਾਚਿਆਂ ਤਾਇਆਂ ਦੀ ਉਮਰ ਦੇ ਆ। ਤੇ ਉਹਨਾਂ ਦੀ ਮਾਤਾ ਸਾਡੀ ਦਾਦੀ ਹੋ ਗਈ ਵੀ ਦਾਦੀ ਮਾਂ ਸਾਨੂੰ ਦੱਸ, ਅਸੀਂ ਤੇਰੇ ਪੋਤਰੇ ਆ, ਆ ਬਜ਼ੁਰਗ ਆ, ਆ 70 ਸਾਲ ਵਿਚਾਰੇ ਦੀ ਇਹਦੀ ਉਮਰ ਆ, ਇਹਦੀ ਦਵਾਈ ਵੀ ਚੱਲਦੀ ਆ, 20 ਤਰ੍ਹਾਂ ਦੀਆਂ ਇਹਦੀਆਂ ਦਵਾਈਆਂ, ਸਾਨੂੰ ਧੁੱਪੇ ਕਿਉਂ ਮਾਰਦੇ ਆ? ਇੱਕ ਏਡੀਓ ਆ ਉਹ ਡਿਸਮਿਸ ਕਰਾਉਣਾ ਤੁਸੀਂ ਕਰੋ, ਜਿਹੜੇ ਸੈਂਪਲ ਫੇਲ ਹੋਏ ਆ ਉਹ ਜਨਤਕ ਕਰੋ, ਇੱਕ ਤਹਿਸੀਲਦਾਰ ਆ ਉਹਦੇ ਵਿਰੁੱਧ ਕਾਰਵਾਈ ਕਰੋ, ਇੱਕ ਰੀਡਰ ਦੇ ਵਿਰੁੱਧ ਕਾਰਵਾਈ ਕਰੋ। ਸਾਨੂੰ ਦੱਸੋ, ਤੁਸੀਂ ਬੜੇ ਲਾਰੇ, ਤੁਸੀਂ ਝੂਠ, ਤੁਸੀਂ ਫਰੇਬ ਬੋਲੇ। ਗੱਲ ਵੇਖ ਵੀਰ ਮੇਰਿਆ, ਗੱਲ ਇੱਥੇ ਇਹ ਨਿੱਕੀ ਜੀ ਕਰਦੇ ਆ, ਉਹਦੀ ਜਿਹੜੀ ਹੈਗੀ ਆ ਮਸ਼ਹੂਰੀ ਬਣਾ ਕੇ ਜਿਹੜੀ ਆ ਹੋਰ ਸਟੇਟਾਂ 'ਚ ਪੇਸ਼ ਕਰਦੇ ਆ ਵੀ ਅਸੀਂ ਆਹ ਕਰਤਾ ਸੀ, ਜੋ ਕਰਤਾ। ਮਾਨ ਸਾਹਿਬ ਤੁਹਾਨੂੰ ਇਹ ਦੱਸ ਦਿੰਦੇ 5 ਸਾਲ ਬਹੁਤੇ ਜ਼ਿਆਦਾ ਨਹੀਂ ਹੁੰਦੇਗੇ। ਜੇ ਆ ਹਾਲਾਤ ਚੱਲੇ ਤੁਸੀਂ ਤਾਂ ਗੱਲਾਂ ਹੋਰ ਕਰਦੇ ਆ ਨਾ। ਸਰਪੰਚ ਨਹੀਂ ਬੰਨੇ ਤੁਹਾਡੇ, ਸਰਪੰਚ ਮੈਂਬਰ ਨਹੀਂ ਬੰਨੇ ਤੁਹਾਡੇ ਪਿੰਡਾਂ ਦੇ ਵਿੱਚ, ਤੇ ਸੰਗਰੂਰ ਦੇ ਵਿੱਚ ਨਤੀਜਾ ਵੇਖਿਆ। ਇੱਥੇ 3 ਦਿਨ ਹੋ ਗਏ ਧਰਨਾ ਲੱਗੇ ਨੂੰ, ਹਜੇ ਤੱਕ ਹਲਕੇ ਦੇ ਐਮਐਲਏ ਨੇ ਆ ਕੇ ਸਾਡੀ ਬਾਤ ਨਹੀਂ ਪੁੱਛੀ ਵੀ ਕੀ ਗੱਲ ਹੈ, ਤੁਸੀਂ ਕਿਉਂ ਬੈਠੇ ਆ। ਕਾਕਾ ਬਰਾੜ ਜੀ ਨੇ, ਹਾਂਜੀ ਕਾਕਾ ਬਰਾੜ ਜੀ ਨੇ, ਅਸੀਂ ਵੀ ਵੋਟਾਂ ਪਾਈਆਂ ਕਾਕਾ ਬਰਾੜ ਜੀ ਨੂੰ ਹੀ, ਸਭ ਤੋਂ ਅੱਗੇ ਹੋ ਕੇ ਵੋਟਾਂ ਪਾਈਆਂ। ਪੂਰਾ ਜਿੱਦੇ ਦੇ ਐਮਐਲਏ ਬਣੇ ਉਹਨਾਂ ਨੇ ਆ ਕੇ ਪਿੰਡ ਦੇ ਵਿੱਚ ਮੂੰਹ ਹੀ ਨਹੀਂ ਵਿਖਾਇਆ।
ਸਾਡਾ ਪਿੰਡ ਨਾਲ ਹੀ ਸੰਗੂਧਣ ਪਿੰਡ ਹੈ ਸਾਡਾ। ਸਾਨੂੰ ਆ ਖੇਤੀਬਾੜੀ ਦਫ਼ਤਰ ਦੇ ਵਿੱਚ ਇੰਨੀ ਉਮਰ ਹੋ ਗਈ ਅਸੀਂ ਕੋਈ ਵੇਖਿਆ ਨਹੀਂ, ਇਹਦਾ ਹੀ ਸਾਨੂੰ ਕੋਈ ਲਾਭ ਮਿਲਿਆ ਹੋਵੇ ਇਸ ਦਫ਼ਤਰ ਦਾ ਜੀ। ਕੋਈ ਇਹਨਾਂ ਕੋਈ ਸਿਸਟਮ ਹੈ ਨਹੀਂ। ਜਿਹੜੇ ਸੰਦ ਆ ਖੇਤੀਬਾੜੀ ਵਾਲੇ ਉਹ ਸਾਰੇ ਖਰਾਬ ਹੋਏ ਪਏ, ਇੱਥੇ ਰੁਲੀ ਜਾਂਦੇ ਆ। ਇੱਥੇ ਕੋਈ 1% ਦਾ ਵੀ ਕਿਸਾਨਾਂ ਨੂੰ ਲਾਭ ਹੈ ਨਹੀਂ ਇਸ ਖੇਤੀਬਾੜੀ ਦਫ਼ਤਰ। ਅਸੀਂ ਪੱਤਰਕਾਰੀ ਕਰਦੇ ਆ, ਮੈਨੂੰ ਬਹੁਤਾ ਤੇ ਨਹੀਂ ਸਮਾਂ, ਚਲੋ ਮੈਂ 2018 ਤੋਂ ਕਰ ਰਿਹਾ, ਪਰ ਆਹ ਹਾਲ ਹੀ ਅਸੀਂ ਪਹਿਲਾਂ ਦੇਖਿਆ ਸੀਗਾ, ਇਹੀ ਹਾਲ ਅਸੀਂ ਹੁਣ ਦੇਖਿਆ। ਬਦਲਾਓ ਜਿਹੜਾ 16 ਮਾਰਚ 2022 ਨੂੰ ਜਾ ਕੇ ਸਹੁੰ ਚੁੱਕੀ ਸੀ ਖਟਕੜ ਕਲਾਂ ਦੇ ਵਿੱਚ, ਜਿਸ ਬਦਲਾਓ ਨੇ ਉਹ ਜ਼ਮੀਨ ਦੇ ਉੱਤੇ ਦਿਸ ਨਹੀਂ ਰਿਹਾ। ਬਦਲਾਓ ਆਇਆ ਗੱਡੀਆਂ ਦੇ ਵਿੱਚ, ਤੁਸੀਂ ਅੱਛਾ ਉੱਥੇ ਵੀ ਗਏ ਸੀ? ਸਹੁੰ ਚੁਕਾ ਕੇ ਵੀ ਆਏ ਆ ਜੀ, ਅਸੀਂ ਸਹੁੰ ਚੁਕਾਉਣ ਵੀ ਗਏ ਆ। ਉਦੋਂ ਬਾਅਦ ਸਨਾਮ ਇਲੈਕਸ਼ਨ ਹੋਇਆ ਜਿਹੜਾ ਇਹਨਾਂ ਦਾ, ਉੱਥੇ ਵੀ ਜਾ ਕੇ ਆਏ ਆ। ਹਾਂ, ਪਰ ਸਾਨੂੰ ਆ ਉਮੀਦਾਂ ਨਹੀਂ ਸੀ ਆਮ ਆਦਮੀ ਪਾਰਟੀ ਤੋਂ, ਸਾਨੂੰ ਆ ਉਮੀਦਾਂ ਨਹੀਂ ਸੀ ਆਮ ਆਦਮੀ ਪਾਰਟੀ ਤੋਂ ਵੀ ਆਮ ਆਦਮੀ ਪਾਰਟੀ ਸਰਕਾਰ ਆਊਗੀ। ਇਹਦਾ ਡੱਕਾ ਹੀ ਨਹੀਂ ਕਰਦੇ, ਕੁਝ ਵੀ ਨਹੀਂ ਕਰ ਰਹੇ ਜੀ। ਫੋਨ ਕਰਦੇ ਝੂਠੇ ਜੱਜ ਬਣ ਕੇ ਬੰਦੇ ਦੇਖੇ। ਹਾਂ, ਉਹ ਕੰਮ ਕਰੀ ਜਾਂਦਾ ਜੀ, ਸਾਰਾ ਕੁਝ ਹੋਈ ਜਾਂਦਾ ਜੀ। ਕੋਈ ਇਹਨਾਂ ਨੇ ਚੰਗਾ ਕੰਮ ਨਹੀਂ ਕਰਿਆ ਜਿੱਦੇ ਦੀ ਸਰਕਾਰ ਆਈ ਹੈ। ਨਾ ਪਿੰਡਾਂ ਦੇ ਵਿੱਚ ਇਹਨਾਂ ਨੇ ਗੇੜਾ ਮਾਰਿਆ, ਪਿੰਡ ਦੇ ਵਿੱਚ ਜਿਹੜੀ ਗ੍ਰਾਂਟ ਆਉਂਦੀ ਆ ਉਹ ਨਹੀਂ ਲੱਗ ਰਹੀ ਹਜੇ ਤੱਕ। ਕੋਈ ਕੰਮ ਨਹੀਂ ਚੱਲ ਰਿਹਾ ਕਿਸੇ ਤਰ੍ਹਾਂ ਦਾ। ਤੇ ਕਾਫੀ ਤਿੱਖੇ ਸ਼ਬਦਾਵਲੀ ਹਮਲੇ ਕਰ ਰਹੇ ਹੋ ਕਿ ਤੁਸੀਂ ਕਾਲੀ ਜਾਂ ਕਾਂਗਰਸੀ? ਨਹੀਂ ਜੀ, ਨਹੀਂ, ਅਸੀਂ ਆਪ ਵਾਲੇ ਆ। ਅਸੀਂ ਆਪ ਵਾਲੇ, ਸਾਡਾ ਟਰੈਕਟਰ ਖੜਾ। ਅਸੀਂ ਜਿੱਦੇ ਆਮ ਦੀ ਸਰਕਾਰ ਬਣੀ ਸੀ ਉਹਦੇ ਟਰੈਕਟਰ ਦੇ ਝੰਡੇ ਲਾ ਕੇ ਰੋਡ ਸ਼ੋਅ ਵੀ ਕੱਢਿਆ ਪਿੰਡ ਦੇ ਵਿੱਚ। ਸਭ ਤੋਂ ਪਹਿਲਾਂ ਇਸ ਘਰੇ ਦੇ ਮੁੰਡੇ ਚਾਹ ਪਿਆਈ ਸੀ। ਆ ਬਾਈ ਜੀ ਦੇ ਘਰੇ ਜੁਆਇਨਿੰਗ ਉੱਥੇ ਕੀਤੀ ਹੈ, ਇਸ ਮੁੰਡੇ ਦੇ ਘਰੇ ਜੁਆਇਨਿੰਗ ਕੀਤੀ ਸਭ ਨੇ। ਬਾਈ ਜੀ ਦੇ ਘਰੇ ਐਮਐਲਏ ਸਾਹਿਬ ਨੂੰ ਕਾਪੀਆਂ ਪੈਨਾਂ ਨਾਲ ਤੋਲਿਆ ਸੀ ਸਰਕਾਰ ਬਣਨ ਤੋਂ ਪਹਿਲਾਂ। ਉਦੋਂ ਬਾਅਦ ਸਾਡੀ ਵੀ ਸੁਣਵਾਈ ਨਹੀਂ ਹੋ ਰਹੀ। ਜਿਹੜੇ ਅਸੀਂ ਆਮ ਵਰਕਰ ਆ ਨਾ, ਸਾਡੀ ਵੀ ਸੁਣਵਾਈ ਨਹੀਂ ਹੋ ਰਹੀ। ਸਾਡੇ ਪਿੰਡ ਸੁਸਾਇਟੀ ਦਾ ਮਸਲਾ ਇੱਕ, ਉਹ ਪਿਛਲੇ 6 ਮਹੀਨਿਆਂ ਤੋਂ ਲੜਕ ਰਿਹਾ। ਸਾਡੇ ਕੋਲ ਬਹੁਮਤ ਵੀ ਆ, ਪਰ ਫਿਰ ਵੀ ਸਾਡੀ ਸੁਸਾਇਟੀ ਦੇ ਵਿੱਚ ਪ੍ਰਧਾਨ ਨਹੀਂ ਬਣਾ ਰਹੇ ਐਮਐਲਏ ਸਾਹਿਬ। ਆਪ ਦੀ ਸਰਕਾਰ ਚ ਆਪ ਵਾਲਿਆਂ ਦੀ ਨਹੀਂ ਚੱਲਦੀ, ਆਪ ਵਾਲਿਆਂ ਦੀ ਵੀ ਨਹੀਂ ਚੱਲਦੀ ਜੀ। ਅਜੇ ਵੀ ਖਾਸ ਵਾਲਿਆਂ ਦੀ ਚੱਲਦੀ ਹੈ। ਉੱਥੇ ਕਾਂਗਰਸ ਪਾਰਟੀ ਦਾ ਉਹ ਕਹਿੰਦੇ ਪ੍ਰਧਾਨ ਬਣਾਉਣਾ, ਸਾਡੇ ਕੋਲ ਬਹੁਮਤ ਹੈ। ਆਮ ਆਦਮੀ ਪਾਰਟੀ ਦੇ ਸਾਡੇ ਵਰਕਰਾਂ ਦਾ ਬਹੁਮਤ ਹੈ ਸਾਡੇ ਕੋਲ, ਤੇ ਤਾਂ ਕਰਕੇ ਵੀ ਸਾਨੂੰ ਫਿਰ ਵੀ ਪ੍ਰਧਾਨਗੀ ਨਹੀਂ ਮਿਲਦੀ। ਜਾਪਦਾ ਵੀ ਆਪ ਦੀਆਂ ਨੀਆਂ ਮਜ਼ਬੂਤ ਨਹੀਂ ਹੈ, ਕਮਜ਼ੋਰ ਆ। ਬਿਲਕੁਲ ਜੀ, ਬਿਲਕੁਲ। ਜਦੋਂ ਹੁਣ ਦੁਬਾਰੇ ਵੋਟਾਂ ਨਾ ਢਾਰੇ ਕਿਤੇ, ਤੁਹਾਡਾ ਕਿਲਾ ਹੀ ਨਾ ਢਾਰੇ ਆਪ ਵਾਲਾ। ਕਿਲਾ ਢਾਹ ਹੀ ਗਈ, ਹੁਣ ਇਸ ਤੋਂ ਬਾਅਦ ਵੋਟਾਂ ਆਉਣੀਆਂ, ਪਤਾ ਲੱਗ ਜੂਗਾ ਸਰਕਾਰ ਨੂੰ। ਇਹ ਤਾਂ ਵੋਟਾਂ ਵੇਲੇ ਪਤਾ ਲੱਗੂਣਾ ਕੀ ਬਣਦਾ ਇਹਨਾਂ ਦਾ ਜੀ। ਤੇ ਚਲੋ ਹਾਸਾ ਠੱਠਾ ਜਿਹੜਾ ਹੈਗਾ ਉਹ ਆਪਣੀ ਜਗ੍ਹਾ ਤੇ, ਪਰ ਇੱਕ ਗੱਲ ਜਿਹੜੀ ਬੜੀ ਦੁਖਦਾਈ ਹੈ ਉਹ ਇਹ ਹੈ ਕਿ ਪੰਜਾਬ ਦਾ ਕਿਸਾਨ ਜਿਹੜਾ ਦਰ ਦੀਆਂ ਠੋਕਰਾਂ ਖਾ ਰਿਹਾ, ਪੰਜਾਬ ਦਾ ਉਹ ਕਿਸਾਨ ਜਿਹੜਾ ਕਿ ਦੁਨੀਆ ਦਾ ਢਿੱਡ ਭਰਨ ਦੇ ਨਾਮ ਤੇ ਜਾਣਿਆ ਜਾਂਦਾ ਸੀ, ਪੰਜਾਬ ਦਾ ਉਹ ਕਿਸਾਨ ਜਿਹਨੂੰ ਕਿ ਬਾਣੀ ਵੀ ਕਹਿੰਦੀ ਹੈ ਕਿਸਾਨ ਜਗ ਮੈਂ ਭਏ ਰਾਜਾ, ਜਿਹੜਾ ਰਾਜਿਆਂ ਵਰਗੀ ਜ਼ਿੰਦਗੀ ਬਤੀਤ ਕਰਦਾ, ਅੱਜ ਉਹ ਭਿਖਾਰੀ ਦੀ ਨਹੀਂ ਬਣ ਚੁੱਕਾ ਹੈ। ਸਾਹਮਣੇ ਖੇਤੀਬਾੜੀ ਜ਼ਿਲ੍ਹਾ ਦਾ ਦਫ਼ਤਰ ਹੈਗਾ, ਉਹਦੇ ਸਾਹਮਣੇ ਰਾਤ ਦਾ ਸਮਾਂ ਹੋ ਗਿਆ 7:15 ਵਜੇ। 3 ਦਿਨ ਇਹਨਾਂ ਨੂੰ 3 ਰਾਤਾਂ ਭਾਵ ਕੇ ਪਹਿਲਾਂ ਵੀ ਇੱਥੇ ਬੈਠਿਆਂ ਨੂੰ ਹੋ ਗਿਆ। ਅੱਜ ਇਹਨਾਂ ਨੇ ਰੋਡ ਜਾਮ ਕਰ ਦਿੱਤਾ। ਅੱਜ ਚੌਥੀ ਰਾਤ ਹੈ, ਇੱਥੇ ਬਹਿਣਗੇ। ਇਹਨਾਂ ਦੀ ਉਮਰ ਕੋਈ ਧਰਨਾ ਲਾਉਣ ਦੀ ਨਹੀਂ ਹੈਗੀ। ਜਿਹੜੀ ਗੱਲ ਭਗਵੰਤ ਮਾਨ ਜੀ ਕਹਿੰਦੇ ਹੁੰਦੇ ਸੀਗੇ, ਅਸੀਂ ਬਿਲਕੁਲ ਸਹਿਮਤ ਹਾਂ। ਅਸੀਂ ਵੀ ਪੰਜਾਬ ਦੇ ਬੱਚੇ ਆ, ਜੇ ਸਾਡੇ ਹੱਥਾਂ 'ਚ ਮਾਈਕ ਨਾ ਹੁੰਦੇ ਅਸੀਂ ਥੱਲੇ ਬੈਠੇ ਹੁੰਦੇ। ਅਸੀਂ ਵੀ ਕਿਸਾਨਾਂ ਦੇ ਬੱਚੇ ਆ। ਤਾਂ ਸਾਡੀ ਅਪੀਲ ਜਿਹੜੀ ਹੈਗੀ ਆ, ਜਾਂ ਇਹਨਾਂ ਕਿਸਾਨਾਂ ਦੀ ਅਪੀਲ ਹੈ, ਉਹਨਾਂ 'ਤੇ ਸਰਕਾਰ ਕੀ ਅਸਰ ਜਿਹੜਾ ਹੈਗਾ ਦਿਖਾਏਗੀ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਨਕਲੀ ਜੱਜ ਉਰਫ ਸੰਦੀਪ ਬਹਿਲ ਔਰ ਉਹਦੇ ਨਾਲ ਦੇ ਹੋਰ ਜਿਹੜੇ ਵੱਡੇ ਅਫਸਰ ਹੈ ਉਹਨਾਂ ਤੇ ਕਿਹੜੀ ਕਾਰਵਾਈ ਹੋਊਗੀ, ਜਾਂ ਨਕਲੀ ਜੱਜ ਦੇ ਹੱਥ ਇੰਨੇ ਕੁ ਲੰਬੇ ਹੈ ਕਿ ਦਿੱਲੀ ਵਾਲੇ ਲਾਲਾ ਜੀ ਤੱਕ ਪਹੁੰਚਦੇ ਆ, ਤਾਂ ਸ਼ਾਇਦ ਸੰਦੀਪ ਬਹਿਲ ਨੂੰ ਕੋਈ ਹੱਥ ਪਾਉਣ ਵਾਲਾ ਜੰਮਿਆ ਨਹੀਂ ਹੋਣਾ। ਇਹ ਆਉਣ ਵਾਲਾ ਸਮਾਂ ਦੱਸੂਗਾ। ਦੇਖਦੇ ਰਹੋ ਪੰਜਾਬ KTV ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ। ਧੰਨਵਾਦ।